ਮੰਤਰੀ ਜਾਂ ਪੰਜਾਬ ਸਰਕਾਰ ਵਿਰੋਧੀਆਂ ਨੂੰ ਲਈ ਫਿਰਦੀ ਸੀ ਕਚਹਿਰੀਆਂ 'ਚ, ਪਰ ਤੁਸੀਂ ਖੁਦ ਮੁੱਖ ਮੰਤਰੀ ਨੂੰ ਕਚਹਿਰੀ ਲੈ ਆਏ। ਸਮੱਸਿਆ ਇਹ ਖੜੀ ਹੋਈ ਵੀ ਜੇ 2019 'ਚ ਮੈਂ ਕਾਂਗਰਸ ਜੁਆਇਨ ਕੀਤੀ ਅਪ੍ਰੈਲ 2019 'ਚ ਲੋਕ ਸਭਾ ਦੀਆਂ ਇਲੈਕਸ਼ਨਾਂ ਵੇਲੇ, ਤਾਂ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਮੇਰੇ ਤੇ ਗੰਭੀਰ ਦੋਸ਼ ਲਾਏ ਸੀ ਵੀ ਨਾਜਰ ਸਿੰਘ ਮਾਨਸ਼ਾਹੀਏ ਨੇ ਕਾਂਗਰਸ ਜਾਣ ਲਈ 10 ਕਰੋੜ ਰੁਪਈਆ ਲਿਆ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕੀਤੀ ਹੈ। ਤੇ ਮੈਂ ਤਾਂ ਲੋਕ ਹਿੱਤ ਸਾਹਮਣੇ ਰੱਖਿਆ ਸੀ, ਪਰ ਹੁਣ ਕੀ ਹੁੰਦਾ ਵੀ ਜਦੋਂ ਵੋਟਾਂ ਪਈਆਂ ਸੀ ਉਦੋਂ ਵੀ 2 ਲੱਖ ਵੋਟਾਂ 'ਚੋਂ 1,73,000 ਤਾਂ ਸਾਰੀ ਪੋਲ ਹੋਈ ਸੀ। ਉਹ 'ਚੋਂ ਵੀ ਮੈਨੂੰ 7,500 ਵੋਟਾਂ ਪਈਆਂ ਸੀ। 1 ਲੱਖ ਤੋਂ ਵੱਧ ਵੋਟਾਂ ਤਾਂ ਉਦੋਂ ਹੀ ਮੇਰੇ ਵਿਰੋਧ 'ਚ ਹੀ ਸੀ। ਤੇ ਹੁਣ ਜਿਹੜੇ ਇਹ ਵਿਰੋਧ ਕਰਦੇ ਸੀ, ਹੁਣ ਮੈਂ ਕਿਹਨਾਂ ਨੂੰ ਸਮਝਾਂ ਵੀ 70,000 ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਸੀ, ਇਹ ਉਹ ਲੋਕ ਸੀਗੇ ਜਿਹੜੇ ਪਹਿਲਾਂ ਹੀ ਮੇਰੇ ਵਿਰੋਧੀ ਸੀ, ਲੱਖ ਤੋਂ ਉੱਤੇ ਉਹ ਸੀਗੇ। ਵੀ ਤੁਸੀਂ ਜੀ ਇਹ ਜਿਹੜਾ ਝੂਠ ਬੋਲਿਆ ਇਹਦਾ ਜਾਂ ਤਾਂ ਜਨਤਕ ਤੌਰ 'ਤੇ ਮਾਫੀ ਮੰਗੋ, ਪ੍ਰੈਸ 'ਚ ਹੀ ਆਵੇ ਖਬਰ ਵੀ ਮੈਥੋਂ ਗਲਤ ਕਿਹਾ ਗਿਆ ਜਾਂ ਕੋਈ ਹੋਰ ਹੈ, ਠੀਕ ਹੈ ਨਾ, ਤੇ ਨਹੀਂ ਤਾਂ ਫਿਰ ਮੈਂ ਤੁਹਾਡੇ ਤੇ ਮਾਨਹਾਨੀ ਦਾ ਕੇਸ ਕਰੂੰਗਾ। ਆਮ ਆਦਮੀ ਪਾਰਟੀ ਅਤੇ ਆਸ ਆ ਕਿ ਉਹ ਜਲਦ ਮਾਫੀ ਮੰਗ ਲੈਂਦੀ ਹੈ। ਜੇ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣਗੇ, ਤੁਸੀਂ ਉਹਨੂੰ ਮਾਫ ਕਰ ਦੋਗੇ? ਤੇ ਜੇ ਹੁਣ ਕੱਲ੍ਹ ਉਹ ਆਏ ਨੇ, ਉਹਨਾਂ ਦੀ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਬਿਨਾਂ ਗੱਲ ਤੋਂ ਮੇਰੇ ਤੇ ਫਿਰ ਉਹ ਗੰਭੀਰ ਦੋਸ਼ ਜੇ ਲਾ ਗਏ। ਉਹੀ ਲਹਿਜ਼ਾ ਬੜਾ ਗੁੱਸੇ ਵਾਲਾ ਸੀ, ਲਹਿਜਾ ਉਸ ਤਰ੍ਹਾਂ ਦਾ। ਤੇ ਫਿਰ ਮੈਨੂੰ ਇੱਕ ਚੀਜ਼ ਦੱਸੋ ਵੀ ਫਿਰ ਮੈਂ ਵੀ ਤਾਂ ਆਫਟਰ ਆਲ ਯਾਰ ਕੁਆਲੀਫਾਈਡ ਬੰਦਾ, ਮੈਂ ਕਲਾਸ 1 ਆਫਿਸਰ ਐਜ਼ ਰਿਟਾਇਰ ਹੋਇਆ ਤੇ ਨਾਲ ਹੁਣ MLA ਵੀ ਰਹਿ ਚੁੱਕਿਆ। ਤੇ ਫਿਰ ਮੈਂ ਉਹਨਾਂ ਨੂੰ ਜਾ ਕੇ ਕਹਾਂ ਵੀ ਤੁਸੀਂ ਮੈਥੋਂ ਮਾਫੀ ਮੰਗ ਲਓ ਜੀ, ਮੈਂ ਤੁਹਾਨੂੰ ਮਾਫੀ ਦੇਣ ਨੂੰ ਤਿਆਰ ਹਾਂ। ਕੋਰਟ 'ਚ ਵੀ 3 ਸਾਲ 3.5 ਸਾਲ ਹੋ ਗਏ ਹੁਣ ਪ੍ਰੋਸੀਡਿੰਗ ਚਲਦੀਆਂ ਨੂੰ। ਉਹ ਕਿਸੇ ਸਟੇਜ 'ਤੇ ਕਹਿੰਦੇ ਵੀ ਚਲੋ ਛੱਡੋ ਯਾਰ, ਕੋਈ ਗੱਲ ਨਹੀਂ, ਹੋ ਜਾਂਦਾ ਹੈ, ਮੈਥੋਂ ਗਰਮੀ 'ਚ ਕਿਹਾ ਗਿਆ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਉਹਨਾਂ ਨੇ ਕਹਿਤਾ ਵੀ ਹਾਂ ਭਾਈ ਮੈਥੋਂ ਗਲਤੀ ਹੋ ਗਈ, ਕੋਈ ਗੱਲ ਨਹੀਂ। ਹੋਰ ਮੈਂ ਕੋਈ ਉਹਨਾਂ ਤੋਂ ਕੋਈ ਐਸੀ ਵੀ ਲਾਤੇਟ ਦੀ ਨਹੀਂ ਹੋਣਾ ਸੀ। ਪੰਜਾਬ ਲੋਕਮਤ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ। ਮਾਨਹਾਨੀ ਆਮ ਆਦਮੀ ਪਾਰਟੀ ਦਾ ਇਸ ਦੇ ਨਾਲ ਗੂੜਾ ਰਿਸ਼ਤਾ ਹੈ, ਭਲਾ ਉਹ ਦਿੱਲੀ ਦੀ ਲੀਡਰਸ਼ਿਪ ਹੋਵੇ ਜਾਂ ਫਿਰ ਪੰਜਾਬ ਦੀ ਲੀਡਰਸ਼ਿਪ ਹੋਵੇ। ਬੀਤੇ ਦਿਨ ਮੁੱਖ ਮੰਤਰੀ ਮਾਨਸਾ ਪਹੁੰਚਦੇ ਨੇ। ਉਹਨਾਂ ਦਾ ਮਾਨਸਾ ਪਹੁੰਚਣ ਦਾ ਕੀ ਕਾਰਨ ਸੀ ਤੇ ਸਾਬਕਾ MLA ਨਾਜਰ ਸਿੰਘ ਮਾਨਸ਼ਾਹੀਆ ਦਾ ਇਹਦੇ ਨਾਲ ਕੀ ਸਬੰਧ ਆ, ਗੱਲ ਕਰਦੇ ਆ ਉਹਨਾਂ ਦੇ ਨਾਲ। ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਪਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ। ਸਾਡਾ ਪਹਿਲਾ ਸਵਾਲ ਇਹ ਆ ਕਿ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਵਿਰੋਧੀਆਂ ਨੂੰ ਲਈ ਫਿਰਦੀ ਸੀ ਕਚਹਿਰੀਆਂ 'ਚ, ਪਰ ਤੁਸੀਂ ਖੁਦ ਮੁੱਖ ਮੰਤਰੀ ਨੂੰ ਕਚਹਿਰੀ ਲੈ ਆਏ। ਦੇਖੋ ਪਰਮੇਸ਼ ਜੀ, ਮੇਰਾ ਕੋਈ ਇਹ ਉਹਨਾਂ ਨਾਲ ਕੋਈ ਨਿੱਜੀ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਸੀ, ਨਾ ਹੀ ਮੇਰਾ ਕੋਈ ਸ਼ੌਕ ਹੈ ਵੀ ਮੈਂ ਕਿਸੇ ਨੂੰ ਅਦਾਲਤ 'ਚ ਲੈ ਕੇ ਆਵਾਂ। ਮੇਰੇ ਹੱਥ 'ਚ ਮੈਂ ਜ਼ਿੰਦਗੀ 'ਚ ਪਹਿਲਾ ਕੇਸ ਕੀਤਾ ਹੋਣਾ ਜੀ, ਠੀਕ ਹੈ। ਤਾਂ ਸਮੱਸਿਆ ਇਹ ਖੜੀ ਹੋਈ ਵੀ ਜੇ 2019 'ਚ ਮੈਂ ਕਾਂਗਰਸ ਜੁਆਇਨ ਕੀਤੀ ਅਪ੍ਰੈਲ 2019 'ਚ ਲੋਕ ਸਭਾ ਦੀਆਂ ਇਲੈਕਸ਼ਨਾਂ ਵੇਲੇ, ਤਾਂ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਮੇਰੇ ਤੇ ਗੰਭੀਰ ਦੋਸ਼ ਲਾਏ ਸੀ ਵੀ ਨਾਜਰ ਸਿੰਘ ਮਾਨਸ਼ਾਹੀਏ ਨੇ ਕਾਂਗਰਸ ਜਾਣ ਲਈ 10 ਕਰੋੜ ਰੁਪਈਆ ਲਿਆ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕੀਤੀ ਹੈ। ਤੇ ਜਦੋਂ ਇਹ ਇਲਜ਼ਾਮ ਤਰਾਸ਼ੀ ਹੋਈ, ਉਹਨਾਂ ਨੇ ਕੀਤੀ, ਸਾਰੇ ਅਖਬਾਰਾਂ 'ਚ ਆਇਆ, ਮੀਡੀਆ 'ਚ ਆਇਆ, ਕਿਉਂਕਿ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਉਹਨਾਂ ਨੇ। ਤਾਂ ਮੈਨੂੰ ਵੀ ਮੇਰੇ ਦੋਸਤਾਂ ਮਿੱਤਰਾਂ ਦੇ ਫੋਨ ਆਏ, ਲਾਂਭੇ ਆਏ ਵੀ ਆਹ ਕੀ ਹੋਇਆ, ਕਿਵੇਂ ਹੋਇਆ। ਕਈਆਂ ਨੇ ਸਿੱਧੀ ਭਾਸ਼ਾ 'ਚ ਵੀ ਮੈਨੂੰ ਕਿਹਾ ਵੀ ਤੁਸੀਂ ਤਾਂ ਵਿਕ ਗਏ ਜੀ, ਕਿਸੇ ਨੇ ਕਿਹਾ ਤੁਸੀਂ ਗਦਾਰੀ ਕਰ ਲਈ ਜੀ, ਕਿਉਂਕਿ ਮੇਰੀ ਆਦਤ ਹੈ ਮੈਂ ਹਰੇਕ ਬੰਦੇ ਦਾ ਫੋਨ ਚੱਕਦਾ, ਠੀਕ ਹੈ ਨਾ ਜੀ। ਤੇ ਉਹ ਆਦਤ ਦਾ ਲੋਕਾਂ ਨੇ ਇਹ ਫਾਇਦਾ ਉਠਾਇਆ ਵੀ ਸ਼ਾਇਦ ਵੀ ਅਸੀਂ ਫੋਨ ਕਰਦੇ ਹਾਂ, ਪਤਾ ਨਹੀਂ ਕੀ ਹੋਇਆ, ਨਹੀਂ ਤਾਂ ਲੋਕ ਫੋਨ ਨਹੀਂ ਚੱਕਦੇ ਸੀ, ਸਿਚੁਏਸ਼ਨ ਫੋਨ ਬੰਦ ਕਰ ਲੈਂਦੇ ਨੇ। ਮੈਂ ਫਿਰ ਵੀ ਜਾਣੀ ਮਤਲਬ ਲੋਕਾਂ ਨੂੰ ਰਿਸਪੌਂਡ ਕਰਦਾ ਰਿਹਾ ਵੀ ਜੀ ਇਹਦੇ ਵਿੱਚ ਜੇ ਮੈਨੂੰ ਲੋਕਾਂ ਨੇ ਇਹ ਸਮਝ ਕੇ ਆਪਦਾ ਨੁਮਾਇੰਦਾ ਬਣਾਇਆ ਵੀ ਨਾਜਰ ਸਿੰਘ ਮਾਨਸ਼ਾਹੀਆ ਪੜ੍ਹਿਆ ਲਿਖਿਆ ਬੰਦਾ ਹੈ, ਤਜਰਬੇਕਾਰ ਬੰਦਾ ਹੈ, ਇਹ ਸਾਡੇ MLA ਬਣੂਗਾ ਤਾਂ ਸਾਨੂੰ ਕੋਈ ਪ੍ਰੋਪਰ ਸੇਧ ਦੇਊਗਾ, ਕੋਈ ਕੰਮ ਕਰਾਊ, ਸਾਡੇ ਕਿਸੇ ਕੰਮ ਆਊਗਾ, ਠੀਕ ਹੈ। ਤਾਂ ਮੇਰੇ ਮਨ 'ਚ ਇਹੀ ਸੀ ਵੀ ਜਦੋਂ ਅਸੀਂ ਉੱਧਰ ਤਾਂ ਇਹੋ ਜਿਹਾ ਰੌਲਾ ਆਪਸ 'ਚ ਹੀ ਜੁੰਡੋ ਜੁੰਡੀ ਹੋਈ ਜਾਂਦੇ ਹਾਂ, ਪਾਟੋ ਧਾਪੀ ਹੋ ਗਏ, ਤਾਂ ਮਾਨਸਾ ਦੇ ਲੋਕ ਮੇਰੇ ਕੋਲ ਇਹ ਆ ਕੇ ਵੀ ਸ਼ਿਕਾਇਤਾਂ ਕਰਦੇ ਸੀ। ਕੋਈ ਕਹਿੰਦਾ ਜੀ ਸਾਡੇ ਜੀ ਰਾਸ਼ਨ ਕਾਰਡ ਕੱਟਦੇ ਜੀ, ਕੋਈ ਕਹਿੰਦਾ ਸਾਡੀਆਂ ਪੈਨਸ਼ਨਾਂ ਕੱਟਤੀਆਂ ਜੀ, ਕਈ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਲੈ ਕੇ ਆਉਂਦੇ ਸੀਗੇ ਵੀ ਜੀ ਨਾ ਸਾਨੂੰ ਕੁੱਟ ਗਏ ਜੀ, ਨਾ ਸਾਡੇ 'ਤੇ ਪਰਚੇ ਦਰਜ ਕਰਾਤੇ ਜੀ। ਮੰਨ ਲਓ ਪਰਿਵਾਰ ਦਾ ਇੱਕ ਮੈਂਬਰ ਕੁੱਟਿਆ ਹੋਇਆ ਹਸਪਤਾਲ 'ਚ ਪਿਆ, ਦੂਜਿਆਂ 'ਤੇ ਪਰਚਾ ਪਾ ਕੇ ਉਹਨੂੰ ਫੜੋ ਫੜੀ ਕੀਤੀ ਹੋਈ ਹੈ, ਤਾਂ ਉਹੋ ਜਿਹੇ ਲੋਕ ਵੀ ਫਿਰ ਇੱਦਾਂ ਕਰਦੇ ਸੀ। ਅਤੇ ਜਿਹੜੀ ਇਸ ਤਰ੍ਹਾਂ ਦੀ ਰੋਜ਼ਮर्रा ਦੇ ਸ਼ਿਕਾਇਤਾਂ ਸੀ ਮੇਰੇ ਕੋਲ, ਉਹਨੂੰ ਵੀ ਮੈਂ ਧਿਆਨ 'ਚ ਰੱਖਿਆ। ਅਤੇ ਮੈਂ ਇਸ ਕਰਕੇ ਕਾਂਗਰਸ 'ਚ ਆਇਆ ਸੀ ਵੀ ਜਿਹੜੇ 3 ਸਾਲ ਰਹਿੰਦੇ ਨੇ ਵੀ ਯਾਰ ਲੋਕਾਂ ਨੇ ਮੇਰੇ 'ਤੇ ਮਾਣ ਕਰਕੇ ਮੈਨੂੰ ਆਪਦਾ ਨੁਮਾਇੰਦਾ ਬਣਾਇਆ, ਮੈਂ ਲੋਕਾਂ ਦੇ ਕੰਮ ਤਾਂ ਆ ਸਕਾਂ। ਅਤੇ ਮੈਂ ਤਾਂ ਲੋਕ ਹਿੱਤ ਸਾਹਮਣੇ ਰੱਖਿਆ ਸੀ, ਪਰ ਹੁਣ ਕੀ ਹੁੰਦਾ ਵੀ ਜਦੋਂ ਵੋਟਾਂ ਪਈਆਂ ਸੀ
ਉਦੋਂ ਵੀ 2 ਲੱਖ ਵੋਟਾਂ 'ਚੋਂ 1,73,000 ਤਾਂ ਸਾਰੀ ਪੋਲ ਹੋਈ ਸੀ। ਉਹ 'ਚੋਂ ਵੀ ਮੈਨੂੰ 7,500 ਵੋਟਾਂ ਪਈਆਂ ਸੀ। 1 ਲੱਖ ਤੋਂ ਵੱਧ ਵੋਟਾਂ ਤਾਂ ਉਦੋਂ ਹੀ ਮੇਰੇ ਵਿਰੋਧ 'ਚ ਹੀ ਸੀ। ਅਤੇ ਹੁਣ ਜਿਹੜੇ ਇਹ ਵਿਰੋਧ ਕਰਦੇ ਸੀ, ਹੁਣ ਮੈਂ ਕਿਹਨਾਂ ਨੂੰ ਸਮਝਾਂ ਵੀ 70,000 ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਸੀ, ਇਹ ਉਹ ਲੋਕ ਸੀਗੇ ਜਿਹੜੇ ਪਹਿਲਾਂ ਹੀ ਮੇਰੇ ਵਿਰੋਧੀ ਸੀ, ਲੱਖ ਤੋਂ ਉੱਤੇ ਉਹ ਸੀਗੇ। ਇਹ ਹੁਣ ਕਿਸੇ ਦੇ ਮੱਥੇ ਤਾਂ ਲਿਖਿਆ ਨਹੀਂ ਹੁੰਦਾ ਕੌਣ ਮੇਰੇ ਨਾਲ ਹੈ ਕੌਣ ਵਿਰੋਧੀ ਹੈ, ਠੀਕ ਹੈ ਨਾ ਜੀ। ਤਾਂ ਮੈਂ ਤਾਂ ਆਪਦੇ ਵੱਲੋਂ ਲੋਕ ਹਿੱਤ ਸੋਚਿਆ ਸੀ, ਮੌਕੇ ਦਾ ਹਿੱਤ। ਪਰ ਲੋਕਾਂ ਨੂੰ ਕੀ ਪਤਾ ਲੱਗਦਾ ਵੀ ਕਿਸੇ ਨੂੰ ਚੰਗਾ ਲੱਗਿਆ ਕਿਸੇ ਨੂੰ ਮਾੜਾ ਲੱਗਿਆ। ਕਈ ਲੋਕਾਂ ਨੇ ਮੈਨੂੰ ਕੰਪਲੀਮੈਂਟ ਵੀ ਕੀਤਾ ਵੀ ਬਹੁਤ ਵਧੀਆ ਫੈਸਲਾ ਲੈ ਲਿਆ, ਕਈਆਂ ਨੇ ਇਹ ਵੀ ਕਿਹਾ ਵੀ ਨਹੀਂ ਲੈਣਾ ਚਾਹੀਦਾ ਸੀ, ਆਪਦੀ ਸੱਭਿਅਕ ਭਾਸ਼ਾ 'ਚ ਮੇਰੇ ਨਾਲ ਗੱਲ ਕੀਤੀ, ਕਈਆਂ ਨੇ ਐਵੇਂ ਊਲ ਜਰੂਲ ਗੱਲਾਂ ਵੀ ਕੀਤੀਆਂ ਜਾਂ ਕੋਈ ਹੋਰ ਕੀਤਾ ਹੈ ਨਾ, ਸਾਰਾ ਜੀ ਗਾਲਾਂ ਕੱਢੀਆਂ। ਤਾਂ ਫਿਰ ਇਸ ਨੂੰ ਲੈ ਕੇ ਮੈਂ ਉਦੋਂ ਭਗਵੰਤ ਮਾਨ ਜੀ ਨੂੰ ਪ੍ਰੈਸ ਦੇ ਥਰੂ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਜੀ ਇਹ ਜਿਹੜਾ ਝੂਠ ਬੋਲਿਆ ਇਹਦਾ ਜਾਂ ਤਾਂ ਜਨਤਕ ਤੌਰ 'ਤੇ ਮਾਫੀ ਮੰਗੋ, ਪ੍ਰੈਸ 'ਚ ਹੀ ਆਵੇ ਖਬਰ ਵੀ ਮੈਥੋਂ ਗਲਤ ਕਿਹਾ ਗਿਆ ਜਾਂ ਕੋਈ ਹੋਰ ਹੈ, ਠੀਕ ਹੈ ਨਾ। ਅਤੇ ਨਹੀਂ ਤਾਂ ਫਿਰ ਮੈਂ ਤੁਹਾਡੇ 'ਤੇ ਮਾਨਹਾਨੀ ਦਾ ਕੇਸ ਕਰੂੰਗਾ। ਜਦੋਂ ਉਹਨਾਂ ਨੇ 2-3 ਮਹੀਨੇ ਕੋਈ ਗੌਲਿਆ ਨਹੀਂ ਇਸ ਚੀਜ਼ ਨੂੰ, ਕੋਈ ਰਿਸਪੌਂਸ ਨਹੀਂ ਦਿੱਤਾ, ਤਾਂ ਮੈਂ ਫਿਰ ਮਾਨਹਾਨੀ ਦਾ ਕੇਸ ਕਰਤਾ। ਜੁਲਾਈ ਦੇ ਐਂਡ 'ਚ ਕੀਤਾ ਸੀ 2019 'ਚ, ਠੀਕ ਹੈ ਨਾ। ਪਹਿਲਾਂ ਤਾਂ ਉਹਦੀਆਂ ਪ੍ਰੋਸੀਡਿੰਗ ਕੁਦਰਤੀ ਹੈ, ਕੋਰਟਸ ਐ ਤਾਂ ਸਿੱਧਾ ਤਾਂ ਐਡਮਿਟ ਕਰ ਨਹੀਂ ਲੈਂਦੀਆਂ ਕਿਸੇ ਚੀਜ਼ ਨੂੰ। ਉਹਨਾਂ ਨੇ ਆਪ ਦੀ ਕਹਿ ਲਓ ਵੀ ਐਗਜ਼ਾਮੀਨੇਸ਼ਨ ਕਰਾਈ ਪੇਪਰਸ ਦੀ, ਹੋਰ ਦੀ, ਫਿਰ ਥਾਣੇ ਨੂੰ ਵੀ ਕੇਸ ਭੇਜਿਆ, ਪੁਲਿਸ ਸਟੇਸ਼ਨ ਦੇ ਵਿੱਚ ਵੀ ਕਿਹੜੇ ਜੁਰਿਸਡਿਕਸ਼ਨ 'ਚ ਪੈਂਦਾ ਹੈ, ਅਤੇ ਉਹਨਾਂ ਤੋਂ ਰਿਪੋਰਟਾਂ ਲੈ ਕੇ ਜੋ ਵੀ ਕੋਰਟ ਦੇ ਪ੍ਰੋਸੀਜਰ ਸੀ ਕੰਪਲੀਟ ਕਰਕੇ, ਉਦੋਂ ਬਾਅਦ ਕਰੋਨੇ ਕਰਕੇ ਡੇਟਾਂ ਡੂਟਾਂ ਲੰਬੀਆਂ ਵੀ ਪੈਂਦੀਆਂ ਰਹੀਆਂ। ਤਾਂ ਦਸੰਬਰ 2020 'ਚ ਉਹਨਾਂ ਨੂੰ ਮਾਨਹਾਨੀ ਦਾ ਜਿਹੜਾ ਸੀ ਇਹ ਆਪਣਾ ਨੋਟਿਸ ਜਾਰੀ ਕਰਤਾ ਸੀਗਾ, ਠੀਕ ਹੈ ਨਾ। ਸੰਮਨ ਜਾਰੀ ਕਰਤੇ ਸੀ ਜਿਹੜੇ ਬੰਦਿਆਂ ਨੂੰ ਮੈਂ ਬਣਾਇਆ ਸੀ ਪਾਰਟੀ। 4 ਪੱਤਰਕਾਰ ਸੀਗੇ ਜਿਨ੍ਹਾਂ ਨੇ ਖਬਰਾਂ ਭੇਜੀਆਂ ਸੀ ਸੰਗਰੂਰ ਤੋਂ, ਅਤੇ 4 ਉਸੇ ਅਖਬਾਰ ਦੇ ਐਡੀਟਰ ਸੀਗੇ। ਉਹਨਾਂ 'ਚੋਂ ਬਹੁਤਿਆਂ ਨੇ ਆਪਦਾ ਇੱਥੇ ਪੇਸ਼ ਹੋ ਕੇ ਜ਼ਮਾਨਤਾਂ ਵੀ ਕਰਾ ਲਈਆਂ, ਠੀਕ ਹੈ ਨਾ ਜੀ। ਅਤੇ ਉਸ ਸੰਬੰਧ ਦੇ ਵਿੱਚ ਹੀ ਭਗਵੰਤ ਮਾਨ ਜੀ ਦੇ ਸੰਮਨ ਸਟੈਂਡ ਕਰਦੇ ਸੀ ਕੋਰਟ ਵੱਲੋਂ ਜਾਰੀ ਕੀਤੇ ਹੋਏ, ਅਤੇ ਉਹ ਸੰਮਨਾਂ ਦੀ ਤਮੀਲ ਕਰਕੇ ਕੱਲ੍ਹ ਉਹਨਾਂ ਨੇ ਇੱਥੇ ਹਾਜ਼ਰ ਹੋਏ ਨੇ। ਅਤੇ ਹਾਜ਼ਰ ਹੋ ਕੇ ਜੋ ਪ੍ਰੋਸੀਜਰ ਹੁੰਦਾ ਉਹਦੇ ਮੁਤਾਬਕ ਉਹਦੀ ਜ਼ਮਾਨਤ ਦੀ ਐਪਲੀਕੇਸ਼ਨ ਦੇ ਕੇ ਜ਼ਮਾਨਤ ਵੀ ਕਰਾ ਲਈ ਹੈ। ਮਾਨਯੋਗ ਅਦਾਲਤ ਨੇ ਅਗਲੀ ਡੇਟ ਹੈ ਜਿਹੜੀ ਇਸ ਕੇਸ 'ਚ ਉਹ 5 ਦਸੰਬਰ ਹੁਣ ਫਿਕਸ ਕੀਤੀ ਹੈ। ਇਸ ਕਰਕੇ ਕੱਲ੍ਹ ਭਗਵੰਤ ਮਾਨ ਜੀ ਇੱਥੇ ਆਏ ਸੀ, ਹੋਰ ਕੋਈ ਨਹੀਂ ਸੀ। ਆਮ ਆਦਮੀ ਪਾਰਟੀ ਦਾ ਇਤਿਹਾਸ ਆ ਕਿ ਉਹ ਜਲਦ ਮਾਫੀ ਮੰਗ ਲੈਂਦੀ ਆ। ਜੇ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣਗੇ ਤੁਸੀਂ ਉਹਨੂੰ ਮਾਫ ਕਰ ਦੇਵੋਗੇ? ਪਰਮੀਤ ਜੀ ਇਸ ਤਰ੍ਹਾਂ ਹੁੰਦਾ ਹੈ ਵੀ ਮਾਫੀ ਮੰਗਣ ਲਈ ਨਾ ਕੁਛ, ਜੇ ਤੁਹਾਡੀ ਲੜਾਈ ਵੀ ਹੋ ਜੇ ਨਾ, ਆਪਣਾ ਉਹ ਵੀ ਇੱਕ ਦੂਜੇ ਨਾਲ ਕੋਈ ਧੱਕਾ ਮੁੱਕੀ ਹੋ ਜਾਈਏ, ਕਦੇ ਆਪਾਂ ਵਿੱਚ ਵੱਜ ਜਾਈਏ ਹੋਰ ਹੈ, ਤਾਂ ਆਪਾਂ ਪਹਿਲੇ ਸੱਟੇ ਆਪਾਂ ਕਹਿੰਦੇ ਹਾਂ ਜੇ ਸੌਰੀ, ਤਾਂ ਦੂਜਾ ਕਹਿੰਦਾ ਕੋਈ ਗੱਲ ਨਹੀਂ ਜੀ, ਠੀਕ ਹੈ ਨਾ ਜੀ। ਜੇ ਆਪਾਂ ਕਹਿ ਦਈਏ ਤੂੰ ਮੇਰੇ 'ਚ ਵੱਜਿਆ ਤਾਂ ਫਿਰ ਕੁਦਰਤੀ ਦੂਜਾ ਵੀ ਕਹਿ ਦਿੰਦਾ ਫਿਰ ਤੂੰ ਕੀ ਵੱਜਣਾ ਵਿੱਚ। ਅਤੇ ਜੇ ਹੁਣ ਕੱਲ੍ਹ ਉਹ ਆਏ ਨੇ, ਉਹਨਾਂ ਦੀ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਬਿਨਾਂ ਗੱਲ ਤੋਂ ਮੇਰੇ 'ਤੇ ਫਿਰ ਉਹ ਗੰਭੀਰ ਦੋਸ਼ ਜੇ ਲਾ ਗਏ, ਉਹੀ ਲਹਿਜਾ ਬੜਾ ਗੁੱਸੇ ਵਾਲਾ ਸੀ, ਲਹਿਜਾ ਉਸ ਤਰ੍ਹਾਂ ਦਾ। ਅਤੇ ਫਿਰ ਮੈਨੂੰ ਇੱਕ ਚੀਜ਼ ਦੱਸੋ ਵੀ ਫਿਰ ਮੈਂ ਵੀ ਤਾਂ ਆਫਟਰ ਆਲ ਯਾਰ ਕੁਆਲੀਫਾਈਡ ਬੰਦਾ, ਮੈਂ ਕਲਾਸ 1 ਆਫਿਸਰ ਐਜ਼ ਰਿਟਾਇਰ ਹੋਇਆ, ਅਤੇ ਨਾਲ ਹੁਣ MLA ਵੀ ਰਹਿ ਚੁੱਕਿਆ। ਅਤੇ ਫਿਰ ਮੈਂ ਉਹਨਾਂ ਨੂੰ ਜਾ ਕੇ ਕਹਾਂ ਵੀ ਤੁਸੀਂ ਮੈਥੋਂ ਮਾਫੀ ਮੰਗ ਲਓ ਜੀ, ਮੈਂ ਤੁਹਾਨੂੰ ਮਾਫੀ ਦੇਣ ਨੂੰ ਤਿਆਰ ਹਾਂ। ਅਤੇ ਉਹ ਤਾਂ ਮੈਂ ਪਹਿਲੇ ਪੇਪਰ 'ਚ ਹੀ ਕਹਿ ਤਾ ਸੀ ਵੀ ਤੁਸੀਂ ਜੀ ਤੁਹਾਨੂੰ ਇਹ ਜਨਤਕ ਮਾਫੀ ਮੰਗਣੀ ਚਾਹੀਦੀ ਹੈ, ਇਹ ਸੌਰੀ ਫੀਲ ਕਰਨੀ ਚਾਹੀਦੀ ਹੈ ਵੀ ਤੁਸੀਂ ਮੇਰੇ 'ਤੇ ਗਲਤ ਇਲਜ਼ਾਮ ਲਾਏ ਨੇ, ਝੂਠ ਬੋਲਿਆ ਤੁਸੀਂ। ਅਤੇ ਉਹ ਉਦੋਂ ਮੰਗ ਲੈਂਦੇ ਅਤੇ ਆਪਾਂ ਨੂੰ ਕੋਰਟ 'ਚ ਜਾਣ ਦੀ ਕੀ ਲੋੜ ਸੀ। ਕੋਰਟ 'ਚ ਵੀ 3 ਸਾਲ 3.5 ਸਾਲ ਹੋ ਗਏ ਹੁਣ ਪ੍ਰੋਸੀਡਿੰਗ ਚਲਦੀਆਂ ਨੂੰ। ਉਹ ਕਿਸੇ ਸਟੇਜ 'ਤੇ ਕਹਿ ਦਿੰਦੇ ਵੀ ਚਲੋ ਛੱਡੋ ਯਾਰ ਕੋਈ ਗੱਲ ਨਹੀਂ, ਹੋ ਜਾਂਦਾ ਹੈ, ਮੈਥੋਂ ਗਰਮੀ 'ਚ ਕਿਹਾ ਗਿਆ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਉਹਨਾਂ ਨੇ ਕਹਿ ਤਾ ਵੀ ਹਾਂ ਭਾਈ ਮੈਥੋਂ ਗਲਤੀ ਹੋ ਗਈ, ਕੋਈ ਗੱਲ ਨਹੀਂ। ਹੋਰ ਮੈਂ ਕੋਈ ਉਹਨਾਂ ਤੋਂ ਕੋਈ ਐਸੀ ਵੀ ਲੱਤ ਏਟ ਦੀ ਲਾਉਣਾ ਸੀ। ਇੱਕ ਸ਼ਬਦ ਹੀ ਹੁੰਦੇ ਨੇ 2 ਜਿਹੜਾ ਬੰਦਾ ਕਹਿ ਦਿੰਦਾ ਜਾਂ ਕੋਈ ਹੋਰ ਹੈ। ਪਰ ਉਹਨਾਂ ਨੇ ਇੱਥੇ ਆ ਕੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ 'ਚ ਫਿਰ ਉਹ ਮੇਰੇ 'ਤੇ ਬੇਤੁਕੇ ਇਲਜ਼ਾਮ ਲਾ ਗਏ ਨੇ, ਬੇਤੁਕੀਆਂ ਗੱਲਾਂ ਕਰ ਗਏ ਨੇ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਬਣਦਾ ਇਸ ਕੇਸ ਨਾਲ। ਜਾਂ ਤਾਂ ਉਹ ਇਸੇ ਕੇਸ 'ਤੇ ਕੋਈ ਕਮੈਂਟ ਕਰ ਜਾਂਦੇ ਫਿਰ ਵੀ ਸੀ। ਮਾਨਸਾ ਆਏ ਸੀ, ਮਾਨਸਾ ਦੀ ਕੇਸ ਸਮੱਸਿਆ 'ਤੇ ਕਮੈਂਟ ਕਰ ਲੈਂਦੇ। ਬੇਸ਼ੱਕ ਉਹ ਐਂ ਕਹਿ ਦਿੰਦੇ ਵੀ ਆਹ ਕੰਮ ਨਾਜ਼ਰ ਸਿੰਘ ਦੀ ਜ਼ਿੰਮੇਵਾਰੀ ਸੀ, ਉਹਨੂੰ ਕਰਾਉਣਾ ਬਣਦਾ ਸੀ, ਉਹਨੇ ਨਹੀਂ ਕਰਾਇਆ, ਉਹੀ ਕਰ ਜਾਂਦੇ, ਤਾਂ ਵੀ ਆਪਾਂ ਕਹਿ ਦਿੰਦੇ ਵੀ ਹਾਂ ਗੱਲ ਤਾਂ ਠੀਕ ਕਰਕੇ ਗਿਆ। ਪਰ ਗੱਲ ਤਾਂ ਇਹ ਹੈਗੀ ਹੈ ਵੀ ਜੋ ਕੁਛ ਉਹ ਕਰਕੇ ਗਏ, ਕਿ ਇੱਕ ਮੁੱਖ ਮੰਤਰੀ ਦੇ ਮੂੰਹੋਂ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ। ਇਸ ਕਰਕੇ ਹੁਣ ਇਹ ਦੱਸੋ ਵੀ ਜੇ ਤੁਹਾਡੀ ਇਸ ਗੱਲ ਦਾ ਮੈਂ ਕੋਈ ਜਵਾਬ ਦੇ ਸਕਦਾ ਵੀ ਹਾਂ ਜੀ ਮੰਗ ਲਾਂਗੇ ਜੀ, ਮੰਗ ਲੈਣ ਮਾਫੀ ਅਤੇ ਅਸੀਂ ਮਾਫ ਕਰ ਦਾਂਗੇ ਜਾਂ ਕੋਈ ਹੋਰ ਹੈ। ਇਹ ਤਾਂ ਹੁਣ ਜੇ ਜਿਸ ਤਰੀਕੇ ਦੀ ਉਹਨਾਂ ਦੀ ਭੂਸ਼ਾ ਹੁਣ ਤੱਕ ਮੈਂ ਦੇਖੀ ਹੈ, ਉਹਦੇ ਮੁਤਾਬਕ ਤਾਂ ਇਹ ਹੈ। ਮੈਂ ਮਾਨਯੋਗ ਅਦਾਲਤ 'ਚ ਕੇਸ ਫਾਈਲ ਕੀਤਾ ਹੈ, ਮਾਨਯੋਗ ਅਦਾਲਤ ਕੱਲ੍ਹ ਨੂੰ ਕੋਈ ਵੀ ਫੈਸਲਾ ਕਰਦੇ ਮਨਜ਼ੂਰ ਹੈ। ਕਿਉਂ ਲਵਾਂਗੇ ਯਾਰ? ਹੁਣ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ, ਤਾਂ ਮੈਨੂੰ ਮਾਫੀ ਮੰਗਣੀ ਚਾਹੀਦੀ ਹੈ, ਉਹਨੂੰ ਮੰਗਣੀ ਚਾਹੀਦੀ ਹੈ ਜਾਂ ਮੈਨੂੰ ਦੇਣੀ ਚਾਹੀਦੀ ਹੈ? ਇਸ ਤਰ੍ਹਾਂ ਦੀ ਕੋਈ ਗੱਲ ਫਿਰ ਕੋਈ ਕੁਐਸਚਨ ਹੀ ਨਹੀਂ ਰਾਈਜ਼ ਹੁੰਦਾ।
ਇਹ ਤਾਂ ਮਾਫੀ ਦੇਣ ਲਈ ਲੈਣ ਲਈ ਤਾਂ ਜਾਂ ਕੋਈ ਹੋਰ ਹੈ ਉਸ ਤਰ੍ਹਾਂ ਦੀ ਉਹਨਾਂ ਵੱਲੋਂ ਕੋਈ ਪ੍ਰਪੋਜ਼ਲ ਕੋਈ ਉਸ ਤਰ੍ਹਾਂ ਦੀ ਬੋਡੀ ਲੈਂਗੁਏਜ ਹੋਵੇ ਉਹਨਾਂ ਦੀ ਕੋਈ ਭਾਸ਼ਾ ਹੋਵੇ ਫੇਰ ਹੀ ਹੈ ਨਾ। ਕੁਛ ਨਾ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ। ਮੈਂ ਇਹ ਸਮਝਦਾ ਜਿਹੜੀ ਕੋਈ ਸਮਝੌਤੇ ਦੇ ਵਿੱਚ ਵਿਚੋਲਿਆਂ ਦੀ ਲੋੜ ਪੈਂਦੀ ਹੈ, ਸਮਝੌਤਾ ਵਾਲੇ ਤਾਂ ਚੱਲਦਾ ਨਹੀਂ ਹੁੰਦਾ। ਇਹ ਤਾਂ ਆਪਣੇ ਆਪ ਹੀ ਸਮਝੌਤੇ ਹੋ ਜਾਂਦੇ ਨੇ। ਜੇ ਕੋਈ ਆਪਸ ਦੀ ਤੁਹਾਡੀ ਕੋਈ ਰੰਜਿਸ਼ ਹੈ ਕਿਸੇ ਨਾਲ, ਤੁਸੀਂ ਬੈਠ ਕੇ ਗੱਲ ਕਰ ਲਈ, ਜਾਂ ਜੋ ਤੁਸੀਂ ਵਿਚਰਦੇ ਹੋ ਸਮਾਜ ਦੇ ਵਿੱਚ ਤੁਸੀਂ ਉਹਦੇ ਬਾਰੇ ਹੋਰ ਕੋਈ ਗਲਤ ਗੱਲ ਨਹੀਂ ਕਰਦੇ ਜਾਂ ਕੋਈ ਹੋਰ ਹੈ, ਤਾਂ ਹੌਲੀ ਹੌਲੀ ਆਪਣੇ ਆਪ ਹੀ ਨਿੜਤਾ ਹੋ ਜਾਂਦੀ ਹੈ। ਪਰ ਕੱਲ੍ਹ ਨੂੰ ਇਸ ਤਰ੍ਹਾਂ ਕਹਿਣਾ ਸੀ ਕਿ ਸਾਨੂੰ ਮਾਣਾ ਨੇ ਕੇਸ ਪਾ ਕੇ ਦਬਾਇਆ ਜਾ ਰਿਹਾ। ਜੇ ਉਹ ਨਾਜ਼ਰ ਸਿੰਘ ਦੀ ਮਾਨਹਾਨੀ ਦੇ ਕੇਸ ਨੂੰ ਇਹ ਸਮਝਦੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਮੇਰੇ ਖਿਆਲ 'ਚ ਉਹਨਾਂ ਦਾ ਨਾ ਐਵੇਂ ਲੋਕਾਂ 'ਚ ਗਲਤ ਪ੍ਰਚਾਰ ਕਰਨਾ ਹੈ। ਦਬਾਅ ਤਾਂ ਲੋਕਾਂ ਨੂੰ ਉਹਨਾਂ ਨੂੰ ਸੰਗਰੂਰ 'ਚ ਦਿੱਤਾ ਹੀ, ਉਹ ਇਸ ਕਰਕੇ ਨਹੀਂ ਵੀ ਉਹਨਾਂ 'ਤੇ ਮਾਨਹਾਨੀ ਦੇ ਕੇਸ ਹੋਏ ਨੇ ਜਾਂ ਨਾਜ਼ਰ ਸਿੰਘ ਨਾਲ ਮਾਨਹਾਨੀ ਦਾ ਕੇਸ ਕਰਤਾ ਹੈ ਸੰਗਰੂਰ ਵਾਲਿਆਂ ਨੇ, ਇਸ ਕਰਕੇ ਹਰਾਇਆ ਵੀ ਨਾਜ਼ਰ ਸਿੰਘ ਦੇ ਅਗੇਂਸਟ ਤੂੰ ਇਹ ਕਿਹਾ। ਉਹੀ ਸੰਗਰੂਰ ਵਾਲਿਆਂ ਨੇ ਜਿਹਨਾਂ 9 ਸੀਟਾਂ ਦੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਭਾਰੀ ਬਹੁਮਤ ਨਾਲ ਵਿਧਾਨ ਸਭਾ 'ਚ ਭੇਜਿਆ 9 ਦੇ 9 ਹਲਕਿਆਂ 'ਚ। ਅਤੇ ਫਿਰ ਕੀ ਗੱਲ ਸੀ 3 ਮਹੀਨਿਆਂ ਬਾਅਦ ਹੀ ਹੇਜ ਪਿਆਜ਼ ਲੋਕਾਂ ਦਾ ਲੈ ਗਿਆ ਜਿਹੜਾ ਉਹਨਾਂ ਨੂੰ ਹਰਾ ਕੇ ਰੱਖਤਾ, ਮਾਂਜ ਕੇ ਰੱਖਤਾ। ਠੀਕ ਹੈ, ਕੋਈ ਹਵਾ ਵਾਲੀ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਵੀ ਜੀ ਹਵਾ ਚੱਲ ਗਈ ਜਾਂ ਕੋਈ ਹੋਰ ਕੀਤਾ, ਹੁਣ ਕੰਪੀਟੀਸ਼ਨ ਦੇ ਵਿੱਚ ਜਮਾਂ ਹਾਰ ਗਏ। ਇੱਕ ਉਹਨਾਂ ਗੱਲ ਇਹ ਵੀ ਕਹੀ ਸੀ ਕਿ ਮੇਰੇ ਜਿੱਤਣ ਦੇ ਨਾਲ ਕਾਂਗਰਸ ਦੀ ਹਾਨੀ ਹੋਈ ਆ, ਤਾਂ ਕਰਕੇ ਹਰਦੇਖ ਵਾਲੀ ਕਾਰਵਾਈ ਕੀਤੀ ਜਾ ਰਹੀ ਆ। ਨਹੀਂ, ਦੇਖੋ ਮੇਰੀ ਗੱਲ ਸੁਣੋ, ਮਾਨਹਾਨੀ ਦਾ ਮੁਕੱਦਮਾ ਤਾਂ ਮੈਂ ਜੁਲਾਈ 2019 'ਚ ਕਰਤਾ ਸੀ। ਉਦੋਂ ਤਾਂ ਸਰਕਾਰ ਕਾਂਗਰਸ ਦੀ ਸੀ ਨਾ। ਉਦੋਂ ਬਾਅਦ ਤਾਂ ਉਸੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ 8 ਸੀਟਾਂ ਕਾਂਗਰਸ ਨੇ ਜਿੱਤੀਆਂ ਸੀ ਨਾ। ਉਸ ਵੇਲੇ ਤੱਕ ਇਹਨਾਂ ਨੇ ਬਥੇਰਾ ਪ੍ਰਚਾਰ ਕੀਤਾ ਸੀ ਵੀ ਲੁੱਟ ਖਸੁੱਟ ਕੀਤੀ ਹੋਈ ਹੈ ਜੀ, ਐਂ ਕੀਤਾ ਹੈ ਜੀ, ਨਸ਼ੇ ਨੇ ਜੀ, ਨਸ਼ਿਆਂ 'ਤੇ ਕਾਬੂ ਨਹੀਂ ਪਾਇਆ ਜੀ, ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਉਸੇ ਕੈਪਟਨ ਨੂੰ ਲੋਕਾਂ ਨੇ 8 ਸੀਟਾਂ ਦਿੱਤੀਆਂ। ਤਾਂ ਫਿਰ ਅਸੀਂ ਇਹ ਕਹੀਏ ਵੀ ਇਹਨਾਂ ਦੀ ਮਾਨਹਾਨੀ ਕੀਤੀ ਸੀ ਲੋਕਾਂ ਨੇ ਉਹਨਾਂ, ਜਾਂ ਹੁਣ ਇਹ ਕਹੀਏ ਵੀ ਜਿਹੜਾ ਭਗਵੰਤ ਮਾਨ ਨੂੰ ਕਾਰ ਦੀ ਸ਼ੀਸ਼ ਬਾਰੀ 'ਚ ਲਟਕਾਈ ਫਿਰਦੇ ਸੀ ਉਦੋਂ ਪੰਜਾਬੀਆਂ ਦੀ ਮਾਨਹਾਨੀ ਨਹੀਂ ਹੋਈ ਜਾਂ ਇਹਦੀ ਮਾਨਹਾਨੀ ਨਹੀਂ ਹੋਈ, ਜਾਂ ਜਿੱਦੇ ਰਿਜ਼ਲਟ ਨਿਕਲਿਆ ਉਦੋਂ ਨਹੀਂ ਪਤਾ ਲੱਗਿਆ ਵੀ ਮਾਨਹਾਨੀ ਹੋਈ ਆ ਕਿ ਮਾਨ ਕੀਤਾ ਲੋਕਾਂ ਨੇ ਇਹਨਾਂ ਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੇਤੁਕੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਹ ਕਈ ਵਾਰੀ ਵਰਕਰ ਲੈਵਲ 'ਤੇ ਕਿਸੇ ਨੇ ਕੋਈ ਮਾੜਾ ਮੋਟਾ ਕਹਿ ਤਾ, ਹੋਰ ਕਰਤਾ, ਇਹ CM ਦੇ ਸਟੇਟਸ ਦੇ ਬੰਦੇ ਨੂੰ ਤਾਂ ਜਮੇ ਸ਼ੋਭਾ ਨਹੀਂ ਦਿੰਦੀਆਂ। ਠੀਕ ਹੈ, ਨਹੀਂ ਦੀ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ। ਉਹਨਾਂ ਨੂੰ ਹੁਣ ਲੋਕਾਂ ਨੇ ਜੇ ਉਹ ਕਹਿੰਦੇ ਵੀ ਮੈਨੂੰ ਮਾਣ ਬਖਸ਼ਤਾ ਹੈ ਮੁੱਖ ਮੰਤਰੀ ਬਣਾ ਕੇ, ਫਿਰ ਉਹ ਮਾਣ ਲੋਕਾਂ ਦਾ ਰੱਖੇ। ਹੁਣ ਲੋਕਾਂ ਦੇ ਕੰਮ ਕਰਕੇ ਜਿਹੜੇ ਵਾਅਦੇ ਕੀਤੇ ਹੈ, ਜਿਹੜੇ ਉਹਨਾਂ ਨੇ ਕਿਸਾਨਾਂ ਨਾਲ ਕਿਹਾ ਸੀ 5 ਮਿੰਟਾਂ 'ਚ MSP, ਠੀਕ ਹੈ ਜੀ। ਦੂਜਾ, ਜਿੰਨੇ ਮੁਲਾਜ਼ਮ ਕੱਚੇ ਹੈ ਪੱਕੇ ਆ ਟੈਂਕੀਆਂ 'ਤੇ ਨਹੀਂ ਚੜ੍ਹਨਗੇ, ਕਿਸੇ ਨੂੰ ਧਰਨੇ ਨਹੀਂ ਲਾਉਣੇ ਪੈਣਗੇ, ਸਟ੍ਰਾਈਕਾਂ ਨਹੀਂ ਕਰਨੀਆਂ ਪੈਣਗੀਆਂ, ਸੜਕਾਂ ਨੇ, ਅਤੇ 6 ਮਹੀਨਿਆਂ ਦੇ ਵਿੱਚ ਸਾਰਾ ਕੁਛ ਫਿਰ ਕਰਤਾ। ਕੁਛ ਉੱਧਰ ਪਾਸੇ ਨੂੰ ਤੁਰੇ ਹੋਏ ਨੇ। ਕਿਸਾਨਾਂ ਨੇ ਘਰਾਓ ਕੀਤਾ ਹੋਇਆ ਉੱਥੇ ਰੋਜ਼, ਜਿਹੜਾ ਇਹ ਪਹਿਲਾਂ ਕਿਸੇ ਦੇ ਲਾਠੀ ਚਾਰਜ ਹੁੰਦਾ ਸੀ ਉਹਦੀ ਨਿੰਦਾ ਕਰਦੇ ਸੀ। ਬਲਕਿ ਮਜ਼ੇ ਦੀ ਗੱਲ ਤਾਂ ਇਹ ਹੈ ਵੀ ਜਿਹੜਾ DSP ਮਾਨਸਾ ਟੀਚਰਾਂ 'ਤੇ ਲਾਠੀ ਚਾਰਜ ਕਰਕੇ ਗਿਆ ਸੀ, ਨਾਜ਼ਰ ਸਿੰਘ ਦਾ ਉਸੇ ਦਿਨ ਆਪਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਹਿਤਾ ਸੀ ਵੀ ਆਪਾਂ ਨੂੰ ਇਹਨਾਂ 'ਤੇ ਐਕਸ਼ਨ ਲੈਣਾ ਬਣਦਾ। ਵਾਇਰਲ ਹੋਈ ਸੀ ਚਿੱਠੀ, ਉਹ ਸਭ ਨੂੰ ਪਤਾ। ਪਰ ਇਹਨਾਂ ਨੇ ਉਸੇ DSP ਨੂੰ ਫਿਰ ਨਾਲ ਲਾਇਆ ਹੋਇਆ। ਇਹ ਲੋਕਾਂ ਦੀ ਮਾਣਹਾਨੀ ਨਹੀਂ, ਇਹ ਮਾਨਵਤਾ ਹੈ ਉਹਨਾਂ ਦਾ, ਟੀਚਰਾਂ ਦਾ। ਜਿਹੜਾ ਇਹ ਕੱਲ੍ਹ ਕਹਿ ਕੇ ਗਏ ਨੇ ਵੀ ਲੋਕਾਂ ਦੀ ਮਾਨਹਾਨੀ ਨਾਜ਼ਰ ਸਿੰਘ ਨੇ ਕੀਤੀ, ਮਾਨਹਾਨੀ ਤਾਂ ਇਹਨਾਂ ਨੇ ਕੀਤੀ। ਮੈਨੂੰ ਇੱਕ ਚੀਜ਼ ਦੱਸੋ ਪਰਮੀਤ ਜੀ, 2017 ਤੋਂ ਪਹਿਲਾਂ ਇਹ ਮਾਹੌਲ ਬਣ ਗਿਆ ਸੀਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਪੰਜਾਬ 'ਚ, ਠੀਕ ਹੈ। ਤਾਂ ਫਿਰ ਸੁੱਚਾ ਸਿੰਘ ਛੋਟੇਪੁਰ ਨੂੰ ਜਿਹੜਾ ਫਿਲਮਜ਼ੀ ਗਰਾਊਂਡ 'ਤੇ ਪਾਰਟੀ 'ਚੋਂ ਕੱਢਿਆ ਗਿਆ ਬਿਨਾਂ ਕਿਸੇ ਨੋਟਿਸ ਦਿੱਤੇ, ਅਤੇ ਸਰਕਾਰ ਬਣਨ ਤੋਂ ਰਹਿ ਗਈ ਪੰਜਾਬ 'ਚ, ਤਾਂ ਉਹਦੇ ਲਈ ਕੌਣ ਜਿਹੜੀ ਮਤਲਬ ਕਿ ਜ਼ਿੰਮੇਵਾਰ ਹੈ? ਕੀ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਹੈ ਜਿਹਨੇ ਉਹ ਸਟਿੰਗ ਕਰਾਇਆ ਸੀ? ਅਤੇ ਮਾਨਹਾਨੀ ਪੰਜਾਬ ਦੇ ਲੋਕਾਂ ਦੀ ਹੋਈ ਨਹੀਂ ਉਦੋਂ। ਅਤੇ ਉਦੋਂ ਬਾਅਦ 5 ਸਾਲ ਇਹ ਗਾਲਾਂ ਕੱਢੀ ਗਏ ਨੇ ਕਾਂਗਰਸ ਨੂੰ ਜੀ, ਲੁੱਟ ਲਿਆ ਜੀ, ਇਹ ਕਰ ਲਿਆ ਜੀ, ਕੁੱਟ ਲਿਆ ਜੀ। ਅਤੇ ਫਿਰ ਉਹ ਮੌਕਾ ਕਿਹਨੇ ਦਿੱਤਾ ਸੀ ਕਾਂਗਰਸ ਨੂੰ? ਮੌਕਾ ਤਾਂ ਇਹਨਾਂ ਦੇ ਪੈਰੋਂ ਹੀ ਮਿਲਿਆ ਸੀ ਨਾ। ਬਿਲਕੁਲ ਤੁਸੀਂ ਰਾਈਟ ਕੁਐਸਚਨ ਕੀਤਾ, ਜਣੀ ਰਾਈਟ ਗੱਲ ਦੱਸੀ ਹੈ। ਫੂਲਕਾ ਸਾਹਿਬ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲੱਗਿਆ ਹੋਇਆ ਸੀ ਇਹਨਾਂ ਦਾ। ਗੁਰਵਿੰਦਰ ਸਿੰਘ ਕੰਗ ਜਿਹੜੇ ਕਿਸਾਨ ਵਿੰਗ ਦੇ ਪ੍ਰਧਾਨ ਸੀਗੇ, ਉਹਨਾਂ ਨੂੰ ਹਰਾ ਹੀ ਦਿੱਤਾ ਬਾਘੇ ਪੁਰਾਣੇ ਤੋਂ, ਠੀਕ ਹੈ। ਜਿਨ੍ਹਾਂ ਦਾ ਨਾਂ ਵੀ ਫੂਲਕਾ ਸਾਹਿਬ ਨਾਲ ਮਾੜਾ ਮੋਟਾ ਜੁੜਿਆ ਹੋਇਆ ਸੀਗਾ, ਉਹਨਾਂ ਨੂੰ ਪੂਰੀ ਹਰਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਫਿਰ ਉਹ ਕਿਹਦੀ ਮਾਨਹਾਨੀ ਸੀ? ਪੰਜਾਬ ਦੇ ਲੋਕਾਂ ਦੀ ਕਿ ਪਾਰਟੀ ਦੀ, ਜਿਨ੍ਹਾਂ ਨੇ ਉਮੀਦ ਲਾਈ ਹੋਈ ਸੀ ਆਮ ਆਦਮੀ ਪਾਰਟੀ ਤੋਂ?
ਠੀਕ ਹੈ। ਇਹਨਾਂ ਨੇ ਬਲਕਿ ਇੱਥੋਂ ਨਹੀਂ, ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਸ਼ੁਰੂ ਹੋ ਜਾਓ ਤੁਸੀਂ ਥੱਲੇ ਤੱਕ, ਜੀ ਉਹ ਲੋਕ ਕੱਢ ਕੇ ਫਿਰ ਕਿਹਦੀ ਮਾਨਹਾਨੀ ਕੀਤੀ ਹੈ। ਮੇਰੇ ਤਾਂ ਉਹ ਕਹਿ ਗਏ ਵੀ 1.5 ਲੱਖ ਲੋਕਾਂ ਨੇ ਵੋਟਾਂ ਪਾਈਆਂ ਸੀ ਜੀ, ਉਹਨਾਂ ਦਾ ਨੁਮਾਇੰਦਾ ਸੀ ਜੀ, ਅਤੇ ਉਹਨਾਂ ਦੀ ਮਾਨਹਾਨੀ ਕਰਤੀ ਜੀ ਨਾਜਰ ਸਿੰਘ ਨੇ, ਠੀਕ ਹੈ ਨਾ ਜੀ। ਅਤੇ ਡਾਕਟਰ ਧਰਮਵੀਰ ਗਾਂਧੀ ਨੂੰ ਲੋਕਾਂ ਨੇ ਵੋਟਾਂ ਪਾਏ ਤੋਂ ਬਿਨਾਂ ਚੁਣਿਆ ਸੀ, ਉਹਨੂੰ ਤਾਂ ਲੋਕ ਸਭਾ ਚੋਂ ਜਿਹੜੀ MP ਬਣਾਇਆ ਸੀ ਨਾ, ਲੋਕ ਸਭਾ ਹਲਕੇ ਚੋਂ ਪਟਿਆਲੇ ਤੋਂ, ਠੀਕ ਹੈ। ਆਖਰੀ ਮੂਵਮੈਂਟ ਅਤੇ ਉਹਨੂੰ ਆ ਕੇ ਜਿਹੜੀ ਇਹਨਾਂ ਨੇ ਕੱਢਿਆ ਨਾ, ਜੀ ਠੀਕ ਹੈ। ਅਤੇ ਫਿਰ ਉਹ ਪਟਿਆਲੇ ਦੇ ਇੰਨੇ ਲੱਖ ਲੋਕਾਂ ਦੀ ਜਿਨ੍ਹਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਵੋਟਾਂ ਪਾ ਕੇ MP ਬਣਾਇਆ ਸੀ, ਉਹਨਾਂ ਦੀ ਮਾਨਹਾਨੀ ਕਿਹਨੇ ਕੀਤੀ ਸੀ? ਕੇਜਰੀਵਾਲ ਨੇ ਕੀਤੀ, ਭਗਵੰਤ ਮਾਨ ਨੇ ਕੀਤੀ ਸੀ, ਕਿਹਨੇ ਕਹਿ ਕੇ ਕਰਾਈ ਸੀ? ਇਹ ਉਦੋਂ ਬੋਲਿਆ ਵੀ ਆਪਣਾ ਗਾਂਧੀ ਜੀ ਨੂੰ ਆਪਾਂ ਕਿਉਂ ਕੱਢ ਰਹੇ ਹਾਂ, ਉਹਨੂੰ ਰੱਖਣਾ ਚਾਹੀਦਾ ਵਿੱਚ। ਇਹਨਾਂ ਨੇ ਬਲਕਿ ਵਿੱਚ 8 ਮੈਂਬਰੀ ਕਮੇਟੀ ਬਣੀ ਸੀ ਪੰਜਾਬ ਲਈ, ਜਿਹਦਾ ਛੋਟੇਪੁਰ ਜੀ ਨੂੰ ਬਾਅਦ 'ਚ ਕਨਵੀਨਰ ਲਾਤਾ ਸੀ। ਡਾਕਟਰ ਦਲਜੀਤ ਸਿੰਘ ਆਈ ਸਪੈਸ਼ਲਿਸਟ ਅੰਮ੍ਰਿਤਸਰ, ਉਹ ਛੋਟੀ ਮੋਟੀ ਹਸਤੀ ਨੇ, ਜਿਨ੍ਹਾਂ ਲੋਕਾਂ ਦਾ ਕਦੇ ਉਹਨਾਂ ਨਾਲ ਵਾਹ ਪਿਆ, ਉਹ ਉਹਨਾਂ ਨੂੰ ਰੱਬ ਦਾ ਰੂਪ ਸਮਝਦੇ ਨੇ। ਹੁਣ ਤਾਂ ਚਲੋ ਵਿਚਾਰੇ ਇਸ ਦੁਨੀਆ 'ਚ ਨਹੀਂ ਰਹੇ, ਅਤੇ ਉਹੋ ਜਿਹੇ ਬੰਦੇ ਨੂੰ ਇਹਨਾਂ ਨੇ ਘਟਾਦਾ, ਠੀਕ ਹੈ। ਅਤੇ ਦੂਜੇ ਪਾਸੇ ਉਹ ਸੀਗੇ ਭਾਈ ਬਲਦੀਪ ਸਿੰਘ ਜੀ, ਰਨਾਊਂਡ ਕੀਰਤਨੀਏ, ਰਾਗਾਂ ਦੇ ਮਾਹਰ, ਐਡੇ ਵੱਡੇ ਬੁਲਾਰੇ, ਉਹਨੂੰ ਕਢਾਇਆ ਪਾਰਟੀ 'ਚੋਂ। ਫੂਲਕਾ ਸਾਹਿਬ ਨੂੰ ਬਾਹਰ ਨਿਕਲਣ ਲਈ ਮਜਬੂਰ ਕੀਤਾ, ਸੁਖਪਾਲ ਖਹਿਰੇ ਨੂੰ ਕਢਵਾਇਆ, LOP ਤੋਂ ਕਢਵਾਇਆ, ਫਿਰ ਬਾਹਰ ਨਿਕਲਣ ਲਈ ਮਜਬੂਰ ਕੀਤਾ। ਅਤੇ ਇਹਨਾਂ ਨੇ ਕੀਤਾ, ਪਿੱਛੇ ਰਹਿ ਕਿਹੜਾ ਗਿਆ, ਇਹੀ ਇਕੱਲੇ ਹੀ ਰਹਿ ਗਏ ਨਾ। ਭਗਵੰਤ ਮਾਨ ਨੇ ਕੀਤਾ ਜੀ, ਬਿਲਕੁਲ ਜੀ। ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ, ਉਹ ਕੰਮ ਕੀਤਾ ਇਹਨਾਂ ਨੇ। ਐਵੇਂ ਥੋੜ੍ਹਾ ਮੁੱਖ ਮੰਤਰੀ ਬਣੇ ਨੇ। ਅਤੇ ਕੇਜਰੀਵਾਲ ਜੀ ਨੇ ਇਹਨਾਂ 'ਚ ਕੋਈ ਭੈੜਤਾ ਦੇਖੀ ਹੋਊ, ਜਿਹੜਾ ਨੂੰ ਫਿਰ ਵੀ ਮੁੱਖ ਮੰਤਰੀ ਨਹੀਂ ਸੀ ਬਣਾਉਂਦੇ ਜੀ। ਕਿਸ ਤਰੀਕੇ ਨਾਲ ਬਣਿਆ ਸਭ ਨੂੰ ਪਤਾ ਹੀ ਹੈ ਜੀ, ਬਲੈਕਮੇਲਿੰਗ ਕਰਕੇ ਬਣਿਆ, ਕਿਵੇਂ ਕੀਤਾ, ਠੀਕ ਹੈ। ਬੇਸ਼ੱਕ ਲੋਕਾਂ ਨੇ ਮੈਂ ਨਹੀਂ ਕਹਿੰਦਾ ਵੀ ਲੋਕਾਂ ਨੇ ਕੇਜਰੀਵਾਲ ਕਰਕੇ ਵੋਟਾਂ ਪਾਈਆਂ, ਭਗਵੰਤ ਮਾਨ ਦੇ ਮੂੰਹ ਨੂੰ ਪਾਤੀਆਂ, ਪਰ ਉਹਨਾਂ ਦਾ ਮਾਨ ਰੱਖਿਆ ਇਹਨਾਂ ਨੇ। ਫਿਰ ਇਹ ਮਾਨਹਾਨੀ ਕਿਹਦੀ ਕਰ ਰਹੇ ਨੇ? ਉਹ ਉਸ ਭਗਵੰਤ ਮਾਨ ਦੀ ਕੀ ਮਨਸ਼ਾ ਸੀ, ਫਿਰ ਉਹਨਾਂ ਨੇ ਇਹ ਸਭ ਕੁਝ ਕਿਉਂ ਕੀਤਾ? ਉਹ ਕਹਿੰਦਾ ਸੀ ਵੀ ਕੋਈ ਹੋਣੇ ਨਹੀਂ ਚਾਹੀਦਾ ਵੀ ਮੈਂ ਮੁੱਖ ਮੰਤਰੀ ਦਾ ਕੈਂਡੀਡੇਟ ਹੋਵਾਂ। ਜੇ ਪਿਛਲੇ ਵਾਰੀ ਸਰਕਾਰ ਬਣਦੀ ਤਾਂ ਕੁਦਰਤੀ ਸੀ, ਹੋ ਸਕਦਾ ਫੂਲਕਾ ਸਾਹਿਬ ਮੁੱਖ ਮੰਤਰੀ ਬਣਦੇ। ਇਹ ਤਾਂ ਖੁਦ ਚੋਣ ਵੀ ਲੜੀ ਸੀ ਮਾਨ ਸਾਹਿਬ ਤਾਂ। ਕਿਹਨਾਂ ਨੇ? ਭਗਵੰਤ ਮਾਨ ਜੀ। ਭਗਵੰਤ ਮਾਨ ਜੀ ਤਾਂ ਉਹਦਾ MP ਸੀਗੇ, ਉਹਨਾਂ ਤਾਂ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ, ਉੱਥੋਂ ਲੜੀ ਸੀ ਨਾ, ਸੁਖਬੀਰ ਬਾਦਲ ਦੇ ਅਗੇਂਸਟ ਲੜੀ ਸੀ, ਅਤੇ ਕਿੰਨੀਆਂ ਵੋਟਾਂ 'ਤੇ ਹਾਰੇ ਸੀ। ਜੇ ਹਾਰਨ ਜਿੱਤਣ ਨਾਲ ਮਾਨ ਸਨਮਾਨ ਹੁੰਦਾ ਜਾਂ ਕੋਈ ਹੋਰ ਹੈ, ਫਿਰ ਇਹਨਾਂ ਦੀ ਮਾਨਹਾਨੀ ਉੱਥੋਂ ਕਰਾ ਕੇ ਫਿਰ ਇਹਨਾਂ ਨੇ ਕੋਈ ਕਮੈਂਟ ਕੀਤਾ ਵੀ ਮੇਰੀ ਮਾਨਹਾਨੀ ਕੀਤੀ ਸੀ ਲੋਕਾਂ ਨੇ। ਪਰ ਉਦੋਂ ਇਲਜ਼ਾਮ ਇਹ ਲੱਗੇ ਸੀ ਕਿ ਰਵਨੀਤ ਬਿੱਟੂ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਇੱਥੇ ਆਏ ਆ। ਇਹ ਪੋਲੀਟੀਕਲ ਦੇਖੋ ਪਾਰਟੀਆਂ ਦੀ ਜਾਂ ਕੋਈ ਹੋਰ ਹੈ, ਉਹ ਉਸ ਤਰ੍ਹਾਂ ਦੀ ਓਕੇਸ਼ਨਸ ਕੋਈ ਵੀ ਹੋ ਸਕਦੀਆਂ। ਉਹ ਤਾਂ ਇਹਨਾਂ ਨੇ ਪੱਤੇ ਖੇਡੇ ਆ, ਸਾਰਾ ਕੁਛ ਕੀਤਾ ਹੈ, ਅਤੇ ਇਹਨਾਂ ਨੇ ਤਾਂ ਆਪ ਦੀ ਉਹ ਤਾਂ ਫਿਰ ਦੂਜੀ ਪਾਰਟੀ ਦੇ ਬੰਦੇ ਨੂੰ ਹਰਾਉਣ ਵਾਸਤੇ, ਪਹਿਲੀ ਗੱਲ ਤਾਂ ਕੈਂਡੀਡੇਟ ਹੀ ਖੜੇ ਇੱਕ ਦੂਜੇ ਨੂੰ ਹਰਾਉਣ ਵਾਸਤੇ ਹੀ ਹੁੰਦੇ ਨੇ, ਉਹ ਜਿਤਾਉਣ ਵਾਸਤੇ ਥੋੜ੍ਹਾ। ਕਦੇ ਕੋਈ ਦੇਖਿਆ ਵੀ ਆ ਦੂਜੀ ਪਾਰਟੀ ਨੇ ਕੈਂਡੀਡੇਟ ਦੂਜੀ ਪਾਰਟੀ ਦਾ ਜਿਤਾਉਣ ਲਈ ਖੜਾ ਕਰਤਾ ਜਾਂ ਕੋਈ ਹੋਰ ਕੀਤਾ, ਠੀਕ ਹੈ ਨਾ। ਉੱਥੇ ਹੀ ਲੱਗਿਆ, ਲੰਬੀ 'ਤੇ ਵੀ ਲੱਗੇ ਜਾਂ ਕੋਈ ਹੋਰ ਹੈ, ਪਰ ਇਹਨਾਂ ਨੇ ਤਾਂ ਆਪ ਦੀ ਪਾਰਟੀ ਦਾ ਕੈਂਡੀਡੇਟ ਹਰਾਉਣ ਵਾਸਤੇ ਫੂਲਕਾ ਸਾਹਿਬ ਵਿਰੁੱਧ ਕੀ ਕੁਛ ਕੀਤਾ। ਗੁਰਵਿੰਦਰ ਸਿੰਘ ਕੰਗ ਨੂੰ ਹਰਾਇਆ, ਦੂਜੇ ਵੀ ਜਿਨ੍ਹਾਂ ਦਾ ਮਾੜਾ ਮੋਟਾ ਨਾਂ ਬੋਲਦਾ ਸੀ ਉਹਨਾਂ ਦਾ ਵੀ ਇਹਨਾਂ ਨੇ ਵਿਰੋਧ ਕੀਤਾ ਵੀ ਕਿਸੇ ਤਰੀਕੇ ਨਾਲ ਇਹ ਵਿਧਾਨ ਸਭਾ 'ਚ ਨਾ ਪਹੁੰਚ ਜਾਣਾ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਨਾ ਵੀ ਤੁਸੀਂ ਜਦੋਂ ਆਪ ਦੇ ਬੰਦਿਆਂ ਨੂੰ ਹਰਾਉਣੇ ਹੋ। ਜੇ ਇਹੀ ਚੀਜ਼ ਮੇਰੇ ਮਨ 'ਚ ਕੋਈ ਇਸ ਤਰ੍ਹਾਂ ਦਾ ਪਾਪ ਹੁੰਦਾ ਤਾਂ ਮੈਂ ਉਸ ਪਾਰਟੀ 'ਚ ਰਹਿ ਕੇ ਵੀ ਕਾਂਗਰਸ ਦੀ ਮਦਦ ਕਰ ਸਕਦਾ ਸੀ, ਅਤੇ ਫਿਰ ਮੈਂ ਚੰਗਾ ਰਹਿੰਦਾ, ਠੀਕ ਹੈ ਨਾ। ਹੁਣ ਮਾਨਹਾਨੀ ਤਾਂ ਜਿਹੜੇ ਲੋਕ 2013 ਤੋਂ ਇਹਨਾਂ ਦੀਆਂ ਦਰੀਆਂ ਝਾੜਨ ਲੱਗੇ ਹੋਏ ਨੇ, ਇਹਨਾਂ ਲਈ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਡੋਰ ਟੂ ਡੋਰ ਕੀਤੀ, ਜਿਨ੍ਹਾਂ ਨੇ ਕੇਜਰੀਵਾਲ ਦੇ ਕਹੇ ਤੋਂ ਪੋਸਟਰ ਤੱਕ ਲਾਏ ਕੰਧਾਂ 'ਤੇ, ਮੈਂ ਇੱਕ ਵਾਰ ਨਹੀਂ ਕਹਿਤਾ 1000 ਵਾਰ ਕਹਿਤਾ ਹੂੰ ਮਜੀਠੀਆ ਚਿੱਟੇ ਕਾ ਤਸਕਰ ਹੈ, ਜਿਹਦੇ ਬਾਰੇ ਕੇਜਰੀਵਾਲ ਜੀ ਇਹ ਕਹਿੰਦੇ ਹੁੰਦੇ ਮਜੀਠੀਆ 11 को रिजल्ट निकलेगा, 14 को हमारी सरकार बनेगी, 16 को आप कॉलर पकड़ के जेल में ले जाएंगे। ਉਹ ਤਾਂ ਮਾਫੀ ਮੰਗ ਲਈ, ਠੀਕ ਹੈ ਨਾ। ਤਾਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਪੋਸਟਰ ਲਾਏ, ਦਰੀਆਂ ਝਾੜੀਆਂ, ਇੰਨੀ ਮਿਹਨਤ ਕੀਤੀ ਇਹਨਾਂ ਵਾਸਤੇ, ਅਤੇ ਟਿਕਟਾਂ ਦੇਣ ਵਾਲੇ ਇਹਨਾਂ ਨੇ ਦੂਜੀਆਂ ਪਾਰਟੀਆਂ 'ਚੋਂ ਸਾਰਾ ਇਕੱਠਾ ਕਰ ਲਿਆ ਸਮਾਨ, ਠੀਕ ਹੈ ਜੀ। ਅਤੇ ਫਿਰ ਹਜੇ ਮੈਨੂੰ ਇਹ ਦੱਸੋ, ਉਹ ਆਪ ਦੇ ਵਲੰਟੀਅਰਾਂ ਦੀ ਬਦਨਾਮੀ ਕਿਹਨੇ ਕੀਤੀ? ਉਹ ਇਹਨਾਂ ਦੀ ਪਾਰਟੀ ਨੇ ਖੁਦ ਕੀਤੀ ਕਿ ਕਾਂਗਰਸ ਨੇ ਕੀਤੀ ਹੈ ਜਾਂ ਅਕਾਲੀਆਂ ਨੇ ਕੀਤੀ ਹੈ? ਇਹਨਾਂ ਦੇ ਵਲੰਟੀਅਰਾਂ ਦੀ ਬਦਨਾਮੀ ਕਹਿ ਲਓ ਜਾਂ ਕਰੋ, ਬਦਨਾਮੀ ਨਹੀਂ ਕਹਿ ਸਕਦੇ, ਮਾਨਹਾਨੀ ਇਹਨਾਂ ਨੇ ਖੁਦ ਕੀਤੀ ਹੈ। ਪੰਜਾਬ ਦੇ ਸਭ ਤੋਂ ਅਮੀਰ MLA ਇਹਨਾਂ ਕੋਲ ਨੇ, ਆਮ ਆਦਮੀ ਪਾਰਟੀ ਕੋਲ ਸਾਰਾ ਕੁਛ ਹੈ। ਰਾਜ ਸਭਾ ਵੇਲੇ ਤੁਹਾਡੇ ਵਰਕਰਾਂ ਨੂੰ ਇਗਨੋਰ ਕਰਕੇ, ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਇੱਥੋਂ ਤੱਕ ਪਾਰਟੀ ਨੂੰ ਲਿਆਂਦਾ, ਉਹਨੂੰ ਇਗਨੋਰ ਕਰਕੇ ਪੂੰਜੀਪਤੀਆਂ ਨੂੰ 7 ਨੂੰ ਉੱਥੇ ਭੇਜਤਾ। ਚਲੋ ਬਾਬਾ ਸੀਚੇਵਾਲ ਜੀ ਨੂੰ ਛੱਡ ਦਿਓ, ਹਰਭਜਨ ਨੂੰ ਵੀ ਛੱਡ ਦਿਓ, ਪੰਜਾਬ ਦਾ ਹੈਗਾ, ਸਪੋਰਟਸਮੈਨ ਹੈ, ਬਾਕੀ
ਉਹ ਨਹੀਂ ਕੀਤੀ ਮਾਨਹਾਨੀ ਆਪਦੇ ਵਲੰਟੀਅਰਾਂ ਦੀ, ਪੰਜਾਬ ਦੇ ਲੋਕਾਂ ਦੀ ਇਗਨੋਰ ਕਰਕੇ। ਹੋਰ ਪੰਜਾਬ ਦੇ ਵਿੱਚ ਪੰਜਾਬੀ ਮੂਲ ਦੇ ਲੋਕ ਨਹੀਂ ਸੀਗੇ ਐਲੀਜੀਬਲ ਰਾਜ ਸਭਾ ਲਈ। ਇਹ ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਵੀ ਇਸ ਤਰ੍ਹਾਂ ਦੀ ਟੀਕਾ ਟਿੱਪਣੀ ਕਰਨ ਵੇਲੇ ਸੋਚਿਆ ਕਰਨ। ਉਦੋਂ ਇਹਨਾਂ ਦਾ ਬੋਲਣਾ ਬਣਦਾ ਸੀ ਜੇ ਦਿੱਲੀ ਨੇ ਵਧੀਕੀ ਕੀਤੀ ਸੀ, ਅਤੇ ਚੁੱਪ ਰਹਿ ਕੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਹੁੰਦੇ ਹੋਏ ਮਾਨਹਾਨੀ ਕਿਹਦੀ ਕੀਤੀ? ਪੰਜਾਬ ਦੇ ਲੋਕਾਂ ਦੀ। ਰਾਘਵ ਚੱਡਾ ਨਿਯੁਕਤੀ ਨੂੰ ਲੈ ਕੇ ਬੜੇ ਸਵਾਲ ਖੜੇ ਹੋਏ ਸੀ ਉਦੋਂ। ਉਹਨੂੰ ਵੀ ਉਹ ਤਾਂ ਤੁਹਾਡੇ ਸਾਹਮਣੇ ਹੈ ਜੀ। ਦੇਖੋ ਮੇਰੀ ਗੱਲ ਸੁਣੋ, ਰਾਘਵ ਚੱਡਾ ਉੱਥੇ MLA ਸੀ ਦਿੱਲੀ 'ਚ। ਇਨ ਕੇਸ ਕੇਜਰੀਵਾਲ ਜੀ ਸਮਝਦੇ ਸੀ ਵੀ ਬਹੁਤ ਕੰਪੀਟੈਂਟ ਬੰਦਾ ਹੈ, ਉਹਨੂੰ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਣਾ ਲੈਂਦੇ, ਸਿੱਧੇ ਹੀ ਬਣਾ ਲੈਂਦੇ, ਚਾਹੇ ਆਪ ਪਾਰਟੀ ਦੇ ਅਫੇਅਰਸ ਨੂੰ ਦੇਖਣ ਲੱਗ ਜਾਂਦੇ। ਪਰ ਉਹਨਾਂ ਨੇ ਤਾਂ ਉੱਥੇ ਤਾਂ ਮੰਤਰੀ ਵੀ ਨਹੀਂ ਸੀ ਬਣਾਇਆ ਉਹਨੂੰ। ਇੱਥੇ ਪੰਜਾਬ ਦੇ ਵਿੱਚ ਲਿਆ ਕੇ ਇੱਥੋਂ ਪਹਿਲਾਂ MP ਬਣਾਇਆ, ਫਿਰ MP ਬਣਾ ਕੇ, ਯਾਰ ਕੰਮ ਤਾਂ ਉਹਦਾ ਲੋਕ ਸਭਾ 'ਚ ਹੈ, ਠੀਕ ਹੈ। ਅਤੇ ਬਣਾ ਰਹੇ ਹੋ ਤੁਸੀਂ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਪੰਜਾਬ ਸਟੇਟ ਦਾ, ਅਤੇ ਫਿਰ ਇਹ ਬਦਨਾਮੀ ਉਹਦੇ ਫਿਰ ਮਾਨਹਾਨੀ ਆਪਦੇ ਵਰਕਰਾਂ ਦੀ ਨਹੀਂ ਹੈ। ਉਹਨਾਂ ਕੋਲ ਇੰਟੈਲੀਜੈਂਟ ਬੰਦਿਆਂ ਦੀ ਘਾਟ ਹੈ ਆਮ ਆਦਮੀ ਪਾਰਟੀ 'ਚ, ਅਤੇ ਉਹਨਾਂ ਦੀ ਸਾਰਿਆਂ ਦੀ ਮਾਨਹਾਨੀ ਨਹੀਂ ਕੀਤੀ ਇਹਨਾਂ ਨੇ। ਨਿਯੁਕਤੀ ਨੂੰ ਲੈ ਕੇ ਤੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਉਹ ਤਾਂ ਫਿਰ ਇਹਨਾਂ ਦੀ ਆਸ 'ਚ ਹੀ ਇਸ ਤਰ੍ਹਾਂ ਹੀ ਹੈ ਨਾ, ਠੀਕ ਹੈ ਨਾ। ਅਤੇ ਫਿਰ ਜੇ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਦੇ ਤੌਰ 'ਤੇ ਰਾਘਵ ਚੱਡੇ ਦਾ ਸਮਾਨ ਚਾਹੇ ਘੰਟੇ 'ਚ ਬਾਹਰ ਧਰਾ ਦੇਵੇ ਵੀ ਹੂ ਆਰ ਯੂ ਕਹਿ ਕੇ ਬਾਹਰ ਕੱਢੇ ਉਹਨੂੰ, ਠੀਕ ਹੈ ਨਾ। ਹਿੰਮਤ ਕਰੇ ਜੇ ਕਿੱਥੇ ਕਹਿਣਾ ਤਾਂ ਕਹਿੰਦੇ ਕੋਠੀ ਨੰਬਰ 50 ਸਰਕਾਰ ਚੱਲ ਰਹੀ ਆ। ਫਿਰ ਜੇ ਉੱਥੋਂ ਸਰਕਾਰ ਚੱਲ ਰਹੀ ਹੈ ਅਤੇ ਇਹ ਪੰਜਾਬ ਦੇ ਲੋਕਾਂ ਦੀ, ਸਾਰੇ ਪੰਜਾਬੀਆਂ ਦੀ ਮਾਨਹਾਨੀ ਨਹੀਂ ਹੈ। ਇਹ ਵਿਰੋਧੀਆਂ ਸਾਰੇ ਇਲਜ਼ਾਮ ਨੇ ਕੋਠੀ ਨੰਬਰ 50। ਫਿਰ ਮਾਨਹਾਨੀ ਨਹੀਂ ਹੈ ਪੰਜਾਬ ਦੇ ਲੋਕਾਂ ਦੀ। ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਵੋਟਾਂ ਤੈਨੂੰ ਪਾਈਆਂ ਸੀ, ਜੇ ਤੂੰ ਉਹਨਾਂ ਦੇ ਹੱਥ 'ਚ ਬਾਗਡੋਰ ਫੜਾਤੀ ਹੈ ਅਤੇ ਨਾਲ ਤੂੰ ਵੀ ਚੁੱਪ ਕਰ ਗਿਆ, ਆਪਦੇ ਮੂੰਹ 'ਤੇ ਪੱਟੀ ਬੰਨ੍ਹ ਲਈ ਹੈ, ਅਤੇ ਫਿਰ ਮਾਨਹਾਨੀ ਤਾਂ ਤੇਰੇ ਵੱਲੋਂ ਹੀ ਹੋ ਰਹੀ ਹੈ ਪੰਜਾਬ ਦੇ ਲੋਕਾਂ ਦੀ। ਇਹ ਨਾਜਰ ਸਿੰਘ ਦੀ ਤਾਂ ਜੇ ਕੀਤੀ ਵੀ ਉਹ ਇਕੱਲੇ ਮਾਨਸਾ ਹਲਕੇ ਦੀ ਹੈ, ਤੂੰ ਸਾਰੇ ਪੰਜਾਬ ਦੀ ਕਰੀ ਜਾਂਦਾ। ਅਤੇ ਉਹਨੂੰ ਸੋਚਣਾ ਚਾਹੀਦਾ ਸੀ ਇਹ ਕੁਛ ਜੋ ਕੱਲ੍ਹ ਬੋਲ ਕੇ ਗਿਆ ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣਾ ਹੁਣ ਉਹਦਾ ਰੋਲ ਜਿਹੜਾ ਨਾ, ਹੁਣ ਇਹ ਵਿਰੋਧੀ ਧਿਰ ਦਾ ਨਹੀਂ, ਉਹ ਰੂਲਿੰਗ ਪਾਰਟੀ ਹੈ। ਰੂਲਿੰਗ ਪਾਰਟੀ ਦਾ ਮੁੱਖ ਮੰਤਰੀ ਹੈ, ਜਿਹਦਾ ਕਦੇ ਹੈਲੀਕਾਪਟਰ ਲੈ ਕੇ ਹਰਿਆਣੇ ਵਾਲੇ ਘੁੰਮੀ ਜਾਂਦੇ ਨੇ, ਕਦੇ ਉਹ ਹੈਲੀਕਾਪਟਰ ਉੱਥੇ ਗੇੜੇ ਲਾਈ ਜਾਂਦਾ ਹਿਮਾਚਲ 'ਚ, ਕਦੇ ਗੁਜਰਾਤ 'ਚ ਲਾਈ ਜਾਂਦਾ ਹੈ। ਅਤੇ ਹੁਣ ਇੱਕ ਨਵਾਂ ਵੀ ਲੈਣ ਜਾ ਰਹੇ ਆ। ਅਤੇ ਉਹ ਖਾਲੀ ਖਜ਼ਾਨਾ ਜਿਹਨੂੰ ਇਹ ਪੀਪਾ ਕਹਿੰਦੇ ਸੀ, ਉਹ ਭੜੋਲਾ ਕਦੋਂ ਤੋਂ ਬਣ ਗਿਆ, ਫੁੱਲ ਗਿਆ ਉਹ ਖਜ਼ਾਨਾ, ਪੈਸੇ ਪੈ ਹੁਣ ਭੜੋਲਾ ਬਣ ਗਿਆ। ਹੈ ਤਾਂ ਹਜੇ ਵੀ ਪੀਪਾ ਹੀ, ਅਤੇ ਉਸੇ ਪੀਪੇ ਨੂੰ ਲੈ ਕੇ ਇਹ ਗੁਜਰਾਤ ਦੇ ਵਿੱਚ ਲੁਟਾ ਰਹੇ ਨੇ, ਫਲੈਕਸਾਂ ਲਾ ਰਹੇ ਨੇ। ਪ੍ਰੈਸ ਦੇ ਵਿੱਚ ਤੁਸੀਂ ਦੇਖੋ, ਅਖਬਾਰਾਂ 'ਚ ਹਰ ਤੀਜੇ ਦਿਨ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ। ਇਹ ਐਡਵਰਟਾਈਜ਼ਮੈਂਟ ਵੀ ਨਹੀਂ ਹੈ, ਇਹ ਐਂ ਹੈ ਜਿਵੇਂ ਹੋਟਲ 'ਚ ਆਪਾਂ ਨਾ, ਹੋਟਲ ਕਿਸੇ ਦਾ ਹੁੰਦਾ ਉਹ 'ਚੋਂ ਕਮਰਾ ਆਪਾਂ ਪੱਕਾ ਹੀ ਬੁੱਕ ਕਰ ਲਈਏ ਵੀ ਅਸੀਂ ਜਿਹਨੂੰ ਮਰਜ਼ੀ ਠਹਿਰਾਈਏ, ਜਿਹੜਾ ਮਰਜ਼ੀ ਆਵੇ ਜਾਵੇ, ਜਾਂ ਕੋਈ ਹੋਰ ਹੈ। ਉਹ ਪੇਜ ਹੀ ਵੇਚ ਦਿੰਦੇ ਨੇ ਅਖਬਾਰ ਨੂੰ ਵੀ ਖਬਰਾਂ ਵੀ ਤੁਸੀਂ ਵੀ ਲਾ ਲਓ ਆਪਦੀਆਂ, ਠੀਕ ਹੈ ਨਾ। ਉਹ ਕੀ ਕਰ ਰਹੇ ਨੇ ਪੰਜਾਬ ਦੇ ਖਜ਼ਾਨੇ ਦਾ? ਉਹ ਪੰਜਾਬ ਦੇ ਖਜ਼ਾਨਾ ਦਾ ਦੁਰਵਰਤੋਂ ਕਰਕੇ ਹੁਣ ਪੰਜਾਬ ਦੇ ਲੋਕ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ, ਬਹੁਮਤ ਦੇ ਕੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ, ਸਰਕਾਰ ਬਣਾਈ, ਉਹਨਾਂ ਦਾ ਮਾਣ ਵਧਾ ਰਹੇ ਨੇ ਕਿ ਮਾਨਹਾਨੀ ਕਰ ਰਹੇ ਨੇ? ਉਹ ਪੰਜਾਬ ਦੀਆਂ ਮਸ਼ਹੂਰੀਆਂ ਨੇ, ਉਹ ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਬਿਹਾਰ ਦੇ ਅਖਬਾਰਾਂ 'ਚ ਵੀ ਫਿਰਦੇ ਨੇ। ਇਹ ਤਾਂ ਜੀ ਸਾਰੇ, ਮੈਨੂੰ ਇੱਕ ਚੀਜ਼ ਦੱਸੋ ਵੀ ਸਰਕਾਰ ਤਾਂ ਪੰਜਾਬ 'ਚ ਬਣੀ ਹੈ, ਅਤੇ ਜਿਹੜੀਆਂ ਐਡਵਰਟਾਈਜ਼ਮੈਂਟਸ ਨੇ ਕਿਹੜੀ ਸਟੇਟ ਹੈ ਜਿਹਦੇ ਵਿੱਚ ਨਹੀਂ ਜਾ ਰਹੀਆਂ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਵੀ ਭਗਤ ਸਿੰਘ ਹੋਰਾਂ ਦੀ ਸਮਾਧ 'ਤੇ ਜਾ ਕੇ ਸਹੁੰ ਚੱਕ ਕੇ ਮੁੱਖ ਮੰਤਰੀ ਬਣੇ ਨੇ ਇਹ, ਜਦੋਂ ਕਿ ਸਿੰਪਲ ਤਰੀਕੇ ਨਾਲ ਰਾਜ ਭਵਨ ਦੇ ਵਿੱਚ ਸਹੁੰ ਚੱਕ ਕੇ ਇਹ ਸਾਰੇ ਸ਼ਹੀਦਾਂ 'ਤੇ ਜਾਂਦੇ ਸਮਾਂ ਉੱਥੇ ਇਕੱਲੇ ਕਿਉਂ? ਭਗਤ ਸਿੰਘ ਦੇ ਨਾਲ ਸਰਾਭਾ ਦੀ, ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਘੱਟ ਹੈ, ਊਧਮ ਸਿੰਘ ਜੀ ਹੋਰਾਂ ਦੀ ਘੱਟ ਹੈ, ਠੀਕ ਹੈ। ਸਾਡੇ ਧਰਮ ਦੇ ਬੱਚੇ ਜਿੱਥੇ ਚੁਣੇ ਗਏ, ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ, ਉੱਥੇ ਦੀ ਜਿਹੜੀ ਹੈਗੀ ਹੈ ਸ਼ਹੀਦੀ ਘੱਟ ਹੈ। ਉੱਥੇ ਸਾਰੇ ਕਿਤੇ ਜਾਂਦੇ ਇਹ ਲੈ ਕੇ ਗੱਡੀਆਂ, ਵੀ ਕਾਫਲਾ ਲੈ ਕੇ ਜਾਂਦੇ ਸਾਂ ਵੀ ਸਾਰੇ ਮੰਤਰੀ ਮੰਡਲ ਨੂੰ ਲੈ ਕੇ ਚਲੋ ਬਈ ਆਪਾਂ ਪਹਿਲਾਂ ਸ਼ਹੀਦਾਂ ਦੇ ਸਾਰੇ ਕਿਤੇ ਜਾ ਕੇ ਉੱਥੇ ਪ੍ਰਣਾਮ ਕਰਕੇ ਆਈਏ ਵੀ ਸਾਡੇ ਪੰਜਾਬ 'ਤੇ ਮਿਹਰ ਭਰਿਆ ਹੱਥ ਵੀ ਰੱਖੋ, ਨਾਲ ਸਾਨੂੰ ਇਸ ਤਰ੍ਹਾਂ ਦੀ ਦਿਓ, ਹਿੰਮਤ ਦਿਓ, ਸਾਡੇ 'ਤੇ ਮਿਹਰ ਕਰੋ। ਅਤੇ ਇਕੱਲੇ ਉੱਥੇ ਚੱਕ ਕੇ ਸਭ ਤੋਂ ਮਹਿੰਗਾ ਸਮਾਗਮ ਆਮ ਆਦਮੀ ਪਾਰਟੀ ਦਾ। ਯਾਰ ਮੇਰੀ ਗੱਲ ਸੁਣੋ, ਆਮ ਆਦਮੀ ਪਾਰਟੀ ਦੀ ਗੱਲ ਕਰਕੇ ਇਹਨਾਂ ਨੂੰ ਚਾਹੀਦਾ ਸੀ ਇੱਕ ਤਖਤ ਪੋਸਟ ਡਾਹ ਕੇ ਚਾਹੇ ਸਹੁੰ ਚੱਕ ਲੈਂਦੇ। ਗੱਲ ਤਾਂ ਘਰਾਂ 'ਚ ਪੰਜਾਬ ਦੇ ਕੋਨੇ ਸੋਸ਼ਲ ਮੀਡੀਆ ਦੇ ਥਰੂ ਪਹੁੰਚ ਜਾਣੀ ਸੀ। ਉੱਥੇ ਇਕੱਲੀ ਪ੍ਰੈਸ ਬੁਲਾ ਲੈਂਦੇ, ਪ੍ਰੈਸ ਨੂੰ ਵੀ ਇਕੱਲਾ ਚਾਹ ਦਾ ਕੱਪ ਪਿਆ ਦਿੰਦੇ ਵੀ ਅਸੀਂ ਤਾਂ ਆਮ ਲੋਕ ਹਾਂ ਯਾਰ, ਅਸੀਂ ਵੱਡੇ ਸ਼ਮਿਆਨੇ ਲਾ ਕੇ ਤੁਹਾਨੂੰ ਵੱਡੇ ਪਕੌੜਿਆਂ ਦਾ ਇੰਤਜ਼ਾਮ ਨਹੀਂ ਕਰ ਸਕਦੇ ਜਾਂ ਕੋਈ ਹੋਰ ਕਰ ਸਕਦੇ, ਪਰ ਅਸੀਂ ਤਾਂ ਸਾਦੇ ਜਿਹੇ ਢੰਗ ਨਾਲ ਚੱਕਾਂਗੇ ਸਹੁੰ, ਕਿਉਂਕਿ ਖਜ਼ਾਨਾ ਵੀ ਖਾਲੀ ਹੈ, ਲੋਕਾਂ ਦੇ ਕੰਮ ਵੀ ਕਰਨੇ ਨੇ। ਫਿਰ ਤਾਂ ਆਪਾਂ ਕਹਿੰਦੇ ਹਾਂ ਵਾਕਈ ਆਮ ਆਦਮੀ ਪਾਰਟੀ ਦੀ ਸਪਿਰਿਟ ਨਾਲ ਸਰਕਾਰ ਆਈ ਹੈ। ਸਭ ਤੋਂ ਮਹਿੰਗਾ ਸਹੁੰ ਚੱਕ ਸਮਾਗਮ ਜਦੋਂ ਦੀ ਸਰਕਾਰ ਬਣੀ ਹੈ ਇਹ ਹੋਇਆ ਆਮ ਆਦਮੀ ਵਾਲਿਆਂ ਦਾ, ਠੀਕ ਹੈ ਨਾ ਜੀ। ਦੂਜੇ ਪਾਸੇ
ਤੁਸੀਂ ਚੱਕ ਕੇ ਯਾਰ ਅੰਮ੍ਰਿਤਸਰ ਲੈਣ ਤਾਂ ਗਏ ਹੋ ਗੁਰੂ ਤੋਂ ਆਸ਼ੀਰਵਾਦ, ਉੱਥੇ ਸਾਰੇ ਪੰਜਾਬ ਦੀਆਂ ਬੱਸਾਂ ਲਿਆਓ ਜੀ ਭਰ ਕੇ। ਉਹ ਡੀਜ਼ਲ ਕਿਹਦਾ ਸੀ? ਖਜ਼ਾਨੇ 'ਚੋਂ ਗਿਆ ਨਾ ਜੀ, ਲੋਕਾਂ ਦੀ ਜੇਬਾਂ 'ਚੋਂ ਗਿਆ। ਪ੍ਰੋਗਰਾਮ ਸਿਆਸੀ ਸੀ, ਪ੍ਰੋਗਰਾਮ ਸਿਆਸੀ। ਅਤੇ ਉੱਥੇ ਗੁਰੂ ਦੇ ਸ਼ਰਧਾਲੂ ਬਣ ਕੇ ਜਾਂਦੇ ਨਿਮਾਣੇ ਹੋ ਕੇ, ਹੈ ਨਾ, ਆਸ਼ੀਰਵਾਦ ਲੈ ਆਉਂਦੇ। ਅਤੇ 1500 ਬੰਦਾ ਤਾਂ ਸੀਐਮ ਨੂੰ ਜਿੱਥੇ ਮਰਜ਼ੀ ਜਾਵੇ ਪੈਰ ਮਿੱਧਣ ਵਾਲਾ ਮਿਲ ਹੀ ਜਾਂਦਾ ਹੈ। ਉੱਥੇ ਵੀ ਐਸਜੀਪੀਸੀ ਵੱਲੋਂ ਅਪੀਲ ਕੀਤੀ ਜਾਂਦੀ ਕਿ ਮੁੱਖ ਮੰਤਰੀ ਮਾਨ ਸਾਹਿਬ ਇੱਕ ਆਮ ਇਨਸਾਨ ਬਣ ਕੇ ਗੁਰਦੁਆਰਾ ਸਾਹਿਬ 'ਚ ਆਉਣ, ਉਹ ਇੱਕ ਵੀਆਈਪੀ ਬਣ ਕੇ ਨਾ ਆਉਣ। ਉੱਥੇ ਯਾਰ ਇਹਨੂੰ ਚਾਹੀਦਾ ਨਹੀਂ ਸੀ। ਦੇਖੋ ਉੱਥੇ ਵੀ ਇਹਨਾਂ ਨੇ ਕੋਤਾਹੀ ਕੀਤੀ। ਆਮ ਆਦਮੀ ਪਾਰਟੀ ਦਾ ਜਿਹੜਾ ਮਿਸ਼ਨ ਸੀ ਤੋੜਿਆ, ਸਹੁੰ ਚੱਕਣ ਵੇਲੇ ਵੀ ਮਿਸ਼ਨ ਤੋੜਿਆ। ਦੂਜੇ ਪਾਸੇ ਭਗਤ ਸਿੰਘ ਹੋਰਾਂ ਦੀ ਸਮਾਧ 'ਤੇ ਸਹੁੰ ਚੱਕ ਰਹੇ ਨੇ। ਜੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਭਗਤ ਸਿੰਘ ਹੋਰਾਂ ਦਾ ਰਿਸ਼ਤੇ 'ਚੋਂ ਜਵਾਈ ਲੱਗਦਾ ਸੀ, ਉਹਨੂੰ ਜਿਹੜੀ ਉਹਨਾਂ ਦਾ ਪਰਿਵਾਰ ਮਿਲਣਾ ਆ, ਉਹਦੇ ਨਾਲ ਹੋਈ ਜਾਣੀ ਜੋ ਵੀ ਉਹਦਾ ਮਰਡਰ ਹੋਇਆ ਸਾਰਾ ਹੋਇਆ, ਉਹਨੂੰ ਟਾਈਮ ਤੱਕ ਨਹੀਂ ਦਿੱਤਾ। ਅਤੇ ਉਹ ਭਗਵੰਤ ਸਿੰਘ ਹੋਰਾਂ ਨੂੰ ਪੁੱਛੇ ਵੀ ਮਾਨਹਾਨੀ ਕਿਹਦੀ ਸੀ? ਉਦੋਂ ਪੰਜਾਬ ਦੇ ਲੋਕਾਂ ਦੀ ਸੀ, ਵੀ ਜਿਨ੍ਹਾਂ ਦੇ ਆਈਕਨ ਭਗਤ ਸਿੰਘ ਦੇ ਪਰਿਵਾਰ ਨੂੰ ਤੋਂ ਮਿਲਣ ਤੋਂ ਨਾ ਕਰਤੀ। ਉਹਨਾਂ ਨੇ 5 ਮਿੰਟ ਨਹੀਂ ਕੱਢੇ। ਅਤੇ ਫਿਰ ਮਾਨਹਾਨੀ ਦਾ ਦੋਸ਼ ਲਾਉਂਦਾ ਨਾਜਰ ਸਿੰਘ 'ਤੇ ਆ ਕੇ, ਜਿਹੜੀ ਉਹੀ ਹੋਊਗੀ ਨਾ ਵੀ ਮਾੜੀ ਧਾਰੀ ਜਿਹਦੇ ਮਰਜ਼ੀ ਵੀ ਨਾਜਰ ਸਿੰਘ 'ਤੇ ਆ ਕੇ ਚੜ੍ਹ ਜਾਓ, ਇਹਨੂੰ ਕਹਿ ਦਿਓ ਬਸ, ਠੀਕ ਹੈ ਨਾ। ਹੁੰਦਾ ਜਦੋਂ ਮਨੀਸ਼ ਸਿਸੋਦੀਆ ਸੀਬੀਆਈ ਦੇ ਕੋਲ ਪੇਸ਼ ਹੁੰਦੇ ਨੇ, ਕਿਹਾ ਜਾਂਦਾ ਹੈ ਕਿ ਕੇਜਰੀਵਾਲ ਦੇ ਵੱਲੋਂ ਕਿ ਸਾਡੇ ਭਗਤ ਸਿੰਘ ਨੇ ਅੱਜ ਕੱਲ੍ਹ ਦੇ। ਦੇਖੋ ਮੇਰੀ ਗੱਲ ਸੁਣੋ, ਸਾਡਾ ਆਈਕਨ ਹੈ ਭਗਤ ਸਿੰਘ। ਅਸੀਂ ਕਦੇ ਵੀ, ਅਸੀਂ ਚਾਹੇ ਜੋ ਮਰਜ਼ੀ ਕਰੀ ਜਾਈਏ, ਅਸੀਂ ਉਹਨਾਂ ਦੇ ਜਿਵੇਂ ਕਹਿੰਦੇ ਨਾ ਤਿਲ ਮਾਤਰ ਵੀ ਉਹਨਾਂ ਵੱਲੋਂ ਪਾਏ ਯੋਗਦਾਨ ਦੇ ਤਿਲ ਮਾਤਰ ਵੀ ਕੋਈ ਯੋਗਦਾਨ ਨਹੀਂ ਪਾ ਸਕਦੇ, ਠੀਕ ਹੈ। ਅਤੇ ਅਸੀਂ ਓਕੇਟ ਕਰ ਲਈਏ ਉਹਨਾਂ ਨਾਲ ਵੀ ਮੈਂ ਵੀ ਭਗਤ ਸਿੰਘ ਹਾਂ, ਜਾਂ ਸਾਡਾ ਸਿਸੋਦੀਆ ਸਾਡਾ ਜੀ ਉਹ ਕਰਪਸ਼ਨ ਦੇ ਕੇਸ ਭੁਗਤ ਰਹੇ ਨੇ, ਤੁਸੀਂ ਯਾਰ ਉਹਨਾਂ ਦੀ ਤੁਲਨਾ ਕਰ ਰਹੇ ਹੋ ਸ਼ਹੀਦ ਭਗਤ ਸਿੰਘ ਨਾਲ। ਇਦੋਂ ਵੱਡੀ ਭਗਵੰਤ ਸਿੰਘ ਮਾਨਹਾਨੀ ਪੰਜਾਬ ਦੇ ਲੋਕਾਂ ਦੀ ਕੀ ਹੋਊਗੀ ਜਿਹੜੀ ਤੁਸੀਂ ਕਰਾਈ ਜਾਂਦੇ ਹੋ ਦਿੱਲੀ ਵਾਲਿਆਂ ਤੋਂ ਅਤੇ ਉਹਨਾਂ ਦੇ ਨਾਲ ਰਲ ਕੇ। ਮਾਨਹਾਨੀ ਤਾਂ ਇਹ ਹੁੰਦੀ ਹੈ ਅਸਲ 'ਚ। ਆਪਾਂ ਫਿਰ ਮਾਨਹਾਨੀ 'ਤੇ ਵਾਪਸ ਆਉਣੇ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂਦੇ ਆ ਭਾਜਪਾ 'ਚ, ਉਹ ਚਰਚਾ ਛਿੜੀ ਸੀ ਕਿ ਤੁਸੀਂ ਭਾਜਪਾ ਜਾ ਰਹੇ ਹੋ, ਤਾਂ ਤੁਸੀਂ ਉਦੋਂ ਕਿਹਾ ਸੀ ਕਿ ਮੈਂ ਮਾਨਹਾਨੀ ਕੇਸ ਕਰੂੰਗਾ। ਇੱਕ ਹੋਰ ਚੈਨਲ ਸੀ ਜਿਸ ਦੇ ਉੱਪਰ ਤੁਸੀਂ ਕਿਹਾ ਸੀ। ਦੇਖੋ ਇਸ ਤਰ੍ਹਾਂ ਹੈਗਾ ਵੀ ਉਹਨਾਂ ਨੇ ਜਿਹੜੀ ਹੈਗੀ ਹੈ ਮੇਰੀ ਫੋਟੋ ਲਾਈ ਵੀ ਆਹ ਬੰਦੇ ਨਾਲ ਜਾਣਗੇ, ਉਹਨਾਂ ਨੇ ਆਪਦੇ ਵੱਲੋਂ ਉਹ ਕੀਤਾ। ਮੈਨੂੰ ਮੇਰੇ ਕਿਸੇ ਦੋਸਤ ਨੇ ਫੋਨ ਕੀਤਾ ਸਵੇਰੇ ਜਦੋਂ ਅਖਬਾਰਾਂ 'ਚ ਫੋਟੋ ਲੱਗੀ ਵੀ ਇਸ ਤਰ੍ਹਾਂ ਕਰਕੇ ਜੀ ਵੀ ਤੁਸੀਂ ਉੱਧਰ ਜਾ ਰਹੇ ਹੋ, ਇੱਧਰ ਕੀ ਗੱਲ ਹੋ ਗਈ? ਮੈਂ ਕਿਹਾ ਕਿਵੇਂ ਕੀ ਗੱਲ ਹੋ ਗਈ? ਕਹਿੰਦਾ ਜੀ ਕਮਾਲ ਹੈ, ਤੁਹਾਡੀ ਫੋਟੋ ਲੱਗੀ ਹੈ, ਤੁਸੀਂ ਬੀਜੇਪੀ ਜਾ ਰਹੇ ਹੋ। ਮੈਂ ਕੌਣ ਕਹਿੰਦਾ? ਉਹਨੇ ਉਹਨਾਂ ਨਾਲ ਦੀ ਨਾਲ ਮੈਨੂੰ ਕਟਿੰਗ ਭੇਜੀ। ਮੈਂ ਤਾਂ ਹਜੇ ਉੱਠੇ ਹੀ ਸੀਗਾ, ਠੀਕ ਹੈ। ਕਟਿੰਗ ਪੜ੍ਹ ਕੇ ਮੈਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਚਾਹ ਪੀਣ ਤੋਂ ਵੀ ਮੈਂ ਫੇਸਬੁੱਕ 'ਤੇ ਉਹਦਾ ਖੰਡਨ ਕੀਤਾ ਸੋਸ਼ਲ ਮੀਡੀਆ 'ਚ ਵੀ ਮੈਂ ਕਿਤੇ ਨਹੀਂ ਜਾ ਰਿਹਾ, ਵੀ ਇਹ ਜਿਸ ਕਿਸੇ ਨੇ ਵੀ ਕੀਤੀ ਹੈ ਜਾਂ ਤਾਂ ਮਾਫੀ ਮੰਗ ਲਵੇ ਮੈਂ, ਜਾਂ ਮਾਨਹਾਨੀ ਦਾ ਕੇਸ ਕਰੂੰਗਾ, ਠੀਕ ਹੈ ਨਾ। ਅਤੇ ਉਹ ਮੈਂ ਅਖਬਾਰਾਂ ਦੀਆਂ ਕਟਿੰਗਸ ਰੱਖੀਆਂ ਹੋਈਆਂ ਅਤੇ ਉਹਨਾਂ ਦਾ ਵੀ ਕਿਸੇ ਵੇਲੇ ਵੀ ਕਰ ਸਕਦੇ ਹਾਂ, ਇਹ ਕੋਈ ਗੱਲ ਨਹੀਂ ਹੈ। ਪਰ ਗੱਲ ਤਾਂ ਇਹ ਹੈਗੀ ਆ ਵੀ ਜੇ ਉਹਨਾਂ ਨੇ ਫਾਰ ਐਗਜ਼ਾਮਪਲ ਜੇ ਮਾਨਹਾਨੀ ਦੇ ਕੇਸ 'ਚ ਹੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਵੀ ਜੀ 10 ਕਰੋੜ ਰੁਪਈਆ ਲੈ ਲਿਆ, ਜੇ 10 ਕਰੋੜ ਰੁਪਈਆ ਲਿਆ ਹੁੰਦਾ ਮੇਰੀ ਜ਼ਰੂਰਤ ਪੈ ਜਾਣੀ ਸੀ, ਮੈਂ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਲਿਖ ਦਿੰਦਾ ਮੇਰੀ ਫੋਟੋ ਕਿਉਂ ਲਾਈ ਹੈ। ਫਿਰ ਤਾਂ ਮੈਨੂੰ ਛਿੱਤਰ ਮਾਰ ਕੇ ਨਾਲ ਲੈ ਜਾਂਦੇ, ਜਾਂ ਉਹਨੂੰ ਪਤਾ ਹੀ ਸੀ ਵੀ ਇਹ ਤਾਂ ਕੋਈ ਗੱਲ ਨਹੀਂ ਪਹਿਲਾਂ ਹੀ ਪੈਸੇ ਲੈ ਲਏ, ਹੁਣ ਲੈ ਲਾ ਕਰੋੜ 2 ਕਰੋੜ ਰੁਪਈਆ ਚੱਲ ਵੀ ਨਾਲ, ਫਿਰ ਤਾਂ ਇਹ ਕੰਮ ਹੋ ਜਾਂਦਾ। ਯਾਰ ਕੋਈ ਐਸੀ ਗੱਲ ਨਹੀਂ ਹੈ। ਮੈਂ ਜਦੋਂ ਆਇਆ ਸੀ ਮੈਂ ਆਪਦੇ ਲੋਕਾਂ ਦਾ ਹਿੱਤ ਦੇਖ ਕੇ ਆਇਆ ਸੀ। ਠੀਕ ਹੈ, ਕਈਆਂ ਨੂੰ ਬੁਰਾ ਲੱਗਿਆ, ਉਹ ਤਾਂ ਉਹਨਾਂ ਨੂੰ ਕਈਆਂ ਨੂੰ ਮੇਰੀ ਇਲੈਕਸ਼ਨ ਲੜਨੀ ਵੀ ਬੁਰੀ ਲੱਗਦੀ ਸੀ। ਉਹਨੇ ਕਿਹਾ ਸੀ ਕਿ ਮੌਕਾ ਪ੍ਰਸਤੀ ਕੀਤੀ ਹੈ ਤੁਸੀਂ। ਮੈਂ ਕਹਿੰਦਾ ਮੌਕਾ ਪ੍ਰਸਤੀ ਹੋਵੇ ਯਾਰ, ਲੋਕ ਹਿੱਤ ਵਾਸਤੇ ਮੌਕਾ ਪ੍ਰਸਤੀ ਨਹੀਂ ਕਰਨੀ ਹੁੰਦੀ। ਮੇਰੇ ਲੋਕਾਂ ਦਾ ਹਿੱਤ ਇਸ ਗੱਲ 'ਚ ਇਨਵੋਲਵ ਸੀ। ਉਹ ਤਾਂ ਮੈਨੂੰ ਵੀ ਪਤਾ ਸੀ ਮੈਂ ਇੱਕੋ ਉਸੇ ਪਾਰਟੀ 'ਚ ਰਹਿੰਦਾ, ਕੱਲ੍ਹ ਨੂੰ ਸਰਕਾਰ ਬਣਦੀ, ਹਾਂ ਜੀ ਮੰਤਰੀ ਬਣਦਾ, ਉਹ ਹੁੰਦਾ। ਪਰ ਮੇਰਾ ਉਹ ਸਵਾਰਥ ਹੋਣਾ ਸੀਗਾ, ਨਾ ਕਿ ਲੋਕ ਹਿੱਤ। ਮੈਂ ਆਪਦੇ ਐਂਗਲ ਤੋਂ ਲੋਕ ਹਿੱਤ ਸਮਝਿਆ ਵੀ ਜ਼ਰੂਰੀ ਤਾਂ ਨਹੀਂ ਵੀ ਮੇਰੇ ਵਿਚਾਰ ਹਰੇਕ ਨਾਲ ਮਿਲਦੇ ਹੋਣ। ਜੇ ਮੇਰੇ ਵਿਚਾਰ ਮਿਲਦੇ ਹੁੰਦੇ ਫਿਰ 2 ਲੱਖ ਵੋਟਾਂ 'ਚੋਂ 1,73,000 ਵੋਟ ਪਈ ਸਾਰੀ ਮੈਨੂੰ ਪੈ ਜਾਂਦੀ। ਫਿਰ ਉਦੋਂ ਵੀ 1 ਲੱਖ ਵੋਟ ਮੇਰੇ ਵਿਰੁੱਧ ਕਿਉਂ ਪਈ? ਇਹਦਾ ਲੋਕਾਂ ਦਾ ਕਈਆਂ ਨੂੰ ਇਹ ਹੈਗਾ ਵੀ ਨਾਜਰ ਸਿੰਘ ਉਦੋਂ ਚੰਗਾ ਵੀ ਸੀ ਤਾਂ ਵੀ ਸਾਨੂੰ ਚੰਗਾ ਨਹੀਂ ਲੱਗਿਆ, ਅਤੇ ਹੁਣ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਹਾਂ ਕਹਿਣ ਦਾ ਜੀ ਵੀ ਉਹਨੇ ਤਾਂ ਪਾਰਟੀ ਬਦਲ ਲਈ ਜੀ, ਗਦਾਰੀ ਕਰ ਲਈ ਜੀ, ਉਹ ਤਾਂ ਵਿਕ ਗਿਆ ਜੀ, ਫਲਾਨਾ ਕਰ ਲਿਆ। ਹੁਣ ਮੌਕਾ ਮਿਲ ਗਿਆ ਉਹਨਾਂ ਨੂੰ। ਉਹ ਚਾਹੇ ਮੇਰੀ ਨਵੀਂ ਪਾਰਟੀ ਸੀ ਜਦੋਂ ਆਇਆ ਸੀ, ਚਾਹੇ ਪੁਰਾਣੇ ਵਾਲੇ ਸੀਗੇ, ਜਿਹੜੇ ਮੇਰੇ ਵਿਰੋਧੀ ਨੇ ਉਹ ਤਾਂ ਵਿਰੋਧੀ ਰਹਿਣਗੇ। ਉਹਨਾਂ ਨੇ ਥੋੜ੍ਹਾ ਵੀ ਮੈਨੂੰ ਵੈਲਕਮ ਕੀਤਾ ਸੀਗਾ ਵੀ ਮੇਰੇ ਗਲ 'ਚ ਫੁੱਲਾਂ ਦੇ ਹਾਰ ਪਾਏ ਸੀ ਵੀ ਲਓ ਜੀ ਸਾਡੀ ਪਾਰਟੀ 'ਚ ਆ ਗਿਆ। ਅਖੀਰ ਤੱਕ ਵਿਰੋਧ ਹੀ ਕਰੀ ਗਏ ਨੇ, ਕੀਤਾ ਹੀ ਹੈ ਵਿਰੋਧ। ਫਿਰ ਇਸ ਕਰਕੇ ਜਿਹੜੀ ਇਹ ਗੱਲ ਨਹੀਂ ਹੁੰਦੀ। ਗੱਲ ਇਹ ਹੁੰਦਾ ਹੈ ਵੀ ਜੇ ਮੈਂ ਪੜ੍ਹਿਆ ਲਿਖਿਆ ਸੀ, ਮੇਰਾ ਤਜਰਬਾ ਸੀ ਕੋਈ ਜਾਂ ਕੋਈ ਹੋਰ ਹੈ, ਮੈਨੂੰ ਵੀ ਤਾਂ ਫਿਰ ਸਮਝ ਆਉਂਦੀ ਹੈ ਨਾ ਵੀ ਮੇਰਾ ਲੋਕਾਂ ਦਾ ਹਿੱਤ ਕਿਸ ਗੱਲ 'ਚ ਜੁੜਿਆ ਹੋਇਆ ਹੈ, ਠੀਕ ਹੈ ਨਾ। ਹਾਂ, ਇਸ ਕਰਕੇ ਮੈਂ ਉਦੋਂ ਫੈਸਲਾ ਲਿਆ ਸੀ। ਕੋਈ ਮਾਨਹਾਨੀ ਜੇ ਕੋਈ ਸਮਝਦਾ ਹੁਣ ਕੀ ਕਰ ਸਕਦੇ ਹਾਂ ਆਪਾਂ, ਠੀਕ ਹੈ ਨਾ। ਅਤੇ ਫਿਰ ਮੇਰੇ 'ਤੇ ਜਿਹੜਾ ਸੀ ਗਾਲਾਂ ਲੋਕਾਂ ਨੇ ਕੱਢੀਆਂ, ਹੋਰ ਕੀਤੀਆਂ, ਇਹਨਾਂ ਨਹੀਂ ਕਢਾਈਆਂ ਬਲਕਿ ਇਹਨਾਂ ਲੋਕਾਂ ਨੇ। ਕੋਈ ਲੋਕਾਂ ਨੂੰ ਮੇਰੇ ਤੱਕ ਤਕਲੀਫ ਥੋੜ੍ਹਾ ਸੀ, ਠੀਕ ਹੈ। ਜਿਹੜੇ ਲੋਕ ਮੇਰੇ ਨਾਲ ਸੀ ਉਹ ਤਾਂ ਮੇਰੇ ਨਾਲ ਹੁਣ ਵੀ ਮੇਰੇ ਕੋਲ ਆਉਂਦੇ ਜਾਂਦੇ ਨੇ, ਉਹਨਾਂ ਦੇ ਕੰਮ ਹੁਣ ਵੀ ਹੁੰਦੇ ਨੇ। ਟਿਕਟ ਮੇਰੇ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਂਦਾ ਜਦੋਂ, ਹਾਂਜੀ, ਜੋ ਸਿੱਧੂ ਮੂਸੇਵਾਲੇ ਦੀ ਟਿਕਟ ਬਾਰੇ ਚਰਚਾ ਹੋ ਰਹੀ ਸੀ, ਹਾਂਜੀ, ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਸੀ ਉਦੋਂ।
ਮੇਰਾ ਚਲੋ ਵਿਰੋਧ ਕੀਤਾ, ਫਿਰ ਕੀ ਆਪਾਂ ਉਸ ਚੀਜ਼ ਨੂੰ ਮਾਨਹਾਨੀ ਤਾਂ ਨਹੀਂ ਮੈਂ ਕਰ ਸਕਦਾ ਉਹਨਾਂ 'ਤੇ ਵੀ ਹਾਂ ਜੀ ਇਹ ਤਾਂ ਪੋਲੀਟਿਕਸ ਦੇ ਵਿੱਚ ਹੁੰਦਾ ਹੀ ਹੈ। ਜੇ ਮੈਂ ਕਹਾਂ ਵੀ ਉਹਨਾਂ ਨੇ ਮੇਰੀ ਮਾਨਹਾਨੀ ਕਰਤੀ ਜਾਂ ਕੋਈ ਹੋਰ ਹੈ, ਪੋਲੀਟਿਕਸ ਦੇ ਵਿੱਚ ਬਥੇਰਿਆਂ ਦਾ ਮੈਂ ਵਿਰੋਧ ਕੀਤਾ, ਬਥੇਰਿਆਂ ਦਾ ਜਿਹੜਾ ਹੈਗਾ ਮੇਰਾ ਵੀ ਕੀਤਾ ਲੋਕਾਂ ਨੇ, ਇਹੋ ਜਿਹੀ ਗੱਲ ਨਹੀਂ ਹੈ। ਪਰ ਇਲਜ਼ਾਮ ਇਹ ਸੀ ਕਿ ਤੁਸੀਂ ਟਿਕਟ ਦੇ ਲਾਲਚ ਕਾਰਨ ਕਾਂਗਰਸ 'ਚ ਆਏ ਸੀ, ਤੁਹਾਨੂੰ ਟਿਕਟ ਨਹੀਂ ਮਿਲੀ, ਤੁਹਾਡਾ ਕੈਰੀਅਰ ਖਤਮ ਹੋ ਗਿਆ। ਅਤੇ ਫਿਰ ਇਹਦੇ ਨਾਲ ਲੋਕਾਂ ਨੂੰ ਕੀ ਨੁਕਸਾਨ ਹੋਇਆ? ਮੈਂ ਕਹਿਣਾ ਮੈਂ ਪਾਰਟੀ 'ਚ ਆਇਆ, ਕਾਂਗਰਸ 'ਚ ਆਇਆ, ਜਿੱਦੇ ਮੈਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਆਇਆ, ਮੈਨੂੰ ਐਂ ਦੱਸੋ ਵੀ ਕਿਹਦਾ ਬਿਜ਼ਨਸ ਬੰਦ ਹੋ ਗਿਆ ਮੇਰੇ ਹਲਕੇ 'ਚ, ਕਿਹਦੀ ਮੈਚ ਦੁੱਧ ਦੇਣੋਂ ਹਟ ਗਈ, ਕਿਹਦਾ ਬੱਚਾ ਪੜ੍ਹਾਈ ਤੋਂ ਭੱਜ ਗਿਆ, ਜਾਂ ਕੋਈ ਹੋਰ ਆ ਵੀ ਕਹੇ ਵੀ ਮੇਰਾ ਪਰਸਨਲ ਨੁਕਸਾਨ ਆ ਹੋ ਗਿਆ ਜੀ ਤੁਹਾਡੇ ਪਾਰਟੀ ਬਦਲਣ ਨਾਲ। ਅਤੇ ਜੇ ਹੁਣ ਮੈਨੂੰ ਟਿਕਟ ਪਾਰਟੀ ਨੇ ਨਹੀਂ ਦਿੱਤੀ ਤਾਂ ਹੁਣ ਕਿਹਦਾ ਨੁਕਸਾਨ ਹੋ ਗਿਆ? ਹਜੇ ਲੋਕ ਇਸ ਗੱਲ 'ਚ ਤਾਂ ਨੁਕਸਾਨ ਸਮਝਦੇ ਨੇ ਵੀ ਇੱਕ ਬੰਦਾ ਉਹ ਜਿਸ ਲੋਕਾਂ ਦੀ ਸੇਵਾ ਵਾਸਤੇ ਦਫ਼ਤਰ ਖੋਲ੍ਹਿਆ ਹੋਇਆ ਸੀ, ਜਿਹੜਾ ਹਰੇ ਲੋਕਾਂ ਦੇ ਇਨ ਟੱਚ ਰਹਿੰਦਾ ਸੀਗਾ, ਅਤੇ ਜਿਹਨੂੰ ਕੰਮ ਕਰਾਉਣੇ ਵੀ ਆਉਂਦੇ ਸੀ, ਕੋਈ ਚਿੱਠੀ ਪੱਤਰ ਲਿਖਣਾ ਵੀ ਆਉਂਦਾ ਸੀ, ਅਤੇ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੇ ਕੰਮ ਵੀ ਕਰਾਉਂਦਾ ਸੀ, ਉਹ ਤਾਂ ਲੋਕ ਮਹਿਸੂਸ ਕਰਦੇ ਵੀ ਯਾਰ ਜੇ ਤੁਸੀਂ ਹੁੰਦੇ ਠੀਕ ਹੈ, ਅਤੇ ਉਹ ਲੋਕਾਂ ਦਾ ਪ੍ਰੂਫ ਵੀ ਹੋ ਗਿਆ। ਤੁਸੀਂ ਮੰਨਦੇ ਸੀ ਗਲਤ ਸੀ ਟਿਕਟ ਦੇਣਾ ਸਿੱਧੂ ਨੂੰ? ਦੇਖੋ ਗੱਲ ਪਤਾ ਕੀ ਹੁੰਦੀ ਹੈ, ਪਹਿਲੀ ਗੱਲ ਤਾਂ ਇਹ ਵੀ ਉਹ ਕਲਾਕਾਰ ਸੀ ਜੀ, ਉੱਚ ਕੋਟੀ ਦਾ ਕਲਾਕਾਰ ਸੀ, ਕੋਈ ਐਂ ਵੀ ਨਹੀਂ ਸੀ ਕੋਈ ਮਾੜਤੀੜ ਕਲਾਕਾਰ ਸੀ, ਪਰ ਕੋਈ ਜ਼ਰੂਰੀ ਤਾਂ ਨਹੀਂ ਹੁੰਦੀ ਉੱਚ ਕੋਟੀ ਦਾ ਕਲਾਕਾਰ ਹੈ ਉਹ ਪੋਲੀਟੀਕਲੀ ਵੀ ਸਕਸੈਸਫੁਲ ਹੋਵੇ। ਇਹਨਾਂ ਨੇ ਠੀਕ ਹੈ ਪਾਰਟੀ ਨੇ ਸੋਚ ਲਿਆ ਸੀ ਵੀ ਇੱਕ ਸੈਲੀਬ੍ਰਿਟੀ ਨੂੰ ਅਸੀਂ ਲੈ ਕੇ ਆਵਾਂਗੇ ਵੀ ਸ਼ਾਇਦ ਉਹਦੇ ਨਾਲ ਸਾਨੂੰ ਦੂਜੇ ਪਾਸੇ ਹੀ ਫਾਇਦਾ ਹੋਊਗਾ, ਪਰ ਫਾਇਦਾ ਤਾਂ ਉੱਥੇ ਵੀ ਨਹੀਂ ਹੋਇਆ। ਠੀਕ ਹੈ, ਆਮ ਆਦਮੀ ਪਾਰਟੀ ਜਿਹੜੀ ਪਹਿਲਾਂ ਮੇਰੇ ਵੇਲੇ ਉਦੋਂ 20,500 ਵੋਟਾਂ ਦੇ ਫਰਕ ਨਾਲ ਜਿੱਤੀ ਸੀ, ਹੁਣ 63,000 ਵੋਟਾਂ ਦੇ ਫਰਕ ਨਾਲ ਜਿੱਤ ਗਈ। ਠੀਕ ਹੈ ਨਾ, ਤਾਂ ਫਿਰ ਉਹਦੇ ਵਿੱਚ ਆਪਾਂ ਕਿਵੇਂ ਕਹਾਂ ਵੀ ਹਾਂ ਫੈਸਲਾ ਠੀਕ ਸੀ? ਦੋਨੇ ਫੈਸਲੇ ਸਰਕਾਰ ਕਾਂਗਰਸ ਪਾਰਟੀ ਨੇ ਜਿਹੜੇ ਲਏ ਸੀਗੇ ਉਹ ਦੋਨੇ ਗਲਤ ਪ੍ਰੂਵ ਹੋਏ ਨੇ। ਉਹਦਾ ਸਮਾਂ ਸਾਰੇ ਪੰਜਾਬ 'ਚ ਨੁਕਸਾਨ ਹੋਇਆ। ਪਹਿਲੀ ਗੱਲ ਤਾਂ ਇਹ ਮਾਲਵਿਕਾ ਸੂਦ ਨੂੰ ਕੀ ਸੋਚ ਕੇ ਟਿਕਟ ਦਿੱਤੀ ਸੀ? ਜੀ, ਸਿੱਧੂ ਮੂਸੇ ਵਾਲੇ ਵਿਚਾਰੇ ਨੂੰ ਲਿਆਂਦਾ, ਜਿਸ ਤਰ੍ਹਾਂ ਦੀ ਉਹਨੂੰ ਸਿਕਿਉਰਿਟੀ ਥ੍ਰੈਟ ਸੀ, ਉਹਦਾ ਇਲੈਕਸ਼ਨ ਲੜਨਾ ਉਹਦੇ ਪਰਸਨਲ ਐਂਗਲ ਤੋਂ ਹੀ ਗਲਤ ਸੀ, ਉਹਦੇ ਪਰਿਵਾਰਕ ਐਂਗਲ ਤੋਂ ਵੀ ਗਲਤ ਕਹਿ ਸਕਦੇ ਹਾਂ ਆਪਾਂ। ਜੇ ਉਹ ਪੋਲੀਟਿਕਸ 'ਚ ਨਾ ਹੁੰਦਾ ਉਹ ਤਾਂ ਅਲੱਗ ਗੱਲ ਹੈ ਵੀ ਜੋ ਉੱਪਰੋਂ ਲਿਖਤ ਲਿਖਾ ਕੇ ਕੋਈ ਆਇਆ ਉਵੇਂ ਕਈ ਵਾਰੀ ਹੋ ਜਾਂਦਾ ਹੈ, ਪਰ ਦੂਜੇ ਪਾਸੇ ਪੋਲੀਟਿਕਸ 'ਚ ਨਾ। ਮੇਰੀ ਮਜਬੂਰੀ ਹੈ ਕਿਸੇ ਪਾਰਟੀ ਜਾਣਾ, ਮੈਨੂੰ ਜਾਣਾ ਪਊ, ਮੇਰੀ ਮਜਬੂਰੀ ਆ। ਦੇਖੋ ਉਹਦੀ ਮਜਬੂਰੀ ਹੋ ਸਕਦੀ ਹੈ, ਪਾਰਟੀ ਦੀ ਕੀ ਮਜਬੂਰੀ ਹੈ ਵੀ ਹਾਂ ਵੀ ਅਸੀਂ ਲੈਣਾ ਹੈ। ਉਹਨਾਂ ਨੇ ਇਹਦਾ ਮਤਲਬ ਅਵੈਲੂਏਸ਼ਨ ਜਿਹੜੀ ਕੀਤੀ, ਇਹਦਾ ਮਤਲਬ ਸਾਰੀਆਂ ਗਲਤ ਅਵੈਲੂਏਸ਼ਨਸ ਕਰਦੇ ਨੇ, ਜੋ ਸਰਵੇ ਕਰਾਏ ਸਾਰੇ ਗਲਤ ਕਰਾਉਂਦੇ ਨੇ, ਇਹ ਵੀ ਤਾਂ ਪ੍ਰੂਵ ਹੋਇਆ ਨਾ। ਜੇ ਸਵਾਗਤ ਹੋਇਆ ਸੀ ਉਦੋਂ ਸਿੱਧੂ ਸਾਹਿਬ ਵੀ ਉੱਥੇ ਸੀ, ਚੰਨੀ ਸਾਹਿਬ ਵੀ ਉੱਥੇ ਸੀ, ਰਾਇਆ ਵੜਿੰਗ ਵੀ ਉੱਥੇ ਸੀ, ਅਤੇ ਉਹਨਾਂ ਦੇ ਨਾਲ ਦੀ ਨਾਲ 3 ਲੱਖ ਫਾਲੋਅਰ ਵੀ ਤਾਂ ਨਾਲ ਦੀ ਨਾਲ ਘਟ ਗਿਆ ਸੀ। ਉਹ ਸਵਾਗਤ ਕਿਸੇ ਨੇ ਨਹੀਂ ਦੇਖਿਆ, ਜਾਂ ਉਦੋਂ ਬਾਅਦ ਜੋ ਲੋਕਾਂ ਨੇ ਵੋਟਾਂ ਪਾਈਆਂ ਉਹ ਸਵਾਗਤ ਕਿਸੇ ਨੇ ਨਹੀਂ ਦੇਖਿਆ। ਇਹਦਾ ਮਤਲਬ ਪਾਰਟੀਜ਼ ਨੂੰ ਵੈਲੂਏਸ਼ਨ ਲੋਕਾਂ ਦੀ ਕਰਨੀ ਹੋਈ ਨਹੀਂ ਆਉਂਦੀ, ਉਹ ਪ੍ਰੂਵ ਹੋ ਗਿਆ। ਸਰਕਾਰ ਦੇਖੋ ਮੇਰੀ ਗੱਲ ਸੁਣੋ, ਨਵੰਬਰ ਦਸੰਬਰ ਤੱਕ ਪਾਰਟੀ ਦੀ ਕੋਈ ਜਿਹੜੀ ਸਾਰੇ ਇਹ ਕਹਿੰਦੇ ਸੀ ਪਾਰਟੀ ਦੀ ਸਰਕਾਰ ਬਣੂਗੀ, ਰਿਪੀਟ ਹੋਊਗੀ, ਪਰ ਜੋ ਪਾਰਟੀ ਨੇ ਗਲਤੀਆਂ ਕਰ ਲਈਆਂ ਤਾਂ ਕੁਦਰਤੀ ਤੌਰ 'ਤੇ ਫਿਰ ਲੋਕਾਂ ਨੇ ਦਿਖਾਤਾ ਸ਼ੀਸ਼ਾ। ਲੱਗਦਾ ਕਿ ਹਾਈ ਕਮਾਂਡ ਅੰਦਾਜ਼ਾ ਲਗਾਉਣ 'ਚ ਗਲਤ ਰਹਿ ਗਈ 2022 'ਚ? ਇਹ ਤਾਂ ਪ੍ਰੂਵ ਹੋ ਗਿਆ। ਇਹ ਤਾਂ ਜੇ ਤਾਂ ਪਹਿਲਾਂ ਕਹਿੰਦੇ ਆਪਾਂ ਵੀ ਗਲਤ ਅੰਦਾਜ਼ਾ ਲਗਾ ਰਹੇ ਹੈ, ਹੋ ਸਕਦਾ ਮੈਂ ਗਲਤ ਹੁੰਦਾ, ਅਸੀਂ ਤਾਂ ਹਾਲਾਂ ਕਿਹਾ ਸੀ ਵੀ ਤੁਸੀਂ ਗਲਤ ਅੰਦਾਜ਼ੇ ਲਗਾ ਰਹੇ ਹੋ। ਠੀਕ ਹੈ, ਪਰ ਉਦੋਂ ਇਹ ਸੀ ਵੀ ਇਹ ਤਾਂ ਐਵੇਂ ਕਹਿ ਰਿਹਾ ਜੀ, ਇਹਦੇ ਮਗਰ ਤਾਂ ਕੋਈ ਵੀ ਨਹੀਂ। ਠੀਕ ਹੈ ਨਾ, ਅਤੇ ਹੁਣ ਤਾਂ ਗਲਤ ਪ੍ਰੂਵ ਖੁਦ ਹੋ ਗਏ ਨਾ, ਹੁਣ ਤਾਂ ਦੱਸਣ ਦੀ ਵੀ ਲੋੜ ਨਹੀਂ ਵੀ ਗਲਤ ਪ੍ਰੂਵ ਹੋ ਹੀ ਗਏ ਚੁੱਕੇ, ਉਹ ਸਾਰਾ ਕੁਝ ਹੋਇਆ। ਠੀਕ ਹੈ ਜੀ, ਮਾਲਵਿਕਾ ਸੂਦ ਵਾਲਾ ਵੀ ਗਲਤ ਫੈਸਲਾ ਪ੍ਰੂਵ ਹੋਇਆ, ਇੱਥੇ ਵਾਲਾ ਹੀ ਪ੍ਰੂਵ ਹੋ ਗਿਆ। ਇਹਨਾਂ ਕਰਕੇ ਸਮਾਂ ਇਸ ਤਰ੍ਹਾਂ ਦੇ ਫੈਸਲੇ ਲੈਣ ਕਰਕੇ ਜੋ ਪਾਰਟੀ 'ਚ ਚੱਲਿਆ, ਇਨਡਿਸਿਪਲਿਨ ਕ੍ਰੀਏਟ ਹੋਇਆ। ਮੈਨੂੰ ਇੱਕ ਚੀਜ਼ ਦੱਸੋ, ਚੰਨੀ ਸਾਹਿਬ ਇੱਕ ਪਾਸੇ ਆਈਕਨ ਸੀ, ਫਿਰ ਉਹਨੂੰ 2 ਸੀਟਾਂ ਤੋਂ ਖੜ੍ਹਨ ਦੀ ਕੀ ਲੋੜ ਸੀ? ਉਹ ਫੈਸਲਾ ਗਲਤ ਸੀ, ਗਲਤ ਫੈਸਲਾ। ਤੁਹਾਨੂੰ ਵਿਸ਼ਵਾਸ ਹੀ ਨਹੀਂ ਆਪਦੇ ਲੋਕਾਂ 'ਤੇ, ਜਿੱਥੋਂ ਤੁਸੀਂ ਪਹਿਲਾਂ ਨੁਮਾਇੰਦਗੀ ਕਰਦੇ ਹੋ ਤੁਸੀਂ ਉਹਨਾਂ ਦਾ ਵਿਸ਼ਵਾਸ ਕਰ ਹੀ ਨਹੀਂ ਰਹੇ, ਉਹ ਤੁਹਾਨੂੰ ਜਿਤਾ ਕੇ ਭੇਜਣਗੇ। ਫਿਰ ਤੁਸੀਂ ਯਾਰ ਮੇਰੀ ਗੱਲ ਸੁਣੋ, ਇਦੋਂ ਵੱਡਾ ਇਨਡਿਸਿਪਲਿਨ ਕੀ ਹੋ ਸਕਦਾ ਹੈ ਵੀ ਮੁੱਖ ਮੰਤਰੀ ਦਾ ਭਰਾ ਆਜ਼ਾਦ ਲੜ ਰਿਹਾ ਹੋਵੇ? ਜੀ, ਉਹਦਾ ਕਹਿ ਰਹੇ ਸੀ ਮੈਨੂੰ ਮੇਰੇ ਭਰਾ ਦੇ ਖਾਤੇ ਸਪੋਰਟ ਆ। ਫਿਰ ਗਲਤ ਪ੍ਰੂਵ ਹੋ ਕੇ ਨਾ ਹੋਈ ਕਿ ਨਹੀਂ ਹੋਈ? ਠੀਕ ਹੈ ਨਾ। ਕਾਂਗਰਸ ਨੂੰ ਕਿਹੜਾ ਚਿਹਰਾ ਲੈਣਾ ਚਾਹੀਦਾ ਮੁੱਖ ਮੰਤਰੀ ਦੇ ਲਈ ਤੁਹਾਡੇ ਹਿਸਾਬ ਦੇ ਨਾਲ? ਮੇਰੇ ਹਿਸਾਬ ਨਾਲ ਤਾਂ ਇਹ ਹੈ ਜੀ, ਜੇ ਸੱਚ ਪੁੱਛੋ ਤੁਸੀਂ ਜੀ, ਵੀ ਹਾਈ ਕਮਾਂਡ ਨੂੰ ਨਵਜੋਤ ਸਿੰਘ ਸਿੱਧੂ ਨੂੰ ਕੌਨਫੀਡੈਂਸ 'ਚ ਲੈਣਾ ਚਾਹੀਦਾ ਸੀਗਾ। ਉਹਨੂੰ ਬੁਲਾ ਕੇ ਕਹਿੰਦੇ ਸਿੱਧੂ ਸਾਹਿਬ ਜੇ ਅਸੀਂ ਤੁਹਾਨੂੰ ਚਿਹਰਾ ਲਾਉਂਦੇ ਹਾਂ ਤਾਂ ਵੀ ਲੋਕਾਂ 'ਚ ਗਲਤ ਪ੍ਰਭਾਵ ਜਾਊ, ਆਪਾਂ ਵੋਟਾਂ ਲੂਜ਼ ਕਰਾਂਗੇ। ਅਤੇ ਚੰਨੀ ਨੂੰ ਚਿਹਰਾ ਲਾਉਣਾ ਤਾਂ ਵੈਸੇ ਹੀ ਗਲਤ ਸੀ, ਕਿਉਂਕਿ ਉਦੋਂ ਤੱਕ ਇਹ ਨਹੀਂ ਆਪਾਂ ਕਹਿੰਦੇ, ਅਦਰਵਾਈਜ਼ ਪਰਫਾਰਮੈਂਸ ਐਂਗਲ ਤੋਂ ਠੀਕ ਹੈ, ਲੋਕਾਂ ਨੇ ਐਵੈਲੂਏਟ ਕਰਨਾ ਹੈ ਕੀ ਕਰਨਾ ਹੈ। ਠੀਕ ਹੈ ਨਾ, ਕਿਸੇ ਨੂੰ ਚੰਗੀ ਲੱਗੀ ਪਰਫਾਰਮੈਂਸ, ਕਿਸੇ ਨੂੰ ਮਾੜੀ ਲੱਗੀ। ਪਰ ਦੂਜੇ ਪਾਸੇ ਇਹ ਹੈ ਵੀ ਜਿਹੜਾ ਉਹਨਾਂ 'ਤੇ ਈਡੀ ਦਾ ਰੇਡ ਪੈ ਚੁੱਕੀ ਸੀ ਉਹਨਾਂ ਦੇ ਭਾਣਜੇ 'ਤੇ, ਉਹਦੇ ਕੋਲ 10 ਕਰੋੜ ਰੁਪਈਆ ਫੜਿਆ ਗਿਆ। ਠੀਕ ਹੈ ਨਾ ਜੀ, ਇਨਡਿਸਕ੍ਰਿਮੀਨੇਟ ਡਾਕੂਮੈਂਟ ਫੜੇ ਗਏ। ਠੀਕ ਹੈ ਨਾ, 50-55 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਡਾਕੂਮੈਂਟ ਸੀ ਉਹ ਕਿੱਡਾ ਵੱਡਾ ਡੈਂਟ ਸੀ। ਅਤੇ ਉਦੋਂ ਚੰਨੀ ਸਾਹਿਬ ਨੂੰ ਵੀ ਬੇਨਤੀ ਕਰ ਲੈਂਦੀ ਪਾਰਟੀ ਵੀ ਚੰਨੀ ਸਾਹਿਬ ਹੁਣ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ,
ਸਾਨੂੰ ਨਹੀਂ ਠੀਕ ਲੱਗਣਾ, ਆਪਾਂ ਲੂਜ਼ ਕਰ ਜਾਾਂਗੇ ਇਲੈਕਸ਼ਨ। ਇਸ ਕਰਕੇ ਤੁਸੀਂ ਪਾਰਟੀ ਹਿੱਤ ਦੇ ਵਿੱਚ ਆਪਣੇ ਆਪ ਹੀ ਵਿਡਰਾ ਕਰ ਜਾਓ। ਮੈਂ ਮੁੱਖ ਮੰਤਰੀ ਦਾ ਚਿਹਰਾ ਨਹੀਂ, ਕਿਸੇ ਦਾ ਤੁਸੀਂ ਨਾਂ ਲੈ ਦਿਓ। ਜੇ ਨਾ ਵੀ ਲੈਂਦੇ ਉਹ ਤਾਂ ਨਾਰਾਜ਼ਗੀ ਨੂੰ ਦੂਰ ਕਰ ਲਈ ਸਿੱਧੂ ਸਾਹਿਬ ਨੂੰ ਕੌਨਫੀਡੈਂਸ 'ਚ ਲੈ ਲੈਂਦੇ ਵੀ ਯਾਰ ਆਪਾਂ ਇਸ ਵਾਰੀ ਫਾਰਮੂਲਾ ਇਹ ਲਾ ਦਿਓ ਵੀ ਪਿਛਲੇ ਵਾਰੀ ਫਾਰਮੂਲਾ ਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਫੇਸ ਡਿਕਲੇਅਰ ਕਰਤਾ ਸੀ ਪਹਿਲਾਂ ਹੀ, ਠੀਕ ਹੈ ਨਾ। ਪਰ ਉਹਦਾ ਆਪਾਂ ਨੂੰ ਨੁਕਸਾਨ ਹੋਇਆ ਵੀ ਉਹ ਬੰਦਾ ਓਵਰ ਕੌਨਫੀਡੈਂਸ 'ਚ ਆ ਗਿਆ ਜਾਂ ਹੰਕਾਰ 'ਚ ਆ ਗਿਆ, ਜੋ ਮਰਜ਼ੀ ਹੋ ਗਿਆ ਵੀ ਉਹਨੂੰ ਪਹਿਲਾਂ ਹੀ ਉਹ ਕਲੇਮ ਕਰ ਲੱਗ ਗਿਆ ਵੀ ਮੇਰੇ ਕਰਕੇ ਵੋਟਾਂ ਪਈਆਂ ਨੇ, ਠੀਕ ਹੈ ਨਾ। ਅਤੇ ਦੂਜੇ ਪਾਸੇ ਵੀ ਇਸ ਵਾਰੀ ਆਪਾਂ ਚੁਣੇ ਹੋਏ MLA 'ਤੇ ਛੱਡ ਦਿੰਦੇ ਹਾਂ ਵੀ ਜੀ ਜੋ ਕੌਨਸਟੀਟਿਊਸ਼ਨ ਕਹਿੰਦਾ ਹੈ, ਜੋ ਮਰਜ਼ਾਦਾ ਕਹਿੰਦੀ ਹੈ ਵੀ ਜਿਹੜਾ ਆਪਦਾ ਲੀਡਰ ਹੈ ਉਹ ਤਾਂ ਚੁਣੇ ਹੋਏ MLA ਨੇ ਚੁਣਨਾ ਹੁੰਦਾ ਹੈ, ਅਤੇ ਆਪਾਂ ਉਹਨਾਂ ਦੀ ਛੱਡ ਦਿੰਦੇ ਹਾਂ ਵੀ ਉਹ ਚੁਣਨਗੇ ਜੀ। ਬਾਅਦ ਦੇ ਵਿੱਚ ਤਾਂ ਪਤਾ ਹੀ ਹੁੰਦਾ MLA ਨੇ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਐਂ ਕਹਿਣਾ ਹੁੰਦਾ ਜੀ ਜੋ ਹਾਈ ਕਮਾਂਡ ਕਰੂਗੀ ਸਾਰੇ ਅਧਿਕਾਰ ਅਸੀਂ ਹਾਈ ਕਮਾਂਡ ਨੂੰ ਦਿੰਦੇ, ਫਿਰ ਉਹ ਕਰ ਲੈਂਦੇ। MLA ਤਾਂ ਉਹ ਚੁਣਿਆ ਸੀ ਸੁਨੀਲ ਜਾਖੜ, ਪਰ ਮੁੱਖ ਮੰਤਰੀ ਬਣਿਆ ਚੰਨੀ ਜੀ। ਫਿਰ ਜਿਹੜਾ ਰਿਜ਼ਲਟ ਨਿਕਲੇ, ਫਿਰ ਦੇਖੋ ਮੇਰੀ ਗੱਲ ਸੁਣੋ, ਜੇ ਗਲਤੀਆਂ ਕੀਤੀਆਂ ਰਿਜ਼ਲਟ ਸਾਹਮਣੇ ਹੀ ਹੈ। ਇਹ ਤਾਂ ਉਹ ਤਾਂ ਹੈ ਹੀ ਨਹੀਂ ਵੀ ਮੌਜੂਦਾ ਪ੍ਰਧਾਨ ਤੇ ਹੋਣੇ ਜੀ, ਸਾਡੇ ਮੌਜੂਦਾ ਪ੍ਰਧਾਨ, ਹਾਂਜੀ, ਉਹਨਾਂ ਨੂੰ ਕਿਉਂ ਦਿੰਦੇ ਰਾਈਵਡਿੰਗ ਸਹੀ ਕਾਰਵਾਈ ਕਰ ਰਹੇ ਨੇ। ਦੇਖੋ ਮੌਜੂਦਾ ਤੇ ਇਹ ਹੈ, ਜਿਵੇਂ ਅੱਜ ਕੋਈ ਕਮੈਂਟ ਕਰਾਂ ਤਾਂ ਇਹ ਹੋ ਜਾਂਦਾ ਹੈ ਵੀ ਅਗਲਾ ਕਹਿੰਦਾ ਵੀ ਸ਼ਾਇਦ ਇਹਨਾਂ ਦੀ ਕੋਈ ਆਪਸੀ ਕੋਈ ਨੈਗੇਟਿਵਿਟੀ ਇੱਕ ਦੂਜੇ ਨਾਲ ਹੈ ਜਾਂ ਕੋਈ ਹੋਰ ਹੈ, ਵੀ ਉਹ ਵੀ ਕਾਰਨ ਹੋ ਸਕਦਾ ਹੈ, ਠੀਕ ਹੈ। ਪਰ ਜਿਹੜੇ ਪਿਛਲੀਆਂ ਗੱਲਾਂ ਕੀਤੀਆਂ ਉਹ ਤਾਂ ਹੋ ਚੁੱਕੀਆਂ ਨਾ, ਉਹਦਾ ਰਿਜ਼ਲਟ ਸਾਹਮਣੇ ਆ ਗਿਆ, ਠੀਕ ਹੈ ਨਾ। ਹੁਣ ਦਾ ਜਿਹੜਾ ਰਿਜ਼ਲਟ ਹੈ ਉਹ ਸੰਗਰੂਰ 'ਚ ਆ ਗਿਆ। ਵੈਸੇ ਤਾਂ ਸੰਗਰੂਰ ਦੇ ਵਿੱਚ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਆ ਵੀ 3 ਮਹੀਨੇ ਬਾਅਦ ਇਹਨਾਂ ਨੂੰ ਮਾਂਜ ਕੇ ਰੱਖਤਾ ਲੋਕਾਂ ਦਾ, ਉਹਨਾਂ ਨੂੰ ਤਾਂ ਜ਼ਿਆਦਾ ਡਿਸਕ੍ਰੈਡਿਟ ਇਸ ਗੱਲ ਦਾ ਜਾਂਦਾ ਹੈ ਵੀ ਉਹ ਰੂਲਿੰਗ ਪਾਰਟੀ ਸੀ, 3 ਮਹੀਨੇ ਪਹਿਲਾਂ ਪਾਵਰ 'ਚ ਆਏ ਸੀ, ਪਰ ਅਸੀਂ ਵੀ ਤਾਂ BJP ਦੇ ਬਰਾਬਰ ਜੀ ਆ ਗਏ। 3 ਹਲਕਿਆਂ 'ਚ ਤਾਂ ਕਾਂਗਰਸ ਤੋਂ ਵੱਧ ਵੋਟਾਂ ਲੈ ਗਈ BJP, ਠੀਕ ਹੈ ਨਾ। ਅਤੇ ਉਹਨਾਂ ਦਾ 8-9 ਹਜ਼ਾਰ ਵੋਟਾਂ ਦਾ ਫਰਕ ਹੈਗਾ, ਅਤੇ ਫਿਰ ਅਸੀਂ ਬਰਾਬਰ ਜੇ ਆ ਗਏ। ਫਿਰ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ ਸਾਡੀ ਕਾਂਗਰਸ ਦੀ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ, ਚਾਹੇ ਇੱਥੇ ਹੈ ਚਾਹੇ ਉੱਥੇ ਹੈ ਜਾਂ ਕੋਈ ਹੋਰ ਹੈ, ਕਿਤੇ ਤਾਂ ਕੋਈ ਨਾ ਕੋਈ ਗਲਤੀ ਹੋਈ ਹੈ ਨਾ। ਤੁਹਾਡੀ ਪਾਰਟੀ ਨਵੇਂ ਪ੍ਰਧਾਨ ਬਣੇ ਨੇ, ਲੱਗਦਾ ਬਦਲਾਅ ਆਉਣਗੇ ਖੇਡ ਤੱਕ? ਨਹੀਂ, ਦੇਖੋ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਹੁੰਦੀਆਂ ਇਹਨਾਂ ਦੇ ਵਿੱਚ ਬਦਲਾਅ ਦੀ ਇਹ ਹੁੰਦੀ ਹੈ ਵੀ ਟਾਈਮ ਲੱਗਦਾ ਹੁੰਦਾ ਹੈ, ਕਿਉਂਕਿ ਹੁਣ ਤੱਕ ਦਾ ਜਿਹੜਾ ਰਹੀ ਹੈ ਪੋਲੀਟਿਕਸ। ਹਾਂ, ਹੁਣ ਮੈਂ ਤੁਹਾਨੂੰ ਦੱਸਦਾ, ਜਿਹੜੀ ਪਾਰਟੀਆਂ ਓਪੋਜੀਸ਼ਨ ਦੇ ਵਿੱਚ ਹੁੰਦੀਆਂ ਇਹਨਾਂ ਦੀ ਪਰਫਾਰਮੈਂਸ ਆਪ ਦੀ ਪੋਜ਼ੀਟਿਵ ਹੋਵੇ ਪਹਿਲੀ ਗੱਲ ਤਾਂ, ਅਤੇ ਦੂਜੇ ਪਾਸੇ ਜ਼ਿਆਦਾ ਨੈਗੇਟਿਵ ਹੋ ਜੇ ਫਿਰ ਪਾਰਟੀ ਉੱਭਰ ਜਾਂਦੀ ਹੁੰਦੀ ਹੈ। ਜੇ ਦੂਜੇ ਪਾਸਿਓਂ ਤਾਂ ਪੋਜ਼ੀਟਿਵ ਹੋਈ ਜਾਵੇ ਅਤੇ ਤੁਹਾਡੀ ਕੋਈ ਪੋਜ਼ੀਟਿਵ ਨਾ ਹੋਵੇ ਤਾਂ ਫਿਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਉਹਨਾਂ ਦੀ ਨੈਗੇਟਿਵਿਟੀ ਦਾ ਅਸਰ ਤੁਹਾਨੂੰ ਪੈ ਜੇ। ਹੁਣ ਖੜਗੇ ਸਾਹਿਬ ਨੂੰ ਬਣਾਇਆ ਹੈ ਤਾਂ ਕੁਦਰਤੀ ਤੌਰ 'ਤੇ ਹੈ ਉਹ ਮੈਚਿਓਰ ਲੀਡਰ ਨੇ, ਬੜਾ ਐਕਸਪੀਰੀਅੰਸ ਹੈ ਉਹਨਾਂ ਦਾ, ਅਤੇ ਜੇ ਸਰਬ ਪ੍ਰਵਾਨਤ ਨੇ ਤਾਂ ਨੈਚੁਰਲੀ ਹੈ ਤਾਂ ਹੀ ਉਹਨਾਂ ਨੂੰ ਚੁਣਿਆ ਗਿਆ, ਚੋਣ ਕੀਤੀ ਹੈ ਉਹਦੀ, ਥੋਪਿਆ ਤਾਂ ਗਿਆ ਨਹੀਂ। ਇਸ ਕਰਕੇ ਚੁਣਿਆ ਹੋਇਆ ਲੀਡਰ ਕੁਦਰਤੀ ਤੌਰ 'ਤੇ ਹੁੰਦਾ, ਲੋਕਾਂ ਨੂੰ ਚੰਗਾ ਲੱਗਦਾ ਵੀ ਇਹ ਡੈਮੋਕ੍ਰੈਟਿਕ ਵੇ ਨਾਲ ਪ੍ਰਧਾਨ ਬਣਾਇਆ ਅਤੇ ਚੰਗੇ ਫੈਸਲੇ ਲਊਗਾ ਅਤੇ ਪਾਰਟੀ ਨੂੰ ਨਾਲ ਲੈ ਕੇ ਚੱਲਣਗੇ, ਅਤੇ ਅਸੀਂ ਸਾਰੇ ਇਸ ਚੀਜ਼ 'ਤੇ ਖੁਸ਼ ਹਾਂ। ਲੱਗਦਾ ਜੀ ਜੋ ਸਿੱਧੂ ਜੇਲ੍ਹ 'ਚੋਂ ਬਾਹਰ ਆਉਣਗੇ ਤੇ ਅਗਵਾਈ ਕਰਨ ਕਾਂਗਰਸ ਦੀ, ਇਹ ਹਜੇ ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਦੀ ਗੱਲ ਹੈਗੀ ਹੈ, ਬਟ ਐਟ ਦੀ ਸੇਮ ਟਾਈਮ ਕੁਦਰਤੀ ਹੈ ਵੀ ਉਹ ਸੀਨੀਅਰ ਲੀਡਰ ਨੇ, ਚੰਗਾ ਫੇਸ ਨੇ, ਐਟਲੀਸਟ ਉਹਨਾਂ 'ਤੇ ਕੋਈ ਕਰਪਸ਼ਨ ਦਾ ਦਾਗ ਨਹੀਂ ਹੈ, ਕੋਈ ਨਹੀਂ ਹੈ, ਠੀਕ ਹੈ। ਨੁਕਸ ਕੱਢਣ ਵਾਲੇ ਤਾਂ ਹਰ ਇੱਕ 'ਚ ਕੱਢੀ ਜਾਣਾ ਹੁੰਦਾ ਹੈ, ਠੀਕ ਹੈ। ਇਸ ਕਰਕੇ ਚੰਗੇ ਲੀਡਰ ਨੇ, ਉਹ ਪਾਰਟੀ ਉਹਨਾਂ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ, ਕੋਈ ਜ਼ਰੂਰੀ ਨਹੀਂ ਵੀ ਸਟੇਟ 'ਚ, ਸੈਂਟਰ 'ਚ ਤਾਂ ਦੇ ਸਕਦੀ ਹੈ। ਲੀਡਰ ਤਾਂ ਸਾਰੇ ਕਿਤੇ ਚਾਹੀਦੇ ਹੁੰਦੇ ਨੇ। ਅਤੇ ਪੰਜਾਬ 'ਚ ਕੌਣ ਚਾਹੀਦਾ ਕਾਂਗਰਸ ਦੇ ਲਈ ਤੁਹਾਡੇ ਹਿਸਾਬ 'ਚ? ਕਿਵੇਂ ਜੀ? ਪ੍ਰਧਾਨ ਕੌਣ ਚਾਹੀਦਾ ਕਾਂਗਰਸ ਦੇ ਲਈ, ਜੋ ਕਾਂਗਰਸ ਨੂੰ 2024 2027 ਤੱਕ ਤਿਆਰ ਕਰ ਲਵੇ? ਹਜੇ 2027 'ਚ ਬਹੁਤ ਵਕਤ ਪਿਆ, ਹਜੇ ਸਾਰਿਆਂ ਨੂੰ ਹਿੱਟ ਐਂਡ ਟ੍ਰਾਇਲ ਮੈਥਡ ਚੱਲਦੇ ਹੁੰਦੇ ਨੇ, ਹਜੇ ਸ਼ੁਰੂਆਤ ਹੈ, ਠੀਕ ਹੈ ਨਾ ਜੀ। ਅਤੇ ਕੋਈ ਗੱਲ ਨਹੀਂ, ਪਰਫਾਰਮੈਂਸ ਵਿੱਚ ਦੇਖੀ ਜਾਊਗੀ, ਫਿਰ ਜੋ ਪਰਫਾਰਮੈਂਸ ਲੋਕਾਂ ਨੂੰ ਉੱਥੇ ਪਤਾ ਲੱਗੂ ਕੰਟੀਨਿਊ ਕਰਾ ਲੈਣਗੇ, ਨਹੀਂ ਚੰਗੀ ਲੋਕ ਡਿਸਕੰਟੀਨਿਊ ਕਰ ਦੇਣਗੇ। ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਲੋਕ ਜਿਹੜੇ ਉਹ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਨੇ। ਸਰਕਾਰ ਜ਼ਿੰਮੇਵਾਰ ਦੇਖੋ ਇਸ ਤਰ੍ਹਾਂ ਹੁੰਦੀ ਹੈ ਵੀ ਜਿਹੜੇ ਬੰਦੇ ਰਿਸਪੋਂਸੀਬਲ ਹੁੰਦੇ ਨੇ ਕਿਸੇ ਕੰਮ ਲਈ, ਉਹਨਾਂ ਦਾ ਇਹ ਨਹੀਂ ਹੁੰਦਾ ਵੀ ਮੁੱਖ ਮੰਤਰੀ ਨੇ ਆ ਕੇ ਆਪ ਗੋਲੀ ਮਾਰਨੀ ਹੈ, ਪਰ ਦੂਜੇ ਪਾਸੇ ਜਿਹੜੇ ਹਾਲਾਤ ਪੈਦਾ ਕੀਤੇ ਗਏ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਹੁਣ ਤੱਕ ਜਿੰਨੇ ਵਾਰੀ ਸਰਕਾਰ ਬਦਲੀ ਹੈ ਇਹ ਨੋਰਮਸ ਰਹੇ ਨੇ, ਇਹ ਹੁੰਦਾ ਰਿਹਾ ਵੀ ਜਿਹੜੇ ਨਵੇਂ MLA ਹੈ ਉਹਨਾਂ ਨੂੰ ਸਿਕਿਉਰਿਟੀ ਦੇਣੀ ਹੈ, ਪੁਰਾਣਿਆਂ ਤੋਂ ਕੁਦਰਤੀ ਥੋੜ੍ਹੀ ਘਟਾਉਣੀ ਵੀ ਹੈ। ਪਰ ਜੇ ਕਿਸੇ ਨੂੰ ਥ੍ਰੈਟ ਹੈ ਉਹ ਇੰਡੀਵਿਜੂਅਲ ਕੇਸ ਐਗਜ਼ਾਮਿਨ ਵੀ ਕੀਤਾ ਜਾਂਦਾ ਵੀ ਇਹਨੂੰ ਥ੍ਰੈਟ ਹੈਗੀ ਹੈ, ਇਹਦੀ ਸਿਕਿਉਰਿਟੀ ਸਮਾਂ ਹੋਰ ਵਧਾ ਦਿਓ, ਕਿਸੇ ਦੀ ਘਟਾ ਦਿਓ, ਚੱਲਦਾ ਹੀ ਹੈ। ਪਰ ਉਹਦਾ ਕਦੇ ਵੀ ਕਿਸੇ ਨੇ ਰੌਲਾ ਨਹੀਂ ਪਾਇਆ ਬਹੁਤਾ, ਉਹਨੂੰ ਹਾਈਲਾਈਟ ਨਹੀਂ ਕੀਤਾ ਵੀ ਆ ਸਿਕਿਉਰਿਟੀ ਘਟਾਤੀ ਜੀ। ਇਹਨਾਂ ਦਾ ਸਿਕਿਉਰਿਟੀ ਘਟਾਉਣ ਨੂੰ ਵਧਾਉਣ ਨੂੰ ਐਂ ਹਾਈਲਾਈਟ ਕਰਨਾ ਸ਼ੁਰੂ ਕਰਤਾ ਵੀ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ, ਜਿਵੇਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਕੀਤਾ ਹੈ, ਹੋਰ ਤਾਂ ਕਦੇ ਕਿਸੇ ਨੇ ਕੀਤਾ ਹੀ ਨਹੀਂ। ਹਰੇਕ ਇਵੈਂਟ ਉਹੀ ਤਾਂ ਗੱਲ ਹੈ ਵੀ ਤੁਸੀਂ ਹਰੇਕ ਚੀਜ਼ ਨੂੰ ਯਾਰ ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋਗੇ,
ਐਡਵਰਟਾਈਜ਼ਮੈਂਟ ਦੀ ਬਜਾਏ ਲੋਕਾਂ ਨੂੰ ਪਤਾ ਲੱਗ ਜੂਗਾ, ਆਪ ਹੀ ਦੱਸਦੇ ਫਿਰਨਗੇ ਲੋਕ ਵੀ ਹਾਂ ਜੀ ਆਹ ਕੰਮ ਚੰਗਾ ਕੀਤਾ, ਆਹ ਚੰਗਾ ਕੀਤਾ ਹੈ, ਠੀਕ ਹੈ ਨਾ। ਪਰ ਉਹਨੂੰ ਇਸ ਤਰੀਕੇ ਨੂੰ ਪਬਲਿਸਾਈਜ਼ ਕਰਨਾ ਕਰੋੜਾਂ ਰੁਪਈਆ ਲਾ ਕੇ, ਜਦੋਂ ਕਿ ਖਜ਼ਾਨਾ ਖਾਲੀ ਹੈ, ਉਦੋਂ ਤੁਸੀਂ ਦੱਸੋ ਵੀ ਲੋਕ ਉਸ ਚੀਜ਼ ਦਾ ਕੀ ਵਿਊ ਲੈਂਦੇ ਨੇ। ਇਹ ਐਂ ਤਾਂ ਨਹੀਂ ਹੈ ਵੀ ਆਪਦੀ ਫੋਟੋ ਦੇਖ ਕੇ ਆਪ ਖੁਸ਼ ਹੋਈ ਜਾਓ ਅਤੇ ਦੂਜੇ ਕੁਛ ਦੇਖਦੇ ਨਹੀਂ ਹੈਗੇ। ਇਹ ਤਾਂ ਆਪਦੀ ਫੋਟੋਆਂ ਲਾ ਕੇ ਆਪ ਹੀ ਖੁਸ਼ ਹੋਈ ਜਾਂਦੇ ਨੇ ਵੀ ਸਾਡਾ ਜੀ ਮੁੱਖ ਮੰਤਰੀ ਇੱਥੇ ਆ। ਹੁਣ ਲੋਕ ਤਾਂ ਇਸ ਚੀਜ਼ ਨੂੰ ਗਲਤ ਸਮਝ ਰਹੇ ਨੇ, ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀਗਾ। ਅਤੇ ਸਾਡਾ ਆਖਰੀ ਸਵਾਲ ਇਹ ਹੈ ਕਿ ਹੁਣ ਮਾਨ ਸ਼ਾਹ ਜੀ ਸਰਕਾਰ ਨੂੰ ਹੇਠ ਲਾ ਕੇ ਰੱਖਣਗੇ? ਨਹੀਂ, ਦੇਖੋ ਮੇਰਾ ਇਸ ਤਰ੍ਹਾਂ ਦੀ ਕਦੇ ਨਾ, ਤਾਂ ਪਹਿਲੀ ਗੱਲ ਤਾਂ ਮੈਂ ਉਸ ਲੈਵਲ ਦਾ ਬਹੁਤ ਵੱਡਾ ਆਪਦੇ ਆਪ ਨੂੰ ਬੰਦਾ ਸਮਝਦਾ ਮੈਂ ਕਿ ਥੱਲੇ ਲਾ ਲਾਂ ਕਿ ਉੱਤੇ ਲਾ ਲਾਂ ਜਾਂ ਕੋਈ ਹੋਰ ਹੈ, ਠੀਕ ਹੈ ਨਾ। ਦੂਜੇ ਪਾਸੇ ਇਹ ਹੈ ਵੀ ਮੈਨੂੰ ਇੰਨਾ ਕੁ ਜ਼ਰੂਰ ਹੈਗਾ ਵੀ ਆਪ ਦੀ ਜਿਹੜੀ ਕੋਈ ਪਰਫਾਰਮੈਂਸ ਹੈ ਉਹ ਮੈਂ ਆਪਦੇ ਐਂਗਲ ਤੋਂ ਕਰੀ ਜਾਂਦਾ। ਮੈਂ ਜਿਹੜੀ ਮੇਰੇ ਵੇ ਆਫ ਪੋਲੀਟਿਕਸ ਹੈ ਇੰਟਾਇਰਲੀ ਡਿਫਰੈਂਟ ਹੈ, ਕਿਉਂਕਿ ਮੈਂ ਕੋਈ ਥੱਲਿਓਂ ਲੈ ਕੇ ਪੋਲੀਟਿਕਸ 'ਚ ਨਹੀਂ ਸ਼ੁਰੂ ਹੋਇਆ ਸੀ। ਮੈਂ ਤਾਂ ਇੱਕ ਜਾਣੀ ਪੜ੍ਹਿਆ ਲਿਖਿਆ ਬੰਦਾ, ਉਹਦੇ ਕਰਕੇ ਪੜ੍ਹਾਈ ਲਿਖਾਈ ਬੰਦਾ ਕਰਦਾ, ਮੈਨੂੰ ਕੋਈ ਵਧੀਆ ਜੋਬ ਮਿਲ ਜੇ, ਵਧੀਆ ਜੋਬ ਮਿਲ ਵੀ ਗਈ, ਫਿਰ ਜੋਬ ਲੈ ਕੇ ਬੰਦਾ ਸੋਚਦਾ ਮੈਂ ਪ੍ਰਮੋਟ ਹੋ ਜਾ, ਅਗਲੀ ਪ੍ਰਮੋਸ਼ਨ ਮਿਲ ਜੇ, ਉਹ ਮਿਲ ਜੇ, ਉਹ ਵੀ ਮਿਲਦਾ ਰਿਹਾ ਸਾਰਾ ਕੁਛ, ਠੀਕ ਹੈ ਨਾ। ਫਿਰ ਵਾਹਿਗੁਰੂ ਨੇ ਇੰਨੀ ਵੀ ਸਮਰੱਥਾ ਬਖਸ਼ੀ ਨਾਜਰ ਸਿੰਘ ਨੂੰ ਵੀ ਯਾਰ ਜੇ ਨਹੀਂ ਚੰਗੀ ਲੱਗਦੀ ਜੋਬ ਇਹਨੂੰ ਲੱਤ ਮਾਰ ਦੇ। 4 ਸਾਲ ਪਹਿਲਾਂ ਕੋਈ ਕਲਰਕ ਨਹੀਂ ਛੱਡਦਾ, ਮੈਂ SC ਦੀ ਜੋਬ ਛੱਡ ਕੇ ਆਇਆ, ਉਹ ਵੀ SC ਬੈਸਟ ਪਲੇਸਡ ਆਫਿਸਰ ਇਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਠੀਕ ਹੈ ਨਾ। ਮੈਂ ਉਹ ਵੀ ਛੱਡ ਕੇ ਆਇਆ ਅਤੇ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਕੋਈ ਸਾਡੇ ਮਾਨਸਾ 'ਚ ਇਹ ਕਹੇ ਵੀ ਨਾਜਰ ਸਿੰਘ ਸਾਡੇ ਕੋਲ ਫੰਡ ਮੰਗਣ ਆਇਆ ਸੀ, ਠੀਕ ਹੈ, ਜਾਂ ਸਾਨੂੰ ਫੋਨ ਕੀਤਾ ਸੀ ਫੰਡ ਵਾਸਤੇ। ਮੈਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ MLA ਬਣਿਆ ਅਤੇ ਮੇਰਾ ਕੋਈ ਖਰਚਾ ਵੀ ਨਹੀਂ ਸੀ ਹੋਇਆ ਕੋਈ ਜ਼ਿਆਦਾ। ਮੈਂ ਸਿਰਫ ਇੱਕ ਲੰਗਰ ਚਲਾਇਆ ਸੀਗਾ ਵੀ ਜਿਹੜੇ ਵਰਕਰ ਕੰਮ ਕਰ ਰਿਹਾ ਘੱਟੋ ਘੱਟ ਉਹਨੂੰ ਰੋਟੀ ਪਾਣੀ ਤਾਂ ਖਾ ਲੈਣ ਉਹ, ਠੀਕ ਹੈ ਨਾ। ਅਤੇ ਜਾਂ ਆਏ ਗਏ ਲਈ ਚਾਹ ਪਾਣੀ ਦੀ ਸੇਵਾ ਸੀ, ਹੋਰ ਜਾਂ ਫਲੈਕਸਾਂ ਲਾਤੀਆਂ, ਪੋਸਟਰ ਲਾਤੇ, ਆਹ ਸੀਗਾ ਉਹਦੇ ਵਿੱਚ। ਉਹ ਵੀ ਪਾਰਟੀ ਦੇ ਜਿਵੇਂ ਹਦਾਇਤਾਂ ਸੀਗੀਆਂ ਵੀ ਲਾਓ ਜੀ ਇੰਨੇ ਪੋਸਟਰ ਲਾਓ ਜੀ, ਆਹ ਪੋਸਟਰ ਲਾਓ ਜੀ, ਉਹ ਲਾਤੇ ਸੀ, ਠੀਕ ਹੈ ਨਾ। ਅਤੇ ਮੈਂ ਤਾਂ ਇੱਕ ਗੱਡੀ ਦੇ ਵਿੱਚ ਸਫ਼ਰ ਕਰਦਾ ਰਿਹਾ, ਇੱਕ ਗੱਡੀ ਡਿਊਰਿੰਗ ਇਲੈਕਸ਼ਨ 4 ਮਹੀਨੇ ਮੇਰੀ ਇਲੈਕਸ਼ਨ ਚੱਲੀ, ਮੇਰਾ ਇੱਕ ਡਰਾਈਵਰ, ਇੱਕ ਮੇਰਾ PA ਅਤੇ ਤੀਜਾ ਮੈਂ। ਅਸੀਂ ਮੈਨੂੰ ਬਥੇਰਾ ਉਹ ਕਹਿ ਦਿੰਦੇ ਸੀਗੇ ਆਪਣਾ ਦਿੱਲੀ ਸਾਡੇ ਪਾਰਟੀ ਵਾਲੇ ਵੀ ਤੁਸੀਂ ਜੀ ਇੱਕ ਗੱਡੀ ਅੱਗੇ ਲਾ ਕੇ ਚੱਲੋ, ਇੱਕ ਪਿੱਛੇ ਲਾ ਕੇ ਚੱਲੋ। ਮੈਂ ਜਿਹੜੀ ਮਤਲਬ ਉਸ ਚੀਜ਼ ਦਾ ਮਦਈ ਹਾਂ। ਪ੍ਰਚਾਰ ਵੀ ਕਿਵੇਂ ਕਰਨਾ? ਹਾਂਜੀ, ਸਾਰੀਆਂ ਹਦਾਇਤਾਂ ਉੱਤੋਂ ਆਉਂਦੀਆਂ ਸੀ, ਪਰ ਕੁਛ ਚੀਜ਼ਾਂ ਮੈਂ ਆਪਦੇ ਲੈਵਲ 'ਤੇ ਜਿਵੇਂ ਮੈਨੂੰ ਕੰਫੀਡੈਂਸ ਸੀ ਉੱਥੇ ਮੈਂ ਮਨਾ ਵੀ ਕਰਦਾ ਰਿਹਾ, ਨਹੀਂ ਐ ਨਹੀਂ। ਆਪਣੀ ਆਮ ਆਦਮੀ ਪਾਰਟੀ ਹੈ, ਮੈਂ ਆਮ ਆਦਮੀ ਦੇ ਤੌਰ 'ਤੇ ਇਲੈਕਸ਼ਨ ਲੜ ਰਿਹਾ ਅਤੇ ਮੈਨੂੰ ਪ੍ਰੂਵ ਵੀ ਕਰਨਾ ਚਾਹੀਦਾ ਲੋਕਾਂ 'ਚ ਵੀ ਯਾਰ ਬਾਕੀ ਆਮ ਆਦਮੀ ਆ। ਜੇ ਮੈਂ ਗੱਡੀਆਂ ਦਾ ਲਾਰਾ ਲੈ ਕੇ ਚੱਲੂੰ ਫਿਰ ਮੈਨੂੰ ਆਮ ਆਦਮੀ ਕੌਣ ਸਮਝੂਗਾ, ਠੀਕ ਹੈ ਨਾ। ਮੇਰਾ ਵੇ ਆਫ ਪੋਲੀਟਿਕਸ ਇੰਟਾਇਰਲੀ ਡਿਫਰੈਂਟ ਹੈ। ਮੈਂ ਪੋਲੀਟਿਕਸ ਨੂੰ ਸਮਾਜ ਸੇਵਾ ਦੇ ਤੌਰ 'ਤੇ ਦੇਖਦਾ, ਨਾ ਕਿ ਸਮਾਜ ਸੇਵਾ ਨੂੰ ਪੋਲੀਟਿਕਸ, ਠੀਕ ਹੈ। ਅਤੇ ਮੇਰਾ ਕਦੇ ਵੀ ਦੇਖੋ ਬੜੀ ਸਿੱਧੀ ਜਿਹੀ ਗੱਲ ਹੈ ਵੀ ਇਹ ਵਿਦ ਦੀ ਗ੍ਰੇਸ ਆਫ ਗੋਡ, ਮੈਂ ਇਹ ਨਹੀਂ ਕਹਿੰਦਾ ਮੈਂ ਰਿਹਾ, ਹੋ ਸਕਦਾ ਮੇਰੀਆਂ ਕੋਈ ਲਾਇਬਿਲਟੀਜ਼ ਹੁੰਦੀਆਂ, ਮੇਰੀਆਂ ਕੋਈ ਲੋੜਾਂ ਹੁੰਦੀਆਂ, ਮੈਂ ਵੀ ਫਿਸਲ ਜਾਂਦਾ। ਪਰ ਮੈਂ ਐਟ ਦੀ ਏਜ ਆਫ 54 54 ਸਾਲ ਦੀ ਉਮਰ 'ਚ ਨੌਕਰੀ ਛੱਡ ਕੇ ਇਸ ਲਾਈਨ 'ਚੋਂ ਵੀ 6 ਮਹੀਨੇ ਬਾਅਦ ਮੈਨੂੰ ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਕੰਗ ਜਿਹੜੇ ਕਿਸਾਨ ਵਿੰਗ ਦੇ ਪ੍ਰਧਾਨ ਲਾਏ ਸੀ, ਉਹਨਾਂ ਨਾਲ ਮੇਰੀ ਅੰਗਲੀ ਸੰਗਲੀ ਪੈਂਦੀ ਸੀ, ਉਹਨਾਂ ਨੇ ਮੈਨੂੰ ਫੋਰਸ ਕਰਕੇ ਨਾਲ ਲਾ ਲਿਆ ਸੀ। ਚਲੋ ਉਹ ਅਲੱਗ ਗੱਲ ਹੈ ਵੀ ਓਬਜ਼ਰਵਰਸ ਨੇ ਦੇਖਿਆ ਵੀ ਯਾਰ ਬੰਦੇ 'ਚ ਕਾਬਲੀਅਤ ਹੈ, ਮੈਨੂੰ ਟਿਕਟ ਵੀ ਦੇਤੀ। ਟਿਕਟ ਦਿੱਤੀ ਤਾਂ ਨਾਜਰ ਸਿੰਘ ਤਾਂ ਉਦੋਂ ਜਿੱਤ ਗਿਆ ਸੀ ਜਦੋਂ ਇਹਨਾਂ ਦੇ ਸਾਰੇ ਹਾਰ ਗਏ ਸੀ, 20 ਬੰਦੇ ਜਿੱਤੇ ਸੀ, ਫਿਰ ਵੀ ਜਿੱਤ ਗਏ ਸੀ। ਇਸ ਕਰਕੇ ਮੇਰਾ ਕੋਈ ਮਕਸਦ ਇਹ ਨਹੀਂ ਹੈ ਮੈਂ ਕਿਸੇ ਨੂੰ ਥੱਲੇ ਲਾ ਕੇ ਰੱਖਣਾ ਜਾਂ ਕੋਈ ਹੋਰ ਹੈ। ਹਾਂ, ਇਹ ਜ਼ਰੂਰ ਹੈਗੀ ਹੈ ਵੀ ਮੈਂ ਮਨੁੱਖਤਾ ਦੀ ਸੇਵਾ ਕਿਵੇਂ ਕਿਵੇਂ ਕਰ ਸਕਦਾ। ਉਹ ਮੇਰੇ ਕੋਲ ਪਾਵਰ ਹੈਗੀ ਹੈ ਤਾਂ ਵੀ ਕਰੀ ਜਾਣੀ ਹੈ, ਜੇ ਨਹੀਂ ਹੈਗੀ ਤਾਂ ਵੀ ਕਰੀ ਜਾਣੀ ਹੈ। ਮੇਰਾ ਕੋਈ ਏਮ ਨਹੀਂ ਸੀ ਜ਼ਿੰਦਗੀ 'ਚ ਵੀ ਮੈਂ MLA ਬਣਨਾ ਹੈ ਜਾਂ ਹੋਰ ਬਣਨਾ ਹੈ, ਮੇਰਾ ਏਮ ਹੀ ਨਹੀਂ ਸੀ ਇਹ। ਪੜ੍ਹਨ ਲਿਖਣ ਵਾਲੇ ਬੰਦੇ ਦਾ ਇਹ ਹੁੰਦਾ ਵੀ ਨੌਕਰੀ ਮਿਲ ਜੇ, ਨੌਕਰੀ ਮਿਲ ਗਈ। ਇਹ ਤਾਂ ਛੱਡ ਕੇ ਕਿਸੇ ਹੋਰ ਕਾਰਨ ਕਰਕੇ ਆਏ ਸੀ, ਫਸ ਕੇ ਕਿਸੇ ਹੋਰ ਚੱਕਰ 'ਚ। ਇਸ ਕਰਕੇ ਮੇਰੇ ਜਦੋਂ ਮੈਂ ਛੱਡੀ ਹੈ ਨਾ ਜੀ ਜੋਬ, ਮੈਂ ਆਪਦੀ ਬੇਟੀ ਦੀ ਮੈਰਿਜ ਕਰ ਚੁੱਕਿਆ ਸੀ, ਬੇਟਾ ਮੇਰਾ ਆਪਦੀ ਵਧੀਆ ਜੋਬ 'ਤੇ ਲੱਗ ਚੁੱਕਿਆ ਸੀਗਾ, ਠੀਕ ਹੈ ਨਾ। ਇਸ ਕਰਕੇ ਮੈਨੂੰ ਆਪਦੇ ਜਿਹੜਾ ਹੈਗਾ ਮੇਨਟੇਨ ਕਰਨ ਵਾਸਤੇ ਵਧੀਆ ਪੈਨਸ਼ਨ ਮਿਲਦੀ ਹੈ ਸਰਕਾਰ ਤੋਂ, ਉਸ ਤਰੀਕੇ ਨਾਲ ਮੈਂ ਕਰੀ ਜਾਂਦਾ। ਪੈਨਸ਼ਨ ਲੈ ਕੇ ਰੌਲੇ ਪੈ ਰਹੇ ਨੇ? ਪੈਨਸ਼ਨ ਮੈਨੂੰ ਤਾਂ ਹਜੇ ਦਿੱਤੀ ਨਹੀਂ ਵਿਧਾਨ ਸਭਾ 'ਚ ਜੀ। ਮੈਂ ਤਾਂ ਆਪਦੀ ਪੈਨਸ਼ਨ ਨਾਲ ਗੁਜ਼ਾਰਾ ਕਰਦਾ ਜਿਹੜੀ ਮੈਨੂੰ ਮਿਲਦੀ ਹੈ। ਮੈਨੂੰ ਇੱਧਰੋਂ ਹਜੇ ਪੈਨਸ਼ਨ ਨਹੀਂ ਲਾਈ ਹੈਗੀ। ਉਹ ਕੋਈ ਨਾ ਕੋਈ ਗਰਾਊਂਡ ਜਿਹਾ ਬਣਾ ਲੈਂਦੇ ਨੇ ਜੀ, ਇਹ ਤੋਂ ਨਹੀਂ ਲਿਖਾ ਕੇ ਦਿੱਤਾ, ਉਹ ਨਹੀਂ ਲਿਖਾ ਕੇ ਦਿੱਤਾ। ਮੈਂ ਉਹਨੂੰ ਕਹਿ ਕੇ ਆਇਆ, ਮੈਂ ਯਾਰ ਕਿਸੇ ਨੂੰ ਤੁਸੀਂ ਵੀ ਕਹਿ ਲਓ ਯਾਰ ਲਿਖ ਕੇ ਭੇਜ ਦਿਓ, ਜੇ ਕੋਈ ਨਹੀਂ ਲਿਖ ਕੇ ਭੇਜਦਾ। ਹਾਂ, ਉਹ ਕੋਈ ਗੱਲ ਨਹੀਂ ਹੈ, ਉਹ ਤਾਂ ਚਲੋ ਐਨੀਵੇ ਜਿਹੜੀ ਪੈਨਸ਼ਨ ਮੇਰੀ ਆ ਉਹ ਮੈਨੂੰ ਹੀ ਮਿਲਣੀ ਹੈ। ਇਹ ਨਹੀਂ ਦੇਣਗੇ, ਕੋਰਟ 'ਚ ਜਾ ਕੇ ਲੈ ਲਾਂਗੇ, ਠੀਕ ਹੈ ਨਾ। ਕਿਤੇ ਨਾ ਕਿਤੇ ਮਿਹਨਤ ਤਰਲਾ ਕਰ ਲਾਂਗੇ, ਕੋਈ ਗੱਲ ਨਹੀਂ ਸਰਕਾਰੀ ਦਰਬਾਰੇ। ਕੋਈ ਉਹ ਗੱਲ ਨਹੀਂ ਹੁੰਦੀ ਵੀ ਆਪਾਂ ਪੈਨਸ਼ਨਾਂ ਵਾਸਤੇ MLA ਬਣੇ ਸੀ ਜਾਂ ਕੋਈ ਹੋਰ ਸੀ। ਜੇ ਮੈਨੂੰ ਨਹੀਂ ਵੀ ਦੇਣਗੇ ਤਾਂ ਵੀ ਚੱਲੂਗਾ ਕੰਮ, ਕੋਈ ਐਸੀ ਗੱਲ ਨਹੀਂ। ਮੈਂ ਆਪਦੀ ਲਾਈਫ ਇਸ ਤਰ੍ਹਾਂ ਦੀ ਬਣਾਈ ਨਹੀਂ ਹੋਈ ਵੀ ਮੈਨੂੰ ਬਾਹਲੇ ਪੈਸਿਆਂ ਦੀ ਲੋੜ ਹੈ ਜਾਂ ਕੋਈ ਹੋਰ ਹੈ। ਮੈਂ ਸਵੇਰੇ ਬਹੁਤੇ ਸਾਬਕਾ MLA ਪਹੁੰਚੇ ਹੋਏ ਨੇ ਹਾਈ ਕੋਰਟ, ਉਹ ਫਿਰ ਕੀ ਆ ਉਹਨਾਂ ਦੇ ਜੇ ਉਹਨਾਂ ਨੂੰ ਲੱਗਦਾ ਹੈ ਉਹ ਕਿਸੇ ਹੋਰ ਐਂਗਲ ਤੋਂ ਗਏ ਨੇ। ਹਾਂ, ਇੱਕ ਗੱਲ ਮੈਂ ਜ਼ਰੂਰ ਦੱਸੂੰਗਾ ਜਿਹੜੀ ਇਹਨਾਂ ਨੇ ਕੀਤੀ ਵੀ ਹੈ ਵੀ ਇੱਕ ਪੈਨਸ਼ਨ ਦੇਣੀ ਹੈ।
ਇਹਨਾਂ ਦੇ ਪਾਰਟੀ 'ਚ ਹੀ ਬਹੁਤੇ ਐਮਐਲਏ ਇਹੋ ਜਿਹੇ ਹੈਗੇ ਨੇ, ਸਾਡੇ ਨਾਲ ਵੀ ਸੀਗੇ, ਜਿਨ੍ਹਾਂ ਦਾ ਵਿਚਾਰਿਆਂ ਦਾ ਸੋਰਸ ਆਫ ਇਨਕਮ ਹੀ ਕੋਈ ਨਹੀਂ। ਠੀਕ ਹੈ ਨਾ, ਫਿਰ ਉਹਨਾਂ ਤੋਂ ਜੇ ਤੁਸੀਂ ਐਕਸਪੈਕਟ ਕਰਦੇ ਹੋ ਯਾਰ ਇਮਾਨਦਾਰੀ ਨਾਲ ਲੋਕਾਂ ਨਾਲ ਕੰਮ ਕਰਨੇ ਜਾਂ ਕੋਈ ਹੋਰ ਹੈ, ਫਿਰ ਉਹਨਾਂ ਨੂੰ ਤਨਖਾਹ ਤੇ ਭੱਤੇ ਜਾਂ ਕੋਈ ਉਸ ਤੋਂ ਬਾਅਦ ਪੈਨਸ਼ਨ ਵੀ ਜਿਹੜਾ ਹੱਕ ਬਣਦਾ ਉਹਨੂੰ ਦੇਈ ਚੱਲੋ, ਤਾਂ ਕੀ ਹੈ। ਆਫਟਰ ਆਲ ਜਿਹੜਾ 2 ਵਾਰੀ ਐਮਐਲਏ ਬਣਿਆ, 1 ਵਾਰੀ ਐਮਐਲਏ ਨਾਲੋਂ ਤਾਂ ਉਹਨੇ 5 ਸਾਲ ਵੱਧ ਦੀ ਸੇਵਾ ਕੀਤੀ ਹੈ, ਉਹਦੇ ਨਾਲ ਥੋੜ੍ਹਾ ਮੋਟਾ ਡਿਫਰੈਂਸ ਤਾਂ ਰੱਖ ਲਓ। ਠੀਕ ਹੈ, ਜੇ ਤੁਸੀਂ ਉਹਦੀ ਜਾਣੀ ਮਤਲਬ ਕਿ ਡਬਲ ਨਹੀਂ ਕਰਨੀ ਹੈਗੀ, ਤੁਸੀਂ 10% 5% ਜੇ ਸਰਕਾਰ ਇੰਕਰੀਮੈਂਟ ਲਾਉਂਦੀ ਹੁੰਦੀ ਹੈ ਕੋਈ ਉਹ ਜਲਾ ਦਿਓ, ਡਿਫਰੈਂਸ ਤਾਂ ਹੋਵੇ ਨਾ। ਠੀਕ ਹੈ ਨਾ, ਪਰ ਇੱਕ ਨਾਲ ਲੋਕਾਂ ਦੇ ਧਿਆਨ 'ਚ ਲਿਆਉਣ ਵਾਲੀ ਗੱਲ ਇਹ ਵੀ ਹੈ ਵੀ ਇਹ ਜਿਹੜੀ ਪੁਰਾਣੇ ਮੰਤਰੀਆਂ ਨੇ, ਮੁੱਖ ਮੰਤਰੀਆਂ ਨੇ ਵੱਡੀਆਂ ਵੱਡੀਆਂ ਜਾਇਦਾਦਾਂ ਬਣਾਈਆਂ, ਇਹ ਉਹਨਾਂ ਨੇ ਪੈਨਸ਼ਨਾਂ ਜਾਂ ਤਨਖਾਹਾਂ ਨਾਲ ਨਹੀਂ ਬਣਾਈਆਂ। ਇਹ ਲੁੱਟ ਖਸੁੱਟ ਹੋਰ ਹੈ। ਤਨਖਾਹਾਂ ਨਾਲ ਤਾਂ ਆਮ ਲੋਕਾਂ ਦੇ ਖਰਚੇ ਵੀ ਨਹੀਂ ਚੱਲਦੇ, ਪੈਨਸ਼ਨਾਂ ਨਾਲ ਤਾਂ ਖਰਚੇ ਵੀ ਨਹੀਂ ਚੱਲਦੇ। ਉਹ ਠੀਕ ਹੈ, ਕੰਪੇਅਰ ਕਰ ਲੈਂਦੇ ਲੋਕ ਵੀ ਐਮਐਲਏ ਨੂੰ ਮਿਲਦੀ ਹੈ ਜੀ, ਉਹਨੇ 5 ਸਾਲ ਨੌਕਰੀ ਕੀਤੀ ਹੈ, ਅਸੀਂ ਇੰਨੇ ਸਾਲ ਕੀਤੀ ਹੈ ਜਾਂ ਕੋਈ ਹੋਰ ਹੈ। ਠੀਕ ਹੈ ਨਾ, ਤਾਂ ਉਸ ਐਂਗਲ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਰੈਸ਼ਨਲਾਈਜ਼ ਕਰ ਲੈਣਾ ਚਾਹੀਦਾ, ਚਾਹੇ ਉਹਦੇ ਹਿਸਾਬ ਨਾਲ ਦੇ ਦੇਣ ਸਾਨੂੰ। ਜਿਹੜਾ ਕੋਈ ਹਾਈਐਸਟ ਪੇਡ ਪੈਨਸ਼ਨਰ ਹੈਗਾ ਉਹਦੀ ਦੇਖ ਲੈਣ ਵੀ ਉਹਨੂੰ 25 ਸਾਲ ਦੀ 20 ਸਾਲ ਦੀ ਕਿੰਨੀ ਮਿਲਦੀ ਹੈ, ਸਾਨੂੰ 5 ਸਾਲ ਦੇ ਹਿਸਾਬ ਨਾਲ ਦੇ ਦਿਆ ਕਰਨ। ਉਹੋ ਜਿਹਾ ਕੋਈ ਰੈਸ਼ਨਲ ਬਣਾ ਲੈਣਾ ਚਾਹੀਦਾ ਸਰਕਾਰ ਨੂੰ, ਨਥਿੰਗ ਬੈਡ ਇਨ ਇਟ। ਪਰ ਕੋਈ ਰੈਸ਼ਨਲ ਤਾਂ ਹੋਵੇ ਨਾ, ਅਸੀਂ ਐਮਐਲਏ ਨੂੰ ਪੈਨਸ਼ਨ ਕਿਉਂ ਦਿੰਦੇ ਹਾਂ, ਕੀ ਕਰਨੇ। ਠੀਕ ਹੈ ਨਾ, ਵੱਧ ਤੋਂ ਵੱਧ ਇਹ ਹੈ ਵੀ ਜਿਹੜਾ ਪੈਨਸ਼ਨ ਵਧਾਉਣ ਦਾ ਹੱਕ ਹੈ ਉਹ ਵਿਧਾਨ ਸਭਾ ਤੋਂ ਲੈ ਲਓ, ਉਹ ਕਿਸੇ ਹੋਰ ਅਥਾਰਟੀ ਕੰਸਟੀਟਿਊਟ ਕਰ ਦਿਓ ਵੀ ਉਹ ਦੇਖਣਗੇ ਜੀ ਵੀ ਸਾਨੂੰ ਪੈਨਸ਼ਨ ਕਿੰਨੀ ਮਿਲਣੀ ਚਾਹੀਦੀ ਹੈ, ਨਾ ਕਿ ਅਸੀਂ ਖੁਦ ਹੀ ਦੇਖਾਂਗੇ ਵੀ ਕਿੰਨੀ ਮਿਲਣੀ ਚਾਹੀਦੀ ਹੈ। ਕੋਈ ਪੈਰਾਮੀਟਰ ਤਾਂ ਸੈੱਟ ਕਰੋ। ਪੈਰਾਮੀਟਰ ਤਾਂ ਹਜੇ ਤੱਕ ਆਪਾਂ ਉਹਦੇ ਨਹੀਂ ਸੈੱਟ ਕੀਤੇ ਵੀ ਐਮਐਲਏ ਐਮਪੀ ਬਣਨ ਲਈ ਸਾਡੇ ਪੈਰਾਮੀਟਰ ਹੋਣੇ ਕੀ ਚਾਹੀਦੇ ਆ। ਨਾ ਕੋਈ ਕੁਆਲੀਫਿਕੇਸ਼ਨ ਹੈ, ਕੋਈ ਏਜ ਲਿਮਟ ਹੈ, ਨਾ ਕੋਈ ਉਹਦਾ ਪੁਰਾਣਾ ਰਿਕਾਰਡ ਹੈ। ਇੱਕ ਚਪੜਾਸੀ ਕਲਰਕ ਲਾਉਣ ਵਾਸਤੇ ਵੀ ਪੁਰਾਣਾ ਰਿਕਾਰਡ ਮੰਗਦੇ ਹਾਂ ਆਪਾਂ ਮੁਹੱਲੇ ਦੇ ਮੌਜੂਦ ਬੰਦਿਆਂ ਤੋਂ। ਠੀਕ ਹੈ ਨਾ, ਵੀ ਲਿਖਾ ਕੇ ਲਿਆ। ਠੀਕ ਹੈ, ਅਤੇ ਨਾਲ ਅਸੀਂ ਦੇਖਦੇ ਹਾਂ ਵੀ ਇਹਦੀ ਕੋਈ ਪੁਰਾਣਾ ਬੈਕਗਰਾਊਂਡ, ਵੀ ਜਦੋਂ ਇਹਨੂੰ ਜ਼ਿੰਮੇਵਾਰੀ ਕੋਈ ਮਿਲੀ ਸੀ ਇਹਨੇ ਇਮਾਨਦਾਰੀ ਨਾਲ ਕੀਤੀ, ਕਰਪਸ਼ਨ ਨਾਲ ਕੀਤੀ। ਨਾ ਹੀ ਅਸੀਂ ਇਹ ਦੇਖਦੇ ਹਾਂ ਵੀ ਇਹਨੂੰ ਬਣਾਉਣ ਤਾਂ ਲੱਗੇ ਹਾਂ ਯਾਰ ਇਹਦੀਆਂ ਲਾਇਬਿਲਟੀਜ਼ ਕੀ ਨੇ ਕੱਲ੍ਹ ਨੂੰ। ਇਹ ਤਾਂ ਨਹੀਂ ਵੀ ਸਾਰੀਆਂ ਲਾਇਬਿਲਟੀਜ਼ ਪੂਰੀਆਂ ਕਰ ਲਈ ਇੱਧਰੋਂ ਹੀ ਚੱਕ ਦੂ ਫੱਟੇ। ਠੀਕ ਹੈ ਨਾ ਅਸੀਂ ਇਹ ਦੇਖਿਆ ਵੀ ਉਹਦੇ ਕੰਮਕਾਰ ਕਰਨ 'ਚ ਜਾਂ ਕੋਈ ਹੋਰ ਹੈ, ਕੋਈ ਪਾਰਦਰਸ਼ਤਾ ਹੈਗੀ ਹੈ ਕਦੇ ਦੇਖਿਆ ਕਦੇ ਕਿਸੇ ਨੂੰ ਉਸ ਤਰੀਕੇ ਨਾਲ। ਸਾਡਾ ਹੈ ਹੀ ਨਹੀਂ, ਕੋਈ ਪੈਰਾਮੀਟਰ ਹੀ ਨਹੀਂ ਹੈ। ਜੋ ਕਿ ਪੈਰਾਮੀਟਰ ਸੈੱਟ ਪਏ ਨੇ, ਜੇ ਅਸੀਂ ਮੁਲਾਜ਼ਮਾਂ ਵਾਸਤੇ ਪੈਰਾਮੀਟਰ ਲਾ ਸਕਦੇ ਹਾਂ, ਇੱਕ ਕਲਰਕ ਹੈ, ਇੱਕ ਪੀਐਨ ਹੈ, ਇੱਕ ਅਫਸਰ ਹੈ, ਇੱਕ ਡੀਸੀ ਵੀ ਲਾਉਣਾ, ਆਈਐਸ ਦਾ ਐਗਜ਼ਾਮ ਪਾਸ ਕਰਨਾ ਪੈਂਦਾ ਹੈ, ਐਸਐਸਪੀ ਵੀ ਲਾਉਣਾ, ਆਈਪੀਐਸ ਕਰਨੀ ਪੈਂਦੀ ਹੈ, ਪ੍ਰੋਫੈਸਰ ਲੱਗਣਾ ਹੈ, ਉਹਦੀ ਐਮਫਿਲ ਪੀਐਚਡੀ ਕਰਨੀ ਪੈਂਦੀ ਹੈ, ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ। ਇੰਜੀਨੀਅਰ ਬਣਨਾ, ਇੰਜੀਨੀਅਰਿੰਗ ਕਰਨੀ ਪੈਂਦੀ ਹੈ, ਡਾਕਟਰ ਬਣਨਾ, ਐਮਬੀਬੀਐਸ ਕਰਨੀ ਪੈਂਦੀ ਹੈ। ਕੋਈ ਪੈਰਾਮੀਟਰ ਤੁਸੀਂ ਕਰ ਦਿਓ ਸੈੱਟ, ਕੌਣ ਰੋਕਦਾ। ਜਾਂ ਲੋਕ ਆਵਾਜ਼ ਤਾਂ ਉਠਾ ਦੇਣ ਨਾ, ਜਿਵੇਂ ਵਨ ਪੈਨਸ਼ਨ ਇਹਦੀ ਵਨ ਐਮਐਲਏ ਦੀ ਉਠਾਈ ਸੀ, ਚਲੋ ਕਿਤੇ ਨਾ ਕਿਤੇ ਮਟੀਰੀਅਲਾਈਜ਼ ਹੋਣਾ ਸ਼ੁਰੂ ਹੋਇਆ, ਕਿਤੇ ਨਾ ਕਿਤੇ ਇੱਥੋਂ ਸ਼ੁਰੂ ਹੋ ਕੇ ਲੋਕ ਸਭਾ ਤੱਕ ਜਾਊਗਾ। ਪਰ ਦੂਜੇ ਪਾਸੇ ਇਹਦੀ ਵੀ ਉਠਾ ਦਿਓ ਆਵਾਜ਼। ਠੀਕ ਹੈ ਨਾ, ਅਤੇ ਆਪਣਾ ਤਾਂ ਜਿੰਨਾ ਕੁ ਮੇਰਾ ਫਰਜ਼ ਬਣਦਾ ਮੈਂ ਤਾਂ ਤੁਹਾਡੇ ਕੋਲ ਕਹਿ ਹੀ ਦਿੱਤਾ, ਤੁਸੀਂ ਇਹਨੂੰ ਗਾਹਾਂ ਅੱਗੇ ਆਫਟਰ ਆਲ ਤੁਸੀਂ ਚੌਥਾ ਥੰਮ ਹੋ ਡੈਮੋਕ੍ਰੇਸੀ ਦਾ, ਤੁਸੀਂ ਆਪਦਾ ਰੋਲ ਨਿਭਾ ਦਿਓ ਵੀ ਕਦੇ ਨਾ ਕਦੇ ਇਸ ਤਰ੍ਹਾਂ ਦੇ ਲੋਕਾਂ ਦੀ ਬੁਲਾ ਕੇ ਵਿਚਾਰ ਲੈ ਲਓ, ਆਹੀ ਟੌਪਿਕ ਦੇ ਕੇ ਵੀ ਜੀ ਪੈਰਾਮੀਟਰ ਐਮਐਲਏ ਐਮਪੀ ਬਣਨ ਲਈ, ਲੋਕਾਂ ਦੇ ਨੁਮਾਇੰਦੇ ਬਣਨ ਲਈ ਕੀ ਹੋਣੇ ਚਾਹੀਦੇ ਨੇ। ਉਸ ਤਰੀਕੇ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਇਹਨਾਂ ਸਾਡੇ ਨਾਲ ਨਾਜ ਸਿੰਘ ਮਾਨ ਜੀ ਨੇ ਬੇਬਾਕ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ ਅਤੇ ਕਿਹਾ ਮੁੱਖ ਮੰਤਰੀ ਮਾਨ ਤੋਂ ਅਸੀਂ ਮਾਫੀ ਨਹੀਂ ਮੰਗਾਂਗੇ, ਪੂਰੀ ਲੜਾਈ ਉਹ ਅਦਾਲਤ ਵਿੱਚ ਲੜਨਗੇ। ਅਜਿਹੇ ਹੋਰ ਖਾਸ ਇੰਟਰਵਿਊ ਵੇਖਣ ਲਈ ਬਣੇ ਰਹੋ ਤੁਸੀਂ ਪੰਜਾਬ ਲੋਕਮਤ ਟੀਵੀ ਦੇ ਨਾਲ। ਧੰਨਵਾਦ।